ਪਰਿਵਾਰ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਅੱਜ ਦਿਨ ਮੰਗਲਵਾਰ 28 ਅਪ੍ਰੈਲ ਤੇ ਬਾਹਰ ਟੈਂਪਰੇਚਰ ਜਿਹੜਾ 8 ਹੈ ਜੀ, ਤੇ ਹਲਕੀ ਹਲਕੀ ਬੱਦਲਵਾਈ ਤੇ ਹਲਕੀ ਬਾਰਿਸ਼ ਹੋ ਰਹੀ ਆ। ਸੂਰਜ 6:13 ਤੇ ਚੜ੍ਹਿਆ ਤੇ 8:18 ਤੇ ਛਿਪੇਗਾ। ਆਪਣੇ ਨਾਲ ਪੰਜਾਬ ਭਰ ਤੋਂ ਬਖਤੌਰ ਸਿੰਘ ਢਿੱਲੋਂ ਹੁਣੀ ਜੁੜਨਗੇ ਤੇ ਨਾਲ ਹੀ ਹਰਜਿੰਦਰ ਸਿੰਘ ਧਨੋਆ ਹੁਣੀ ਅੱਜ ਆਪਾਂ ਨੂੰ ਪਹਿਲਾਂ ਅਪਡੇਟ ਦੇਣਗੇ। ਉਸ ਤੋਂ ਬਾਅਦ ਬਖਤੌਰ ਸਿੰਘ ਢਿੱਲੋਂ ਹੁਣੀ ਆਪਣੇ ਨਾਲ ਹੀ ਜੁੜ ਜਾਣਗੇ ਜੀ, ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਤੁਹਾਡੀਆਂ ਕਾਲਾਂ ਵੀ ਜ਼ਰੂਰ ਲਵਾਂਗੇ ਤੇ ਕੁਝ ਜਿਹੜੇ ਆਪਣੇ ਹੈਲਪ ਕਰ ਰਹੇ ਆ ਜੀ, ਆਪਣੇ ਸਨੇਹੀ ਆ, ਜਿਹੜੇ ਆਪਣੇ ਸਪਾਂਸਰ ਆ, ਉਹਨਾਂ ਦੀਆਂ ਐਡਾਂ ਵੀ ਜ਼ਰੂਰ ਨਾਲ ਲਵਾਂਗੇ। ਕਰਦੇ ਹਾਂ ਸਵਾਗਤ ਪਹਿਲਾਂ ਧਨੋਆ ਸਾਹਿਬ ਦਾ। ਜੀ ਵੀ ਜੀ, ਸਵਾਗਤ ਹੈ ਤੁਹਾਡਾ ਹਰਜਿੰਦਰ ਸਿੰਘ ਜੀ। ਹਾਂਜੀ, ਚੰਦੀ ਸਾਹਿਬ ਤੇ ਢਿੱਲੋਂ ਵੀਰ ਤੇ PTN 24 ਦੇ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲਾਂ ਤਾਂ ਚੰਦੀ ਸਾਹਿਬ ਮੈਂ ਮਾਫੀ ਚਾਹੁੰਦਾ, ਕੱਲ ਕਿਤੇ ਜਾਣਾ ਪੈ ਗਿਆ ਤੇ ਉਹ ਟਾਈਮ ਦਾ ਲੱਗ ਰਿਹਾ ਸੀ ਕਿ ਬਹੁਤ ਥੋੜਾ ਲੱਗੇਗਾ ਜੀ, ਪਰ ਉੱਥੇ ਸਟਕ ਹੋਣ ਕਰਕੇ ਉੱਥੇ ਫੋਨ ਵੀ ਨਹੀਂ ਯੂਜ਼ ਕਰ ਸਕਦੇ ਸੀ। ਇਸ ਕਰਕੇ ਮੈਂ ਤੁਹਾਡੇ ਸਾਰੇ ਚੈਨਲ ਦੇ ਜਿੰਨੇ ਵੀ ਸਰੋਤੇ ਸੁਣਦੇ ਆ, ਮਾਫੀ ਮੰਗਦਾ ਉਹਨਾਂ ਤੋਂ ਜੀ ਚੰਦੀ ਸਾਹਿਬ। ਹਾਂ, ਕੋਈ ਗੱਲ ਨਹੀਂ ਜੀ, ਮੈਂ 2-3 ਵਾਰੀ ਕੱਲ ਅਨਾਉਂਸ ਕੀਤਾ ਸੀ, ਪਰ ਤੁਸੀਂ ਕਿਤੇ ਰੁਝੇਵਿਆਂ ਕਰਕੇ ਨਹੀਂ ਜੁੜ ਸਕੇ। ਕੋਈ ਗੱਲ ਨਹੀਂ ਜੀ। ਹਾਂਜੀ ਚੰਦੀ ਸਾਹਿਬ, ਆਪਣੇ ਫੈਡਰਲ ਗਵਰਨਮੈਂਟ ਜਿਹੜੀ ਆ ਨਿਊ ਅਪਡੇਟ ਦਿੰਦੇ ਆ ਜੀ, ਆਪਣੇ ਜਿਹੜੇ ਨਿਊ ਅਪਡੇਟ COVID-19 ਕਰਕੇ ਉਹਨਾਂ ਨੇ ਮਾਡਲਿੰਗ ਫॉर ਕੈਨੇਡਾ ਦੇ ਵਿੱਚ ਜਿਹੜੀ ਇਹਨਾਂ ਨੇ ਪਹਿਲਾਂ 9 ਅਪ੍ਰੈਲ ਨੂੰ ਪ੍ਰੋਜੈਕਸ਼ਨ ਕੀਤੀ ਸੀ, ਐਨੀਵੇਅਰ ਬਿਟਵੀਨ 11 ਤੋਂ 22,000 ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਸੀ 2.5 ਤੋਂ 5% ਤੱਕ ਲੋਕ ਅਫੈਕਟਡ ਹੋ ਸਕਦੇ ਆ, ਤੇ ਜੇ ਵਰਸ ਕੇਸ ਸਿਨੈਰੀਓ ਹੋਵੇ ਤਾਂ 2 ਮਿਲੀਅਨ ਤੱਕ ਲੋਕਾਂ ਦੀ ਗਿਣਤੀ ਵੀ ਇਹ ਪਹੁੰਚ ਸਕਦੀ ਸੀਗੀ ਜੀ। ਤੇ ਬਾਕੀ ਆਪਾਂ ਜਿਹੜਾ ਇਹਨਾਂ ਨੇ 73 ਬਿਲੀਅਨ ਵੇਜ ਸਬਸਿਡਾਈਜ਼ਡ ਪ੍ਰੋਗਰਾਮ ਜਿਹੜਾ ਓਪਨ ਕੀਤਾ ਸੀਗਾ, ਜਸਟਿਨ ਟਰੂਡੋ ਦਾ ਕਹਿਣਾ ਆ ਕਿ ਐਕਸਪੈਕਟਡ ਆ ਕਿ ਮਈ 7 ਤੱਕ ਜਿਨ੍ਹਾਂ ਨੇ ਅਪਲਾਈ ਕੀਤਾ ਆ ਤੇ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਆ ਜਾਣਗੇ ਜੀ। ਜਿਸ ਤਰ੍ਹਾਂ ਕੱਲ ਦੀ ਖਬਰ ਜਿਵੇਂ ਡਗ ਫੋਰਡ ਨੇ ਕਿਹਾ, ਓਪਨਿੰਗ ਦੀ ਗੱਲ ਹੋਈ ਆ, ਆਸੇ ਪਾਸੇ ਬੜੇ ਚਰਚੇ ਵੀ ਹੋਏ ਆ, ਮੈਨੂੰ ਵੀ ਬੜੀਆਂ ਕਾਲਾਂ ਆਈਆਂ। ਉਹਨਾਂ ਨੇ ਐਕਚੁਅਲੀ ਆਪਣੇ ਆਪ ਨੂੰ ਪ੍ਰਪੇਅਰ ਕੀਤਾ। ਚੰਨੀ ਸਾਹਿਬ, ਇਹ ਖਬਰ ਬੜੀ ਧਿਆਨ ਮੰਗਦੀ ਹੈ ਜੀ ਇਹ, ਕਿ ਡਾਕਫੋਰ ਨੇ ਜਦੋਂ ਓਪਨਿੰਗ ਦੀ ਗੱਲ ਕੀਤੀ ਆ, ਉਹਨੇ ਕਿਹਾ ਕਿ ਜਦੋਂ ਵੀ ਮੈਂ ਓਪਨ ਕਰੂੰਗਾ 3 ਸਟੇਜ ਦੇ ਵਿੱਚ ਓਪਨ ਕਰੂੰਗਾ ਜੀ। ਜਦੋਂ ਇੱਕ ਸਟੇਜ ਤੋਂ ਦੂਸਰੀ ਸਟੇਜ ਜਾਣਾ ਜੀ, 3 ਸਟੇਜ ਇਹਨਾਂ ਨੇ ਬਣਾਈਆਂ ਜੀ ਇਹ, ਤੇ ਇੱਕ ਤੋਂ ਜਦੋਂ ਦੂਜੀ ਤੇ ਜਾਣਾ ਉਹਦਾ ਜਿਹੜਾ ਡਿਫਰੈਂਸ ਹੋਊਗਾ 2 ਤੋਂ 4 ਵੀਕ ਹੋਊਗਾ। ਉਹਦੇ ਵਿੱਚ ਫਿਰ ਕੀ ਊਣਤਾਈਆਂ ਕੀ ਆਉਂਦਾ ਆ, ਉਸ ਹਿਸਾਬ ਦੇ ਨਾਲ ਉਹ ਹੋਊਗਾ ਜੀ। ਕੋਈ ਡੇਟਸ ਉਹਨਾਂ ਨੇ ਦਿੱਤੀ ਨਹੀਂ ਕਦੋਂ ਅਸੀਂ ਖੋਲਣਾ ਆ, ਤੇ ਇਹ ਜਿਹੜਾ ਫਰੇਮਵਰਕ ਉਹਨਾਂ ਨੇ ਕੀਤਾ, ਉਹਨਾਂ ਦਾ ਕਹਿਣਾ ਹੈ ਕਿ ਡਿਪੈਂਡ ਅਪਨ ਦੀ ਡਿਫਰੈਂਟ ਫੈਕਟਰਸ, ਉਹਨਾਂ ਨੂੰ ਉਹ ਧਿਆਨ ਦੇ ਵਿੱਚ ਰੱਖਿਆ ਜਾਊਗਾ। ਉਹਨਾਂ ਦਾ ਇਹ ਵੀ ਕਹਿਣਾ ਦਿਸ ਇਜ਼ ਦਾ ਰੋਡ ਮੈਪ ਨਾਟ ਏ ਕੈਲੰਡਰ। ਇਹਨਾਂ ਨੇ ਸਾਫ਼ ਉਹਨਾਂ ਨੇ ਕਹਿ ਦਿੱਤਾ ਹੈ ਕਿ ਇਹ ਰੋਡ ਮੈਪ ਜਿਹੜਾ ਆ ਜਦੋਂ ਖੁੱਲਦਾ ਉਹ ਤਿਆਰ ਕੀਤਾ ਹੈ, ਇਹ ਕੋਈ ਕੈਲੰਡਰ ਦੇ ਅਸੀਂ ਕੋਈ ਡੇਟ ਨਹੀਂ ਦਿੱਤੀ। ਤੇ ਉਹਨਾਂ ਨੇ ਇਹ ਕਿਹਾ ਆ ਕਿ ਇਹ ਜਿਹੜੀ ਫਾਈਟ ਆ ਜਿਹੜੀ ਆ, ਇਹਨੂੰ ਸਾਨੂੰ ਕਾਫੀ ਲੰਮਾ ਸਮਾਂ ਸਾਨੂੰ ਇਹਨਾਂ ਲੜਨਾ ਪੈਣਾ ਆ। ਜੇ ਇਸ ਤਰ੍ਹਾਂ ਅਸੀਂ ਕਾਹਲੀ ਕਰਦੇ ਰਹੇ ਤਾਂ ਅਸੀਂ ਬਹੁਤ ਛੇਤੀ ਆਪਣੇ ਆਪ ਨੂੰ ਗਿਵ ਅਪ ਕਰ ਦਾਂਗੇ। ਤੇ ਬਾਕੀ ਉਹਨਾਂ ਨੇ ਗੱਲ ਕੀਤੀ ਕਿ ਡੇਵਿਡ ਬਿਲੀਅਨ ਜਿਹੜੇ ਆ, ਉਹਨਾਂ ਨੇ ਆਲਰੇਡੀ ਕਿਹਾ ਆ ਕਿ ਜਿੰਨਾ ਚਿਰ 200 ਕੇਸ ਜਾਂ ਉਹ 200 ਕੇਸਾਂ ਤੋਂ ਘੱਟ ਨਹੀਂ ਜਾਂਦੇ ਉਹਨਾਂ ਚਿਰ ਅਸੀਂ ਖੋਲਾਂਗੇ ਜੀ। ਉਹਨਾਂ ਨੇ ਇਹ ਵੀ ਕਿਹਾ ਆ, ਇਹ ਸਾਰਾ ਜੋ ਕਿ ਆਪਣੀ ਪ੍ਰੈਪਰੇਸ਼ਨ ਦੇ ਬਾਰੇ ਇਹ ਸਾਰਾ ਹੋ ਰਿਹਾ, ਉਹਨਾਂ ਨੇ ਕਿਹਾ ਆ ਕਿ ਪਬਲਿਕ ਹੈਲਥ ਐਡਵਾਈਸ ਤੋਂ ਬਿਨਾਂ, ਜਿਵੇਂ ਫਿਜ਼ੀਕਲ ਡਿਸਟੈਂਸ, ਫ੍ਰੀਕੁਐਂਟ ਹੈਂਡ ਵਾਸ਼ਿੰਗ, ਆਲ ਦੋ ਸਟਾਫ, ਤੇ ਉਹਨਾਂ ਨੂੰ ਧਿਆਨ ਦੇ ਵਿੱਚ ਲੈ ਕੇ ਅਸੀਂ ਪਬਲਿਕ ਹੈਲਥ ਐਡਵਾਈਸ ਤੋਂ ਬਿਨਾਂ ਅਸੀਂ ਨਹੀਂ ਖੋਲਾਂਗੇ। ਚੰਦੀ ਸਾਹਿਬ, ਜਿਸ ਤਰ੍ਹਾਂ ਬਹੁਤ ਸਾਰੇ ਲੋਕ ਕਹਿ ਰਹੇ ਸੀ ਵੀ ਖੋਲੋ ਖੋਲੋ ਖੋਲੋ, ਜਿਸ ਤਰ੍ਹਾਂ ਆਪਾਂ ਕਹਿ ਨਹੀਂ ਦਈਏ ਕਿ ਇੱਕ ਵਾਰੀ ਉਹਨਾਂ ਨੂੰ ਸਵੀਟ ਕੈਂਡੀ ਦੇਤੀਆਂ ਆ, ਇੱਕ ਵਾਰੀ ਉਹਨਾਂ ਨੂੰ ਕਹਿ ਦਿਓ ਵੀ ਥੋੜਾ ਚਿਰ ਚੁੱਪ ਕਰਕੇ ਬਹਿ ਜਾਣਗੇ। ਜੇ ਆਪਾਂ ਗੱਲ ਕਰੀਏ 6 ਮਈ ਤੱਕ ਤਾਂ ਵੈਸੇ ਹੀ ਸਾਰਾ ਕੁਝ ਸ਼ਟ ਡਾਊਨ ਹੈ ਜੀ, ਉਸ ਤੋਂ ਪਹਿਲਾਂ ਤਾਂ ਕੁਝ ਹੋ ਨਹੀਂ ਸਕਦਾ। 6 ਮਈ ਤੋਂ ਬਾਅਦ ਇਹ ਕੀ ਲਿਆਉਂਦੇ ਆ ਜੀ, ਇਸ ਤਰ੍ਹਾਂ ਇਹਨਾਂ ਨੇ 2-2 ਵੀਕ ਕਰਕੇ ਅੱਗੇ, ਮੈਨੂੰ ਨਹੀਂ ਲੱਗਦਾ ਜੀ ਐਂਡ ਆਫ ਦਿਸ ਮੰਥ ਜਾਂ ਨੈਕਸਟ ਮੰਥ ਤੱਕ ਇਹ ਜੀ ਚੰਦੀ ਸਾਹਿਬ ਇਹ ਜਿਹੜਾ ਹੈਗਾ ਜੀ ਖੁੱਲੂਗਾ। ਤੇ ਜੇ ਮੈਂ ਵੀ ਥੋੜਾ ਜਿਹਾ ਐਡ ਅਪ ਕਰਦਾ, ਜਸਟਿਨ ਟਰੂਡੋ ਦੀ ਗੱਲ ਕਰਦਾ, ਉਹਨਾਂ ਨੇ ਵੀ ਕਿਹਾ ਆ ਕਿ ਜੇ ਅਸੀਂ ਚਾਹੁੰਦੇ ਆ ਕਿ ਸਾਡੀ ਲਾਈਫ ਬੈਕ ਆ ਜਾਏ ਜਿਸ ਤਰ੍ਹਾਂ ਮਤਲਬ ਕਿ 2-4 ਮਹੀਨੇ ਪਹਿਲਾਂ ਸੀ, ਉਹ ਕਹਿੰਦੇ ਇੰਪੋਸੀਬਲ ਹੈ, ਇਹ ਤਾਂ ਕੋਈ ਹੋ ਹੀ ਨਹੀਂ ਸਕਦਾ ਇਸ ਤਰ੍ਹਾਂ ਜੀ। ਜੇ ਅੱਜ ਤੋਂ ਕਹਿੰਦੇ 2 ਸਾਲ ਤੁਸੀਂ ਅੱਗੇ ਪਾ ਕੇ 2 ਸਾਲ ਤੋਂ ਬਾਅਦ ਕੁਝ ਥੋੜਾ ਜਿਹਾ ਠੀਕ ਹੁੰਦਾ, ਉਹ ਬਾਅਦ ਦੀਆਂ ਗੱਲਾਂ ਆ, ਪਰ ਤੁਸੀਂ ਇਹ ਨਹੀਂ ਸੋਚਣਾ ਕਿ ਸਾਡੀ ਜੇ ਖੋਲ ਵੀ ਦਿੱਤਾ ਜਾਂ ਕੇਸਿਸ ਘੱਟ ਵੀ ਜਾਂਦੇ ਆ ਕਿ ਸਾਡੀ ਲਾਈਫ ਬੈਕ ਆ ਜਾਊ, ਉਹ ਕਦੀ ਵੀ ਨਹੀਂ ਹੋਊਗੀ। ਐਟ ਲੀਸਟ 2 ਸਾਲ ਤਾਂ ਤੁਸੀਂ ਆਪਣੇ ਆਪ ਦੀ ਜ਼ਿੰਦਗੀ ਦੇ ਵਿੱਚ ਐਡ ਕਰ ਹੀ ਲਾਓ ਜੀ ਉਹ। ਇਸ ਤਰ੍ਹਾਂ ਕੁਬੈਕ ਨੇ ਵੀ ਰੀਓਪਨ ਦੀ ਗੱਲ ਕੀਤੀ ਆ, ਸਕੂਲ ਡੇ ਕੇਅਰ ਤੇ ਜਿਹੜੇ ਹੈਗੇ 11 ਮਈ ਨੂੰ ਜੀ।
ਤੇ ਬਾਕੀ ਚੰਦੀ ਸਾਹਿਬ ਵੈਕਸੀਨ ਜਿਹੜੀ ਆ ਦਵਾਈ ਬਣਾਉਣ ਦੀ ਰੇਸ ਆ ਇਹ ਵੀ ਲੱਗੀ ਆ, ਜਿਵੇਂ ਆਕਸਫੋਰਡ ਯੂਨੀਵਰਸਿਟੀ ਆ ਉਹਨਾਂ ਦੀ ਆ। ਆਕਸਫੋਰਡ ਜਿਹੜੇ ਹੈਗੇ ਗਰੁੱਪ ਲੀਪ ਏ ਹੈਡ ਸਾਰਿਆਂ ਤੋਂ ਅੱਗੇ ਹੈ ਜੀ ਉਹ ਦਵਾਈ ਬਣਾਉਣ ਦੇ ਵਿੱਚ, ਪਰ ਇਹਨਾਂ ਦੇ ਇੱਕ ਵਲੰਟੀਅਰ ਅੱਗੇ ਆਇਆ ਸੀ, ਉਹਦੇ ਤੇ ਟੈਸਟ ਕੀਤਾ ਸੀ ਪਰ ਉਹਦੀ ਉੱਥੇ ਮੌਤ ਵੀ ਹੋ ਗਈ ਹੈ ਜੀ। ਬਾਕੀ ਡਗ ਫੋਰਡ ਨੇ ਪ੍ਰਾਈਸ ਗੌਜਿੰਗ ਦੀ ਗੱਲ ਕੀਤੀ ਆ, ਉਹਨਾਂ ਨੇ ਕਿਹਾ ਆ ਕਿ ਜਿਹੜੀਆਂ ਆ ਮਹਾਮਾਰੀ COVID-19 ਆਉਣ ਕਰਕੇ ਪ੍ਰਾਈਸਾਂ ਜਿਹੜੇ ਸਟੋਰਾਂ ਦੇ ਵਿੱਚ ਬਹੁਤ ਕਈਆਂ ਤੇ ਵਧਾ ਦਿੱਤੀਆਂ। ਇਹ 20,000 ਤੋਂ ਉੱਤੇ ਕੰਪਲੇਂਟਸ ਇੱਥੇ ਚੰਦੀ ਸਾਹਿਬ ਆ ਗਈਆਂ ਜੀ ਡਗ ਫੋਰਡ ਨੂੰ। ਉਹਨਾਂ ਨੇ ਉਹਨਾਂ ਲੋਕਾਂ ਨੂੰ ਵਾਰਨਿੰਗ ਵੀ ਦਿੱਤੀ ਆ ਕਿ ਆ ਜਾਓ ਆਪਣੇ ਜਿਹੜੀਆਂ ਪ੍ਰਾਈਸਾਂ ਨੂੰ ਠੀਕ ਠਾਕ ਲਗਾਓ, ਨਹੀਂ ਤਾਂ ਬਹੁਤ ਸਾਰੇ ਇੰਸਪੈਕਟਰ ਬਾਹਰ ਆ, ਉਹਨਾਂ ਨੂੰ ਵੱਡੀਆਂ ਵੱਡੀਆਂ ਟਿਕਟਾਂ ਵੀ ਦੇ ਰਹੇ ਆ ਜੀ। ਤੇ ਬਾਕੀ ਚੰਦੀ ਸਾਹਿਬ ਅੰਟੇਰੀਓ ਦੇ ਵਿੱਚ ਇੱਕ ਖੁਸ਼ੀ ਦੀ ਖਬਰ ਤਾਂ ਇਹ ਆਉਂਦੀ ਹੈ, ਜੇ ਆਪਾਂ 4 ਦਿਨ ਪਿੱਛੇ ਮਾਰੀਏ ਤਾਂ ਸਭ ਤੋਂ ਜਿਹੜੇ ਹਾਈਐਸਟ ਕੇਸ ਸੀਗੇ 640 ਕੇਸ ਇੱਕ ਦਿਨ ਦੇ ਵਿੱਚ ਆਏ ਸੀ। ਤੇ ਜੇ ਮੈਂ ਹੁਣ ਪਿਛਲੇ 3 ਦਿਨ ਦੀ ਗੱਲ ਕਰਾਂ ਤਾਂ ਇਹ ਜਿਹੜੀ ਕੇਸਾਂ ਦੀ ਗਿਣਤੀ ਆ ਘਟੀ ਜਾਂਦੀ। ਜੇ 3 ਦਿਨ ਆਪਾਂ ਪਹਿਲਾਂ ਦੇਖਿਆ ਜਾਵੇ ਤਾਂ 476 ਕੇਸ ਸੀਗੇ ਇੱਕ ਦਿਨ ਦੇ ਵਿੱਚ ਆਏ ਨਵੇਂ ਕੇਸ। ਉਸ ਤੋਂ ਅਗਲੇ ਦਿਨ 434, ਜੇ ਕੱਲ ਦੀ ਗੱਲ ਕੀਤੀ ਤਾਂ 424। ਇਹ ਗਿਣਤੀ ਮੰਨ ਲਓ ਕਿ ਕਾਫੀ ਘਟੀ ਜਾਂਦੀ ਹੈ। ਜੇ ਆਪਾਂ ਦੇਖਿਆ ਜਾਵੇ ਜਿਹੜੇ ਟੈਸਟ ਹੋ ਰਹੇ ਆ, ਟੈਸਟ ਦੀ ਜਿਹੜੀ ਕਪੈਸਿਟੀ ਆ ਹੋਰ ਵਧਾਤੀ ਇਹਨਾਂ ਨੇ। 1200 ਪਲੱਸ ਕਿਹਾ ਸੀ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਹੁਣ 12,550 ਜਿਹੜੇ ਕੇਸ ਇਹਨਾਂ ਨੇ ਉਹ ਟੈਸਟ ਕੀਤੇ ਆ ਜੀ ਉਹ। ਤੇ ਇਸ ਕਰਕੇ ਜਿਹੜੀ ਆ ਟੈਸਟ ਵੱਧ ਗਏ ਆ ਤੇ ਗਿਣਤੀ ਉਹ ਘਟੀ ਜਾਂਦੀ ਆ। ਪਰ ਅੰਟੇਰੀਓ ਸਰਕਾਰ ਦਾ ਇਹੀ ਕਹਿਣਾ ਹੈ ਜਿੰਨਾ ਚਿਰ 200 ਜਾਂ 200 ਤੋਂ ਘੱਟ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇਹ ਨਹੀਂ ਖੋਲਾਂਗੇ ਜੀ। ਤੇ ਬਾਕੀ ਆਪਣੇ ਕਾਸਕੋ ਚੰਦੀ ਸਾਹਿਬ ਜਿਹੜਾ ਵੈਸਟਰਨ ਹਾਈਵੇ 7 ਤੇ ਆ ਉਹਦੇ ਵਿੱਚ 5 ਪੋਜ਼ਿਟਿਵ ਕੇਸ ਪਾਏ ਗਏ ਸੀ, ਉਹਨਾਂ ਦੀ ਹੁਣ ਵੱਧ ਕੇ ਗਿਣਤੀ 7 ਹੋ ਗਈ ਹੈ ਜੀ। ਇਸੇ ਤਰ੍ਹਾਂ ਡਾਊਨਟਾਊਨ ਦੇ ਵਿੱਚ 에ਅਰਪੋਰਟ ਹੈ ਜੀ, ਉੱਥੇ ਪੋਰਟਰ 에ਅਰਲਾਈਨ ਬੜੀ ਪਪੂਲਰ ਹੈ ਜੀ ਉੱਥੇ ਉਹ, ਤੇ ਉਹਨੇ ਆਪਣੀਆਂ ਸਾਰੀਆਂ ਫਲਾਈਟਾਂ ਜਿਹੜੀਆਂ 29 ਜੂਨ ਤੱਕ COVID-19 ਕਰਕੇ ਉਹ ਕੈਂਸਲ ਕਰਤੀਆਂ। ਇਸੇ ਤਰ੍ਹਾਂ 에ਅਰ ਕੈਨੇਡਾ ਨੇ ਵੀ ਆਪਣੀਆਂ ਜਿਹੜੀਆਂ ਸਾਰੀਆਂ ਫਲਾਈਟਾਂ USA ਨੂੰ ਸੀਗੀਆਂ ਨੈਕਸਟ 30 ਡੇ ਲਈ ਸਸਪੈਂਡ ਕਰਤੀਆਂ। ਇਸੇ ਤਰ੍ਹਾਂ 에ਅਰ ਟ੍ਰਾਂਜ਼ਿਟ ਤੇ ਸਨਵਿੰਗ ਦਾ ਵੀ 31 ਮਈ ਤੱਕ ਆਪਣੀਆਂ ਇਹ ਸਾਰੀਆਂ ਕੈਂਸਲ ਕਰ ਦਿੱਤੀਆਂ ਜੀ। ਤੇ ਅੰਟੇਰੀਓ ਦੇ ਵਿੱਚ ਜਿਹੜੇ 6 ਨਰਸਿੰਗ ਹੋਮ ਹੈ ਜੀ ਉਹ ਫੇਲ ਹੋਏ ਆ ਆਪਣੇ ਰੈਜ਼ੀਡੈਂਟਸ ਨੂੰ ਪ੍ਰੋਟੈਕਟ ਕਰਨ ਲਈ ਅਕੋਰਡਿੰਗ ਟੂ ਦੀ ਐਲੀਗੇਸ਼ਨ, ਤੇ ਉਹਨਾਂ ਨੂੰ ਲਾ ਸੂਟ ਕਰਤਾ, ਉਹਨਾਂ ਦੇ ਚਾਹੁਣ ਵਾਲਿਆਂ ਨੇ ਲਾ ਸੂਟ ਸੁਪੀਰੀਅਰ ਕੋਰਟ ਦੇ ਵਿੱਚ ਜੀ। ਤੇ ਬਾਕੀ ਜਿਸ ਤਰ੍ਹਾਂ ਕੰਪਲੇਂਟਸ ਆ ਰਹੀਆਂ ਸੀ PPE ਨੂੰ ਲੈ ਕੇ, ਹੁਣ ਡਾਕਟਰਸ ਨੇ ਕਿਹਾ ਆ ਕਿ ਲਿਟਲ ਬਿਟ ਜਿਹੜੀ ਆ ਪ੍ਰੋਗਰੈਸ ਇੰਪਰੂਵ ਹੋ ਰਹੀ ਆ PPE ਦੀ ਸਪਲਾਈ ਨੂੰ ਲੈ ਕੇ ਜੀ। ਤੇ ਇਸੇ ਤਰ੍ਹਾਂ ਜੇ ਆਪਾਂ WHO ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਹਿਣਾ ਆ ਕਿ ਜਿਹੜੇ ਪੇਸ਼ੈਂਟਸ COVID-19 ਤੋਂ ਠੀਕ ਹੋ ਜਾਂਦੇ, ਸਾਡੇ ਕੋਲ ਕੋਈ ਇਹੋ ਜਿਹਾ ਐਵੀਡੈਂਸ ਨਹੀਂ ਗਾ ਜਿਹਦੇ ਨਾਲ ਉਹ ਦੁਬਾਰਾ ਕੇਸ ਆ ਜਾਣ ਵੀ ਰੀਇਨਫੈਕਟਡ ਹੋਣ ਜੀ। ਬਾਕੀ ਜਿਵੇਂ USA ਨੇ ਵੀ ਓਪਨਿੰਗ ਦੀ ਗੱਲ ਕੀਤੀ ਸੀ ਚੰਦੀ ਸਾਹਿਬ, ਮੈਂ ਦੇਖ ਰਿਹਾ ਸੀ ਉੱਥੇ ਹੰਟਿੰਗਟਨ ਬੀਚ ਹੈ ਜੀ, ਬੜਾ ਲੋਕਾਂ ਦੇ ਨਾਲ ਪੈਕ ਹੋਇਆ ਸੀ, ਇੱਕ ਦੂਸਰੇ ਦੇ ਵਿੱਚ ਲੋਕ ਵੱਜ ਰਹੇ ਸੀ, ਜਿਹੜਾ ਮਤਲਬ ਕਿ ਇਗਨੋਰਿੰਗ ਦੀ ਸੋਸ਼ਲ ਡਿਸਟੈਂਸ। ਉੱਥੇ ਤਾਂ ਸੋਸ਼ਲ ਡਿਸਟੈਂਸ ਨੂੰ ਧਿਆਨ ਵਿੱਚ ਰੱਖਿਆ ਹੀ ਨਹੀਂ ਗਿਆ ਜੀ ਨਾ, ਤੇ ਉਹਦੇ ਨਾਲ ਫਿਰ ਜਿਸ ਤਰ੍ਹਾਂ ਇੰਨਾ ਕਲੋਜ਼ਲੀ ਇੱਕ ਦੂਜੇ ਦੇ ਜਾਣਗੇ ਸਾਰਾ ਕਰਨਗੇ ਤਾਂ ਪ੍ਰੋਬਲਮ ਹੋਰ ਵੀ ਵਧਣ ਦੇ ਚਾਂਸ ਜ਼ਿਆਦਾ ਆ ਜੀ। ਬਾਕੀ ਜਸਟਿਨ ਟਰੂਡੋ ਨੇ ਕਿਹਾ ਆ ਕਿ ਜਿਹੜੇ ਸਰਵ ਜਿਨ੍ਹਾਂ ਨੇ ਅਪਲਾਈ ਕੀਤਾ ਆ, ਬਲਕਿ $2,000 ਜਿਹੜਾ ਆ ਉਹ 7 ਮਿਲੀਅਨ ਤੋਂ ਲੋਕ ਉਹ ਕ੍ਰਾਸ ਕਰ ਗਏ ਜੀ ਜਿਨ੍ਹਾਂ ਨੇ ਇਹ $2,000 ਲਿਆ ਆ ਜੀ। ਬਾਕੀ ਆਪਾਂ ਅੰਟੇਰੀਓ ਦੇ ਜੇ ਪਾਰਕ ਦੀ ਗੱਲ ਕੀਤੀ ਜਾਵੇ ਤਾਂ ਐਂਡ ਆਫ ਮਈ ਤੱਕ ਤਾਂ ਉਹਨਾਂ ਨੇ ਬੰਦ ਬਿਲਕੁਲ ਹੀ ਕਰੇ ਦਿੱਤੇ ਆ ਜੀ। ਬਾਕੀ ਜੇ ਟਰੰਪ ਦੀ ਗੱਲ ਕੀਤੀ ਜਾਵੇ ਤਾਂ ਵਾਈਟ ਹਾਊਸ ਦੇ ਵਿੱਚ ਪ੍ਰੈਸ ਕਾਨਫਰੰਸ ਉਹਨਾਂ ਨੇ ਕਿਹਾ ਆ ਨੋਟ ਵਰਥ, ਇਹ ਜਿਹੜਾ ਆਪਾਂ ਬਰੀਫਿੰਗ ਵਗੈਰਾ ਕਰਦੇ ਹਾਂ ਵੇਸਟ ਆਫ ਟਾਈਮ ਐਂਡ ਵੇਸਟ ਆਫ ਐਫਰਟ ਹੈ। ਤੇ ਇਸੇ ਤਰ੍ਹਾਂ ਇੱਕ ਖਬਰ ਆ ਰਹੀ ਸੀ ਕੱਲ, ਜਿਵੇਂ ਵਾਈਟ ਹਾਊਸ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਟਰੰਪ ਨੇ ਨਿਊਜ਼ ਕਾਨਫਰੰਸ ਕਰਨੀ ਆ, ਜਦੋਂ ਟਾਈਮ ਲਾਗੇ ਆਇਆ ਤਾਂ 5 ਵਜੇ ਦਾ ਟਾਈਮ ਸੀਗਾ, ਉੱਥੋਂ ਜਾਣੀ ਕਿ ਇਹ ਜਿਹੜੀ ਆ ਉਹਨਾਂ ਨੇ ਫੇਰ ਦੁਬਾਰਾ ਕੈਂਸਲ ਕਰਤੀ। ਉਹਦਾ ਕਾਰਨ ਕੀ ਆ ਕੈਂਸਲ ਜਲਦੀ ਹੋਣ ਦਾ? ਕਾਰਨ ਇਹੀ ਆ ਜੀ, ਉਹ ਕਰਨਾ ਵੀ ਚਾਹੁੰਦੇ ਨਹੀਂ ਵੀ ਕਰਨਾ ਚਾਹੁੰਦੇ। ਕਰਨਾ ਜੇ ਚਾਹੁੰਦੇ ਆ ਤੇ ਉਹ ਜਿਹੜੇ ਲੋਕਾਂ ਦੇ ਸਵਾਲ ਆ ਜਾਂ ਜਿਹੜੇ ਰਿਪੋਰਟਰ ਦੇ ਸਵਾਲ ਆ ਉਹ ਡੋਨਲਡ ਟਰੰਪ ਦੇ ਕੋਲ ਹੈ ਨਹੀਂ ਗੇ, ਜਾਂ ਉਹ ਦੇਣਾ ਨਹੀਂ ਚਾਹੁੰਦਾ ਜੀ ਉਹ। ਇਸੇ ਕਰਕੇ ਜੇ ਤਾਂ ਉਹ ਆਪ ਗੱਲ ਕਰਦਾ ਹੈ ਤੇ ਜੇ ਕੋਈ ਸਵਾਲ ਪੁੱਛਿਆ ਜਾਂਦਾ ਤੇ ਅੱਗੇ ਉਹ ਕਹਿੰਦਾ ਆਈ ਐਮ ਨਾਟ ਅ ਡਾਕਟਰ। ਤੇ ਜੇ ਡਾਕਟਰ ਤੋਂ ਪੁੱਛਿਆ ਜਾਂਦਾ, ਡਾਕਟਰ ਜੋ ਸਲਾਹ ਦਿੰਦੇ ਆ ਵੀ ਇਸ ਤਰ੍ਹਾਂ ਕਰਨਾ ਚਾਹੀਦਾ ਆ, ਪਰ ਉਹ ਉਹਨਾਂ ਨੂੰ ਉਹ ਯਕੀਨ ਨਹੀਂ ਕਰਦਾ, ਉਹ ਕਹਿੰਦਾ ਵੀ ਨਹੀਂ ਮੈਂ ਤੁਹਾਡੇ ਨਾਲ ਐਗਰੀ ਨਹੀਂ ਗਾ। ਇਸੇ ਤਰ੍ਹਾਂ ਆਪਾਂ ਡਾਕਟਰ ਫੌਚੀ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਉਹ ਦੇਖੋ ਇਸ ਤਰ੍ਹਾਂ ਹੁਣ ਦੇਖ ਲਓ ਜਿਹੜੀਆਂ ਪਿੱਛੇ ਜੇ ਗੱਲ ਝਾਤ ਮਾਰੀ ਜਾਵੇ ਜਿਹੜੇ 7 ਬਰੀਫਿੰਗ ਦੇ ਵਿੱਚ ਆ ਉਹ ਨਹੀਂ ਆਇਆ, ਜਦੋਂ ਫਿਰ ਲੋਕਾਂ ਨੇ ਕਿਹਾ ਕਿ ਤੁਸੀਂ ਉਹਨੂੰ ਜੌਬ ਤੋਂ ਪਾਸੇ ਕਰ ਦਿੱਤਾ। ਉਹਨਾਂ ਦਾ ਕਹਿਣਾ ਇਹੀ ਆ ਕਿ ਉਹ ਆਪਣੇ ਰੁਝੇਵਿਆਂ ਦੇ ਵਿੱਚ ਕਰਕੇ ਉਹ ਨਾਲ ਨਹੀਂ ਆ ਰਿਹਾ ਸੀ। ਚੰਦੀ ਸਾਹਿਬ ਤੁਸੀਂ ਇਹ ਦੇਖੋ ਡਾਕਟਰ ਫੌਚੀ
80 ਸਾਲ ਦੀ ਉਮਰ ਆ ਤੇ ਅਜੇ ਵੀ ਕਿੰਨਾ ਵਧੀਆ ਕੰਮ ਕਰ ਰਿਹਾ ਉਹ ਜੀ। ਦੂਸਰਾ ਜੇ ਝਾਤ ਮਾਰੀਏ ਤਾਂ ਪਿਛਲੀਆਂ 4 ਸਰਕਾਰਾਂ ਦੇ ਨਾਲ ਉਹ ਕੰਮ ਬੰਦਾ ਕਰ ਰਿਹਾ ਜੀ। ਦੇਖ ਲਓ, ਡੈਮੋਕ੍ਰੇਟਸ ਵੀ ਆਏ, ਰਿਪਬਲਿਕ ਵੀ ਆਏ, ਦੋਨੇ ਸਰਕਾਰਾਂ ਇਹਨੂੰ ਲਾਈਕ ਕਰਦੀਆਂ ਤੇ ਅੱਜ ਬੰਦੇ ਨੂੰ ਦੇਖ ਲਓ 80 ਸਾਲ ਦੀ ਉਮਰ ਆ ਤੇ ਉਹਨੂੰ ਚੱਕ ਕੇ ਪਾਸੇ ਕੀਤਾ ਜੀ ਚੰਦੀ ਸਾਹਿਬ ਇਹ। ਜੀ ਜੀ। ਤੇ ਇਸੇ ਤਰ੍ਹਾਂ ਆਪਾਂ ਜੇ ਟੈਕਸਸ ਦੇ ਵਿੱਚੋਂ ਗੱਲ ਕੀਤੀ ਜਾਵੇ ਤਾਂ ਚੰਦੀ ਸਾਹਿਬ 36 ਸਾਲ ਦਾ ਇੱਕ ਬੰਦਾ ਸੀ, ਉਹਨੇ ਡੋਨਲਡ ਟਰੰਪ ਨੂੰ ਥ੍ਰੈਟ ਕੀਤਾ ਸੀ ਕਿ ਤੈਨੂੰ ਜਾਨੋਂ ਮਾਰ ਦੇਣਾ ਜੀ, ਤੇ ਉਹਨੂੰ ਹੁਣ 18 ਮਹੀਨਿਆਂ ਦੀ ਜੇਲ੍ਹ ਹੋਈ ਹੈ ਜੀ। ਜੀ। ਤੇ ਨਿਊਯਾਰਕ ਦੇ ਮੇਅਰ ਜਿਹੜਾ ਐਂਡਰੂ ਕੁਮੋ ਆ, ਤੇ ਉਹਨੇ ਕਿਹਾ ਆ ਕਿ ਜਿਹੜਾ ਸਾਡਾ ਡੈਥ ਜਿਹੜੀ ਸੀਗੀ 1000 800 900 ਇੱਥੇ ਹੁੰਦੀ ਸੀਗੀ, ਇਹ ਡੈਥ ਹੁਣ ਘਟ ਗਿਆ, ਬਿਲੋ 400 ਹੋ ਗਿਆ। ਇਹ ਮਹੀਨੇ ਦੇ ਵਿੱਚ ਪਹਿਲੀ ਇਸ ਤਰ੍ਹਾਂ ਹੋਇਆ ਜੀ। ਜੀ। ਬਾਕੀ ਆਪਣੀ CDC ਦੀਆਂ ਨਵੀਆਂ ਗਾਈਡਲਾਈਨਸ ਹੈਗੀਆਂ ਜੀ, CDC ਸੈਂਟਰਸ ਫਾਰ ਡਿਜ਼ੀਜ਼ ਆਫ ਕੰਟਰੋਲ ਚੰਦੀ ਸਾਹਿਬ, ਉਹਨਾਂ ਨੇ ਕਿਹਾ ਆ ਜਿਹੜੇ ਕਰੋਨਾ ਵਾਇਰਸ ਦੇ ਪਹਿਲਾਂ ਜਿਹੜੇ ਸਿੰਪਟਮ ਸੀਗੇ ਆਮ ਲੋਕਾਂ ਤੋਂ ਉਹਨਾਂ ਬਾਰੇ ਪਤਾ ਆ, ਤਾਂ ਉਹਨਾਂ ਨੇ ਅਨਾਉਂਸ ਕੀਤਾ ਆ ਕਿ ਇੱਕ 6 ਨਵੇਂ ਜਿਹੜੇ ਸਿੰਪਟਮਸ ਆਏ ਆ ਜੀ ਇਹ ਕਰੋਨਾ ਵਾਇਰਸ। ਉਹ ਮੈਂ ਬੋਲ ਦਿੰਦਾ ਵੀ ਆਪਣੇ ਸਰੋਤੇ ਧਿਆਨ ਨਾਲ ਸੁਣ ਲੈਣ। ਇੱਕ ਤਾਂ ਜੇ ਕਹਿੰਦੇ ਕਿਸੇ ਨੂੰ ਠੰਡ ਲੱਗਦੀ ਆ ਜੀ, ਤੇ ਇੱਕ ਉਹ ਆ ਜੀ, ਇੱਕ ਉਹਨਾਂ ਨੇ ਕਿਹਾ ਸ਼ੇਕਿੰਗ ਚਿਲਸ, ਜੇ ਮਤਲਬ ਕੰਬਣੀ ਜੇ ਛਿੜਦੀ ਆ ਠੰਡ ਲੱਗ ਕੇ ਉਹ, ਮਸਲ ਪੇਨ, ਜੇ ਕਿਸੇ ਦਾ ਹੈਡੇਕ ਆ, ਸੋਰ ਥਰੋਟ, ਗਲ ਸੁੱਜਾ ਆ, ਤੇ ਲਾਸ ਆਫ ਟੇਸਟ, ਜਦੋਂ ਮਤਲਬ ਕਿ ਆਪਣਾ ਸਵਾਦ ਜਿਹੜਾ ਆਪਣੀ ਜੀਭ ਦਾ ਚਲੇ ਜਾਂਦਾ ਉਹ, ਜਾਂ ਸਮੈਲ ਆਪਾਂ ਨੂੰ ਨਹੀਂ ਆਉਂਦੀ ਜੀ, ਇਹ ਵੀ ਕਾਰਨ ਹੋ ਸਕਦੇ ਆ ਕਰੋਨਾ ਵਾਇਰਸ ਦੇ ਜੀ। ਬਾਕੀ ਜੋ ਬਾਈਡਨ ਨੇ ਕਿਹਾ ਆ ਕਿ ਮਿਸ਼ੈਲ ਓਬਾਮਾ ਨੂੰ ਮੈਂ ਵਾਈਸ ਪ੍ਰੈਜ਼ੀਡੈਂਟ ਪਿਕ ਕਰ ਲਿਆ ਜੀ, ਉਹਦਾ ਬੜੀਆਂ ਤਾਰੀਫਾਂ ਕੀਤੀਆਂ। ਸ਼ੀ ਇਜ਼ ਬ੍ਰਿਲੀਅੰਟ, ਸ਼ੀ ਨੋਜ਼ ਦੀ ਵੇਜ਼ ਅਰਾਊਂਡ, ਸ਼ੀ ਰੀਅਲੀ ਫਾਈਨ ਵੂਮਨ। ਤੇ ਜੋ ਬਾਈਡਨ ਦਾ ਇਹ ਵੀ ਕਹਿਣਾ ਹੈ ਕਿ ਮਿਸ਼ੈਲ ਓਬਾਮਾ ਨੂੰ ਮੈਂ ਅਜੇ ਪੁੱਛਿਆ ਨਹੀਂ, ਪਰ ਮੈਂ ਉਹਨੂੰ ਆਫਰ ਕੀਤਾ ਹੈ, ਮੇਰਾ ਕਹਿਣਾ ਆ ਕਿ ਇਹੀ ਮੇਰੀ ਸੋਚ ਆ ਕਿ ਉਹ ਮੇਰੀ ਆਫਰ ਨੂੰ ਜ਼ਰੂਰ ਐਕਸੈਪਟ ਕਰਨੀ ਆ। ਬਾਕੀ ਚਾਈਨਾ ਵੁਹਾਨ ਤੋਂ ਖਬਰ ਆਉਂਦੀ ਆ ਕਿ ਕੋਈ ਹੋਰ ਨਵਾਂ ਕੇਸ ਉੱਥੇ ਨਹੀਂ ਆਇਆ, ਕੋਈ ਵੀ ਬੰਦਾ ਉਹਨਾਂ ਦਾ ਹੁਣ ਪੀੜਤ ਹਸਪੀਟਲ ਦੇ ਵਿੱਚ ਨਹੀਂ ਗਿਆ ਜੀ। ਤੇ ਬਾਕੀ ਇੱਕ ਮੇਰੇ ਦਿਮਾਗ ਵਿੱਚ ਹੋਰ ਗੱਲ ਆਉਂਦੀ ਹੈ ਕਿ ਜਿਵੇਂ ਮੇਰੇ ਹਿਸਾਬ ਦੇ ਨਾਲ ਤਾਂ ਆਈ ਡੋਨਟ ਨੋ, ਬਾਕੀ ਲੋਕਾਂ ਦੀ ਆਪਣੀ ਸੋਚ ਹੈ ਜੀ, ਜਸਟਿਨ ਟਰੂਡੋ ਜਿਸ ਤਰ੍ਹਾਂ ਹੁਣ ਦੇਖਿਆ ਜਾਂਦਾ ਕਿ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਕੰਮ ਕਰ ਰਿਹਾ, ਤੇ ਬਹੁਤ ਸਾਰੇ ਲੋਕ ਚੰਦੀ ਸਾਹਿਬ ਉਹਨੂੰ ਕ੍ਰਿਟੀਸਾਈਜ਼ ਵੀ ਕਰ ਰਹੇ ਆ। ਇਹ ਕਰ ਰਹੇ ਆ ਕਿ ਇਹਨਾਂ ਨੂੰ ਪੈਸੇ ਨਹੀਂ ਦੇਣੇ ਚਾਹੀਦੇ। ਜੇ ਚੰਦੀ ਸਾਹਿਬ ਉਹ ਪੈਸੇ ਨਹੀਂ ਦਿੰਦੇ, ਲੋਕਾਂ ਨੇ ਤਾਂ ਕਹਿਣਾ ਸੀਗਾ ਕਿ ਸਰਕਾਰਾਂ ਸਾਡੀਆਂ ਹੈਲਪ ਨਹੀਂ ਕਰਦੀਆਂ। ਹੁਣ ਜੇ ਦਿੰਦੇ ਆ ਤਾਂ ਫੇਰ ਉਹ ਕਹਿੰਦੇ ਆ ਕਿਉਂ ਦਿੱਤੇ ਆ। ਹੁਣ ਜਿਹੜੇ ਕਿਉਂਕਿ ਇਸ ਤਰ੍ਹਾਂ ਦਾ ਤਾਂ ਕੋਈ ਥਰਮਾਮੀਟਰ ਚੰਦੀ ਸਾਹਿਬ ਨਹੀਂ ਲਾਇਆ ਜਾ ਸਕਦਾ ਨਾ ਵੀ ਕੋਈ ਗਲਤ ਬੰਦਾ ਪੈਸੇ ਲੈਂਦਾ। ਇਹ ਤਾਂ ਲੋਕਾਂ ਨੂੰ ਆਪਣੇ ਆਪ ਸੋਚਣਾ ਚਾਹੀਦਾ ਜੀ, ਸਹੀ ਗਲਤ ਪੈਸੇ ਲੈਂਦੇ ਆ ਕਿ ਨਹੀਂ। ਮੈਂ ਤਾਂ ਇਹੀ ਕਹੂੰਗਾ ਜੀ, ਦਾਤੀ ਨੂੰ ਜਿਹੜੇ ਰੰਦੇ ਇੱਕ ਬੰਦੇ ਹੁੰਦੇ, ਦੁਨੀਆ ਨੂੰ ਦੋਨੇ ਪਾਸੇ ਹੁੰਦੇ। ਜੇ ਇੱਧਰ ਨਹੀਂ ਚੱਲਿਆ ਤਾਂ ਬੰਦਾ ਦੂਜੇ ਬੰਨੇ ਚੱਲ ਜਾਣਾ ਜੀ ਉਹ, ਹਨਾ। ਜੀ ਜੀ ਬਿਲਕੁਲ। ਤੇ ਬਾਕੀ ਹੋ ਰਿਹਾ ਜੀ, ਆਪਣੇ ਜਸਟਿਨ ਟਰੂਡੋ ਦੀ ਮਦਰ ਇੱਥੇ ਮੌਂਟਰੀਅਲ ਹੀ ਸੀਗੇ, ਜਿਸ ਬਿਲਡਿੰਗ 'ਚ ਰਹਿੰਦੇ ਸੀ ਉੱਥੇ ਅੱਗ ਲੱਗ ਗਈ ਸੀਗੀ, ਤੇ ਉਸਨੂੰ ਹੁਣ ਹਸਪੀਟਲ ਲੈ ਗਏ ਆ। ਤਾਂ ਉਹਨਾਂ ਦਾ ਕਹਿਣਾ ਹੈ ਕਿ ਥੋੜਾ ਜਿਹਾ ਉਹਨਾਂ ਨੂੰ ਛੇਕ ਲੱਗਾ ਸੀ, ਅੱਗੇ ਤਾਂ ਕੋਈ ਹੁਣ ਖਬਰ ਆਈ ਨਹੀਂ। ਜਿਸ ਤਰ੍ਹਾਂ ਵੀ ਕੋਈ ਖਬਰ ਆਈ ਤਾਂ ਆਪਾਂ ਜ਼ਰੂਰ ਸਾਂਝੀ ਕਰਾਂਗੇ। ਤੇ ਦੂਸਰਾ ਚੰਦੀ ਸਾਹਿਬ, ਜੇ ਆਪਾਂ ਦੇਖਿਆ ਜਾਵੇ ਅੰਟੇਰੀਓ ਦੇ ਵਿੱਚ ਜਿਹੜੇ ਕੇਸ ਆ, ਹੁਣ 14,856 ਟੋਟਲ ਕੇਸ ਹੋ ਗਏ ਆ, ਤੇ 892 ਲੋਕਾਂ ਦੀ ਮੌਤ ਹੋਈ ਆ। ਜੇ ਕਬੈਕ ਦੇ ਵਿੱਚ ਇਹ ਨੰਬਰ ਵੱਧ ਕੇ ਕਲੋਜ਼ ਟੂ 25,000 ਹੋ ਗਿਆ, 1599 ਲੋਕਾਂ ਦੀ ਉੱਥੇ ਮੌਤ ਹੋਈ ਆ। BC ਦੇ ਵਿੱਚ 2000 ਦੇ ਕਰੀਬ ਇਹ ਪਹੁੰਚ ਕੇ 103 ਲੋਕਾਂ ਦੀ ਮੌਤ ਹੋਈ ਆ। ਇਸੇ ਤਰ੍ਹਾਂ ਅਲਬਰਟਾ ਦੇ ਵਿੱਚ 75 ਲੋਕਾਂ ਦੀ ਵੀ ਮੌਤ ਹੋਈ ਆ। ਚੰਦੀ ਸਾਹਿਬ, ਮੈਂ ਥੋੜਾ ਜਿਹਾ ਆਪਣੇ ਸਰੋਤਿਆਂ ਦਾ ਧਿਆਨ ਦਿਵਾਉਣਾ ਚਾਹੁੰਦਾ, ਜਿੱਦਾਂ ਹੁਣ ਸਸਕੈਚਵਨ ਦੀ ਗੱਲ ਕੀਤੀ ਹੈ ਕਿ 4 ਮਈ ਨੂੰ ਉਹ ਖੁੱਲ ਰਿਹਾ ਜੀ। ਜੇ ਮੈਂ ਸਸਕੈਚਵਨ ਦੀ ਗੱਲ ਕਰਾਂ ਕਿ ਟੋਟਲ ਕੇਸ ਜਿਹੜੇ ਉੱਥੇ 365 ਹੋਏ ਆ, ਜਿਹੜੀ 365 ਦੇ ਵਿੱਚੋਂ ਜਿਹੜੀ ਰਿਕਵਰੀ ਹੋਈ ਆ 288 ਲੋਕਾਂ ਦੀ ਹੋਈ ਆ। ਇਹ ਰਾਫਲੀ 70-75 ਕੇਸ ਹੀ ਰਹਿੰਦੇ ਆ, ਤੇ ਉੱਥੇ ਮੌਤ ਕਿੰਨਿਆਂ ਦੀ ਹੋਈ ਆ? ਸਿਰਫ 5 ਬੰਦਿਆਂ ਦੀ। ਤੇ ਜਦੋਂ ਆਪਾਂ ਕੰਪੇਅਰ ਕਰਦੇ ਹਾਂ, ਜੇ ਕਵੈਕ ਨੂੰ ਕਰਦੇ ਹਾਂ, ਜੇ ਅੰਟੇਰੀਓ, ਐਪਲ ਦੇ ਨਾਲ ਐਪਲ ਨੂੰ ਹੀ ਕੰਪੇਅਰ ਕਰਨਾ ਚਾਹੀਦਾ ਜੀ। ਤੁਸੀਂ ਹੁਣ ਦੇਖੋ ਕਿ ਜੇ ਹੁਣ ਸਸਕੈਚਵਨ ਦੀ ਗੱਲ ਹੋ ਰਹੀ ਆ, ਉੱਥੇ 5 ਮੌਤਾਂ ਹੋਈਆਂ। ਤੁਸੀਂ ਹੁਣ ਜੇ ਕਵੈਕ ਦੀ ਗੱਲ ਕਰਦੇ ਖੋਲਣਾ ਜੀ, ਉਹਨੂੰ ਉੱਥੇ 1600 ਮੌਤ ਹੋਈ ਹੈ ਜੀ, ਹਨਾ। ਇਹ ਹੁਣ ਦੇਖਣਾ ਪੈਣਾ। ਇਸੇ ਤਰ੍ਹਾਂ ਜੇ ਹੁਣ ਕੱਲ ਨੂੰ ਮੈਨੀਟੋਬਾ ਵੀ ਖੁੱਲਦਾ, ਉੱਥੇ ਕਿੰਨੀਆਂ ਮੌਤਾਂ ਹੋਈਆਂ ਜੀ? 6। ਨਿਊਫਾਊਂਡਲੈਂਡ ਦੇ ਵਿੱਚ ਕਿੰਨੀਆਂ ਮੌਤਾਂ ਹੋਈਆਂ? 3 ਹੋਈਆਂ। ਜੇ ਨਿਊ ਬ੍ਰਾਂਸਵਿਕ ਦੀ ਗੱਲ ਕਰਾਂ, ਉੱਥੇ ਦੇ ਟੋਟਲ 118 ਕੇਸ ਹੋਏ ਆ। ਸਹੀ ਕਿੰਨੇ ਹੋ ਗਏ? 112। ਉਹਨੂੰ ਵੀ ਅਸੀਂ ਅੰਟੇਰੀਓ ਨਾਲ ਮਿਲਾਵਾਂਗੇ। ਜੇ ਆਪਾਂ ਨਾਰਥ ਵੈਸਟ ਟੈਰਾਟੋਰੀਜ਼ ਦੀ ਗੱਲ ਕੀਤੀ ਜਾਵੇ, ਉੱਥੇ ਹੁਣ ਨਾਰਥ ਵੈਸਟ ਟੈਰਾਟੋਰੀ ਦੇ ਵਿੱਚ 5 ਕੇਸ ਆਏ ਸੀ, 5 ਦੇ 5 ਰਿਕਵਰ ਹੋ ਗਏ ਜੀ। ਜੇ ਨੂਨਾਵੱਟ ਦੀ ਕਰਾਂ, ਅਜੇ ਤੱਕ ਤਾਂ ਕੋਈ ਕੇਸ ਵੀ ਨਹੀਂ ਆਇਆ ਜੀ ਉਹ, ਹਨਾ। ਇਸ ਕਰਕੇ ਦੇਖਣਾ ਚਾਹੀਦਾ ਵੀ ਜਿਹੜੀਆਂ ਵੱਖਰੀਆਂ ਪ੍ਰੋਵਿੰਸ ਆ, ਉੱਥੇ ਦੀ ਸਿਚੁਏਸ਼ਨ ਕੀ ਆ, ਉਸ ਦੇ ਹਿਸਾਬ ਦੇ ਨਾਲ ਹੀ ਗੱਲ ਕਰਨੀ ਚਾਹੀਦੀ ਹੈ ਜੀ।
ਬਾਕੀ ਚੰਦੀ ਸਾਹਿਬ ਜੇ ਮੈਂ ਨਿਊਯਾਰਕ ਦੀ ਗੱਲ ਕਰਾਂ ਤੇ ਉੱਥੇ ਇਕੱਲੇ ਨਿਊਯਾਰਕ ਦੇ ਵਿੱਚ ਅੰਕੜਾ ਜਿਹੜਾ ਆਲਮੋਸਟ 3 ਲੱਖ ਦੇ ਕਰੀਬ ਪਹੁੰਚਣ ਵਾਲਾ ਹੀ ਆ ਜੀ। 2,98,000 ਹੋ ਗਿਆ ਤੇ 22,623 ਲੋਕਾਂ ਦੀ ਉੱਥੇ ਮੌਤ ਹੋਈ ਆ। ਜੇ ਨਿਊ ਜਰਸੀ ਦੀ ਗੱਲ ਕਰਾਂ ਤੇ 1,11,000 ਤੋਂ ਵੱਧ ਉੱਥੇ ਹੋ ਗਿਆ, 6,000 ਨੂੰ ਉੱਥੇ ਮੌਤਾਂ ਕ੍ਰਾਸ ਕਰ ਗਈਆਂ। ਇਸੇ ਤਰ੍ਹਾਂ ਮਿਸ਼ੀਗਨ ਦੇ ਵਿੱਚ ਜਿਹੜੇ ਟੋਟਲ ਕੇਸ ਆ 38,000 ਨੂੰ ਕ੍ਰਾਸ ਤੇ 3400 ਤੋਂ ਉੱਪਰ ਉੱਥੇ ਮੌਤਾਂ ਹੋ ਗਈਆਂ। ਜੇ ਮੈਂ ਟੋਟਲ ਕੇਸ ਪੂਰੇ ਵਰਲਡ ਦੀ ਗੱਲ ਕਰਾਂ ਤਾਂ ਚੰਦੀ ਸਾਹਿਬ ਉੱਥੇ ਹੁਣ 3 ਮਿਲੀਅਨ ਤੇ 85,000 ਹੋ ਗਿਆ ਜੀ। ਉਹ ਜਿਹੜੀਆਂ ਡੈਥ ਹੋਈਆਂ ਹੁਣ ਟੋਟਲ 2,12,625, ਰਿਕਵਰੀ ਜਿਹੜੀ ਆ 9,19,000 ਦੀ ਉੱਤੇ ਹੋਈ ਆ। ਜੇ ਹੁਣ ਮੈਂ ਇਕੱਲੇ USA ਦੀ ਗੱਲ ਕੀਤੀ ਜਾਵੇ ਤਾਂ ਉੱਥੇ 1 ਮਿਲੀਅਨ ਨੂੰ ਕ੍ਰਾਸ ਕਰ ਗਿਆ ਜੀ ਟੋਟਲ ਕੇਸ ਜਿਹੜੇ ਆ, ਤੇ 56,803 ਲੋਕਾਂ ਦੀ ਉੱਤੇ ਮੌਤ ਹੋਈ ਆ। ਇਸੇ ਤਰ੍ਹਾਂ ਸਪੇਨ ਦਾ ਜਿਹੜਾ ਅੰਕੜਾ 2,32,000 ਆ ਤੇ 23,822 ਦੀ ਉੱਥੇ ਮੌਤ ਹੋਈ ਆ। ਇਸੇ ਤਰ੍ਹਾਂ ਜੇ ਮੌਤਾਂ ਦੀ ਇਟਲੀ ਤੇ ਯੂਕੇ ਦੀ ਗੱਲ ਕਰਾਂ ਤੇ ਇਟਲੀ ਦੇ ਵਿੱਚ ਮੌਤਾਂ ਦੀ ਗਿਣਤੀ 26,977, ਇਸੇ ਤਰ੍ਹਾਂ ਯੂਕੇ ਦੇ ਵਿੱਚ 21,092 ਲੋਕ ਉੱਥੇ ਮਰ ਚੁੱਕੇ ਆ। ਜੇ ਚੰਦੀ ਸਾਹਿਬ ਮੈਂ ਹੁਣ ਆਪਾਂ ਕੈਨੇਡਾ ਦੀ ਗੱਲ ਕਰਿਆ, ਕੈਨੇਡਾ ਦਾ ਵੀ ਅੰਕੜਾ ਜਿਹੜਾ 50,000 ਦੇ ਲਾਗੇ ਛਾਗੇ ਆ ਗਿਆ ਜੀ। 49,616 ਜਿਹੜੇ ਇੱਥੇ ਰਿਕਵਰ ਲੋਕ ਹੋਏ ਆ 18,268, ਜੇ 2,820 ਇੱਥੇ ਮੌਤਾਂ ਹੋਈਆਂ ਆ। ਜੇ ਮੈਂ ਇੰਡੀਆ ਦੀ ਗੱਲ ਕਰਾਂ ਤੇ 29,850 ਤੇ 941 ਲੋਕਾਂ ਦੀ ਚੰਦੀ ਸਾਹਿਬ ਉੱਥੇ ਮੌਤ ਹੋਈ ਹੈ ਜੀ। ਬਿਲਕੁਲ ਜੀ, ਮੌਤਾਂ ਦਾ ਅੰਕੜਾ ਤਾਂ ਅੱਗੇ ਨਾਲੋਂ ਘਟਿਆ, ਕੇਸਾਂ ਦਾ ਵੀ ਘਟਿਆ, ਟੈਸਟ ਜ਼ਿਆਦਾ ਹੋ ਰਹੇ ਆ, ਪਰ ਧਨਵਾਦ ਸਾਹਿਬ ਜਿਹੜੀ ਸੋਸ਼ਲ ਡਿਸਟੈਂਸ ਰੱਖਿਆ ਹੈ ਉਹਦੇ ਨਾਲ ਵੀ ਕਾਫੀ ਜ਼ਿਆਦਾ ਫਰਕ ਹੈ। ਲੋਕ ਘਰਾਂ ਦੇ ਵਿੱਚ ਬੈਠੇ, ਜੇ ਆਮ ਵਾਂਗੂ ਖੁੱਲ ਗਿਆ ਤੇ ਉਹਦੇ ਨਤੀਜੇ ਕਿੱਦਾਂ ਦੇ ਨਿਕਲਣਗੇ? ਚੰਦੀ ਸਾਹਿਬ ਉਹ ਹੁਣ ਤੁਸੀਂ ਦੇਖ ਲਓ, ਜੇ ਹੁਣ ਲੋਕ ਕਿੰਨੇ ਲੋਕ ਘਰਾਂ ਦੇ ਵਿੱਚ ਬੈਠੇ ਆ। ਜੇ ਮੈਂ ਹੁਣ ਆਪਾਂ ਇੰਟੀਰੀਓ ਦੇ ਵਿੱਚ ਰਹਿੰਦੇ ਆ, ਮੈਂ ਇੰਟੀਰੀਓ ਦੀ ਗੱਲ ਕਰਦਾ, ਇਹ ਜੇ ਕੱਲ ਨੂੰ ਚਲੋ ਠੀਕ ਆ, ਅਜੇ ਤਾਂ ਆਪਣੇ ਡਾਕ ਫੂਡ ਦੀਆਂ ਗੱਲਾਂ ਤੋਂ ਲੱਗਦਾ ਕਿ ਉਹ ਨਹੀਂ ਖੋਲਣਗੇ। ਇਸ ਤਰ੍ਹਾਂ ਉਹ 6 ਮਈ ਤੱਕ ਤਾਂ ਵੈਸੇ ਸਾਰਾ ਕੁਝ ਉਹਨਾਂ ਨੇ ਕਲੋਜ਼ ਕੀਤਾ ਹੈ। 6 ਮਈ ਤੋਂ ਬਾਅਦ ਉਹਨਾਂ ਨੇ 2-2 ਵੀਕ ਕਰਕੇ, ਜਿਵੇਂ ਆਪਾਂ ਕਹਿੰਦੇ ਸਵੀਟ ਕੈਂਡੀ ਹੈ ਨਾ, ਤੇ ਉਹ ਉਹਨਾਂ ਨੇ ਦੇ ਕੇ ਮਹੀਨਾ ਕੁ ਤਾਂ ਉਹਨਾਂ ਨੇ ਪਾਰ ਕਰ ਦੇਣਾ ਮੇਰੇ ਹਿਸਾਬ ਦੇ ਨਾਲ ਲੱਗਦਾ। ਬਾਕੀ ਅੱਗੇ ਪਤਾ ਨਹੀਂ ਉਹਨਾਂ ਦਾ ਕੀ ਆ। ਪਰ ਬਾਕੀ ਜਿਹੜੇ ਡਾਕਟਰ ਵਿਲੀਅਮ ਦੀ ਆਪਾਂ ਗੱਲ ਕਰਕੇ ਹਟੇ ਆ ਵੀ 200 ਕੇਸ ਆ, ਜਿੰਨਾ ਚਿਰ 200 ਕੇਸ ਨਹੀਂ ਹੁੰਦਾ ਨਾ ਚੰਦੀ ਸਾਹਿਬ, ਉਹਨਾਂ ਚਿਰ ਉਹਨਾਂ ਨੇ ਨਹੀਂ ਖੋਲਣਾ। ਮੰਨ ਲਓ ਕਿ ਅੱਜ ਚਲੋ 6 ਮਈ ਨੂੰ ਵੀ ਪਾਸੇ ਚੰਦੀ ਸਾਹਿਬ ਰੱਖ ਲਓ ਕਿ ਅੱਜ ਆਪਣੇ ਡਾਕ ਫੂਡ ਉਹ ਖੋਲ ਦਿੰਦੇ ਆ ਜੀ, ਤੇ ਕੱਲ ਨੂੰ ਜਦੋਂ ਸੋਸ਼ਲ ਡਿਸਟੈਂਸ, ਜਦੋਂ ਚੰਦੀ ਸਾਹਿਬ ਲੋਕਾਂ ਨੇ ਆਉਣਾ ਜਾਣਾ, ਸਟੋਰ ਸਾਰਾ ਕੁਝ ਹੋਣਾ, ਸੋਸ਼ਲ ਡਿਸਟੈਂਸ ਦਾ ਉੱਥੇ ਰਹਿਣਾ ਵੀ ਨਹੀਂ ਗਾ। ਚਲੋ ਅਪੀਲ ਤਾਂ ਉਹ ਜ਼ਰੂਰ ਕਰਨਗੇ, ਇਹਦਾ ਧਿਆਨ ਰੱਖਿਆ ਜਾਵੇ, ਪਰ ਜੇ ਉਹਦੇ ਵਿੱਚ ਜੇ ਤਾਂ ਡਾਕ ਫੂਡ ਲੱਕੀ ਹੋਇਆ, ਕੋਈ ਕੇਸ ਨਹੀਂ ਆਇਆ, ਦੈਟਸ ਫਾਈਨ, ਫਿਰ ਕਿਸੇ ਨੇ ਕੋਈ ਗੱਲ ਨਹੀਂ ਕਰਨੀ। ਜੇ ਮੰਨ ਲਓ ਕਿ ਕੇਸ ਵੱਧ ਜਾਂਦੇ ਆ, ਫਿਰ ਹਰ ਇੱਕ ਨੇ ਕ੍ਰਿਟੀਸਾਈਜ਼ ਡਾਕ ਫੂਡ ਨੂੰ ਕਰਨਾ। ਬਿਲਕੁਲ, ਇਸ ਕਰਕੇ ਉਹ ਜਿਹੜਾ ਵੀ ਕੰਮ ਕਰ ਰਹੇ ਆ ਆਪਣਾ ਬੜਾ ਧਿਆਨ ਦੇ ਨਾਲ ਕਰ ਰਹੇ ਆ। ਉਹਨਾਂ ਦੀ ਕਾਫੀ ਵੱਡੀ ਟੀਮ ਹੈ, ਜਿਵੇਂ ਜਸਟਿਨ ਟਰੂਡੋ ਦੀ ਟੀਮ ਆ, ਉਹ ਚਾਹੁੰਦੇ ਆ ਕਿ ਕੋਈ ਜਿਹੜਾ ਕੰਮ ਆ ਉਹ ਗਲਤ ਨਾ ਹੋਇਆ ਜਾਵੇ। ਮੇਰੇ ਹਿਸਾਬ ਦੇ ਨਾਲ ਤਾਂ ਜੀ ਇਹ ਠੀਕ ਆ। ਲੋਕਾਂ ਦੇ ਕੋਲ ਇੱਕ ਖੁਸ਼ੀ ਆ, ਲੋਕਾਂ ਨੂੰ ਉਹਨਾਂ ਦਾ ਮੇਨ ਮਕਸਦ ਚੰਦੀ ਸਾਹਿਬ ਇਹੀ ਆ, ਲੋਕੀ ਘਰਾਂ ਦੇ ਵਿੱਚ ਬੈਠੇ ਆ, ਘਰ ਦੇ ਵਿੱਚ ਬਹਿਣਾ ਵੀ ਇੰਨਾ ਈਜ਼ੀ ਨੀਗਾ, ਬੜਾ ਔਖਾ ਆ, ਪਰ ਉਹਨਾਂ ਨੂੰ ਖੁਸ਼ ਕਿੱਦਾਂ ਕਰਨਾ ਜੀ, ਇਹ ਸਿਰਫ ਅਜੇ ਖੁਸ਼ੀ ਉਹਨਾਂ ਨੂੰ ਦਿੱਤੀ ਹੈ। ਕਦੋਂ ਖੁੱਲਦਾ ਉਹ ਆਉਣ ਵਾਲਾ ਸਮਾਂ ਦੱਸੂਗਾ ਚੰਦੀ ਸਾਹਿਬ। ਹਾਂ, ਜਿਹੜਾ ਤੁਹਾਡਾ ਸਵਾਲ ਸੀਗਾ ਕਿ ਜੇ ਸੋਸ਼ਲ ਡਿਸਟੈਂਸ ਦਾ ਬਾਹਰ ਜੇ ਖੁੱਲਦਾ ਤਾਂ ਧਿਆਨ ਨਹੀਂ ਰੱਖਦੇ, ਹਾਂ ਸ਼ੋਰ ਹੈ ਕਿ ਕੇਸਾਂ ਦੀ ਗਿਣਤੀ ਜਿਹੜੀ ਹੈ, ਜੇ ਅੱਜ ਹੁਣ 424 ਆਏ ਆ ਤੇ ਇਹ ਵੱਧ ਕੇ 1000 ਤੋਂ ਉੱਤੇ ਵੀ ਜਾਣਗੇ ਚੰਦੀ ਸਾਹਿਬ। ਬਿਲਕੁਲ ਜੀ, ਧੰਨਵਾਦ ਜੀ। ਕੋਈ ਖਬਰ ਰਹਿੰਦੀ ਸਾਂਝੀ ਕਰਨ ਲਈ? ਨਹੀਂ ਜੀ, ਸਾਰਾ ਕੁਝ ਕਵਰ ਹੋ ਗਿਆ ਚੰਦੀ ਸਾਹਿਬ। ਧੰਨਵਾਦ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਇਹ ਸਨ ਆਪਣੇ ਨਾਲ ਹਰਜਿੰਦਰ ਸਿੰਘ ਧਰੋਆ ਹੁਣੀ। ਹੁਣ ਆਪਣੇ ਨਾਲ ਬਖਤੌਰ ਸਿੰਘ ਢਿੱਲੋਂ ਜੀ ਜੁੜਨਗੇ ਤੇ ਨਾਲ ਹੀ ਮੈਂ ਜਾਣਕਾਰੀ ਦੇ ਦਾਂ ਜੀ, ਫਸਟ ਜਾਂ ਸੈਕੰਡ ਮੌਰਗੇਜ ਲੈਣ ਵਾਸਤੇ ਤੁਸੀਂ ਕਿਰਨ ਕੌਰ ਪੱਡਾ ਨੂੰ ਕਾਲ ਕਰ ਸਕਦੇ ਹੋ 416-710-2020, 416-710-2020, ਤੇ ਨਾਲ ਹੀ ਸੋਮਲ ਵਾਚ ਕਲੌਕ ਐਂਡ ਪਾਰਟਸ। ਤੁਸੀਂ ਕਿਸੇ ਵੀ ਤਰ੍ਹਾਂ ਦੀ ਘੜੀ ਲੈਣੀ ਹੈ, ਠੀਕ ਕਰਾਉਣੀ ਹੈ, ਰਾਡੋ, ਰੋਲੈਕਸ, ਸਿਟੀਜ਼ਨ, ਸਿਕੋ 5, 905-790-2188, ਤੇ ਨਾਲ ਹੀ ਜੇ ਤੁਸੀਂ ਆਪਣੇ ਬੱਚਿਆਂ ਦਾ ਵਧੀਆ ਭਵਿੱਖ ਚਾਹੁੰਦੇ ਹੋ ਤਾਂ FBI ਹਾਈ ਸਕੂਲ 905-791-4600। ਸੋਫਾ ਸਟੂਡੀਓ ਤੋਂ ਸ਼ਗਨਦੀਪ ਹੋਣੀ ਹੈ ਜੀ। ਕਹਿੰਦੇ ਜੇ ਕਸਟਮ ਮੇਡ ਐਲ ਸ਼ੇਪ ਸੋਫਾ ਜਾਂ ਰਾਉਂਡ ਸੋਫਾ ਕਿਸੇ ਵੀ ਤਰ੍ਹਾਂ ਦਾ ਬਣਾਉਣਾ ਬੈਸਟ ਕੁਆਲਿਟੀ ਦੇ ਵਿੱਚ, ਤੁਸੀਂ ਅਪਾਇੰਟਮੈਂਟ ਬਣਾ ਕੇ ਆ ਸਕਦੇ। 905-799-8877। ਵਧੀਆ ਰੈਨੋਵੇਸ਼ਨ ਕਰਾਉਣੀ, ਵਾਸ਼ਰੂਮ ਬਣਾਉਣਾ, ਬੇਸਮੈਂਟ ਬਣਾਉਣੀ, ਬੇਸਮੈਂਟ ਲੀਗਲ ਕਰਾਉਣੀ ਤਾਂ ਹਰਦਿਆਲ ਸਿੰਘ ਝੀਤਾ ਦਾ ਨਾਂ ਯਾਦ ਰੱਖੋ। 647-409-99 15 ਤੇ ਕਾਲ ਕੀਤੀ ਜਾ ਸਕਦੀ ਹੈ। ਤੁਸੀਂ ਟਰੱਕ ਦਾ ਲਾਇਸੈਂਸ ਲੈਣਾ ਆ ਤੇ ਕਾਲ ਕਰ ਸਕਦੇ ਹੋ ਜੀ ਬੈਸਟ ਕੈਨੇਡੀਅਨ ਟਰੱਕ ਡਰਾਈਵਿੰਗ ਸਕੂਲ ਨੂੰ। ਭਾਈ ਕਰਨੈਲ ਸਿੰਘ ਉਹਨਾਂ ਨੂੰ ਇੱਕੋ ਸਮੇਂ 12 ਸਟੂਡੈਂਟਾਂ ਨੂੰ ਜਿਹੜਾ ਲੈਸਨ ਦਿੰਦੇ। 416-670-3173। ਤੇ ਨਾਲ ਹੀ ਜੇ ਬਹੁਤ ਵਧੀਆ ਤੁਸੀਂ ਇੰਟਰਨੈਟ ਸੇਵਾਵਾਂ ਲੈਣੀਆਂ ਚਾਹੁੰਦੇ ਹੋ
ਅਮਰੀਕਾ ਜਾਂ ਲੌਂਗ ਡਿਸਟੈਂਸ ਤੇ ਟਰੱਕ ਚਲਾਉਂਦੇ ਹੋ ਤਾਂ ਸੁਖਦੇਵ ਸਿੰਘ ਥਾਪਰ ਦਾ ਨਾਮ ਯਾਦ ਰੱਖੋ। ਕੈਨੇਡਾ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਤੁਸੀਂ ਇਹ ਸੇਵਾਵਾਂ ਲੈ ਸਕਦੇ ਹੋ। ਅਨਲਿਮਟਿਡ ਇੰਟਰਨੈਟ ਜਿਹੜਾ ਘਰ ਵਾਲਾ ਵੀ ਤੇ ਸੈੱਲ ਫੋਨ ਤੇ ਵੀ ਕਾਲ ਕਰ ਸਕਦੇ ਹੋ। 905 203 3636 905 203 3636 ਤੇ ਕਾਲ ਕਰ ਸਕਦੇ ਹੋ। ਆਪਾਂ ਕਰਦੇ ਹਾਂ ਸਵਾਗਤ ਢਿੱਲੋਂ ਸਾਹਿਬ ਦਾ। ਜੀ ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਧੰਨਵਾਦ ਜੀ, ਮਿਹਰਬਾਨੀ। ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਆਪਾਂ ਚੱਲਦੇ ਹਾਂ ਖਬਰਾਂ ਵਾਲੇ ਬੰਨੇ। ਸਾਰੀ ਦੁਨੀਆ ਦੇ ਵਿੱਚ ਜਿਹੜਾ ਕਰੋਨਾ ਦਾ ਇਸ ਟਾਈਮ ਪੂਰਾ ਕਹਿਰ ਚੱਲ ਰਿਹਾ, ਪਰ ਸਾਡੇ ਜਿਹੜੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਬਹੁਤ ਵੱਡੇ ਅਰਥ ਸ਼ਾਸਤਰੀ ਉਹਨਾਂ ਨੇ ਪੰਜਾਬ ਦੀ ਮਦਦ ਕਰਨ ਦਾ ਸੋਚਿਆ ਜੀ। ਕਹਿੰਦੇ ਕਰੋਨਾ ਦਾ ਅਰਥਚਾਰੇ ਤੇ ਜਿਹੜਾ ਬੜਾ ਬੁਰਾ ਅਸਰ ਪਊਗਾ ਤਾਂ ਡਾਕਟਰ ਮਨਮੋਹਨ ਸਿੰਘ ਕਰਨਗੇ ਪੰਜਾਬ ਦੀ ਮਦਦ। ਕਿਹੜੇ ਢੰਗ ਨਾਲ ਕਰਨਗੇ ਜੀ? ਦੇਖੋ, ਗੱਲ ਹੈ ਵੀ ਡਾਕਟਰ ਮਨਮੋਹਨ ਸਿੰਘ ਕੋਲੇ ਜੇ ਆਪਾਂ ਗੱਲ ਕਰੀਏ ਕਿ ਉਹ ਪੰਜਾਬ ਨੂੰ ਪੈਸੇ ਦੇ ਦੇਣਗੇ, ਉਹ ਵਿਚਾਰੇ ਦੇ ਕੋਲੇ ਪੈਸੇ ਤਾਂ ਆਪਦੇ ਵੀ ਹੈ ਨਹੀਂ। ਬਿਲਕੁਲ ਜੀ। ਸਾਡੇ ਭਾਰਤ ਦੇ, ਪੰਜਾਬੀ ਦੇ, ਅੰਗਰੇਜ਼ੀ ਦੇ ਬਹੁਤ ਵੱਡੇ ਲਿਖਾਰੀ ਹੋਏ ਆ ਸਰਦਾਰ ਖੁਸ਼ਵੰਤ ਸਿੰਘ ਜੀ। ਹੁਣ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤੇ ਮੈਂ ਇੱਕ ਵਾਰੀ ਉਹਨਾਂ ਦਾ ਆਰਟੀਕਲ ਪੜ੍ਹਿਆ ਸੀ ਜੀ ਕਿ ਡਾਕਟਰ ਮਨਮੋਹਨ ਸਿੰਘ ਰਾਜ ਸਭਾ ਦੇ ਮੈਂਬਰ ਬਣਦੇ ਹੁੰਦੇ ਅਸਾਮ ਤੋਂ ਜੀ, ਤੇ ਇੱਕ ਵਾਰੀ ਚੋਣਾਂ ਆ ਗਈਆਂ, ਇਹਨਾਂ ਨੂੰ ਲੋਕ ਸਭਾ ਦਿੱਲੀ ਲੜਾਸੀ ਜੀ। ਦਿੱਲੀ ਦੇ ਇੱਕ ਹਲਕੇ ਤੋਂ ਕਾਂਗਰਸ ਪਾਰਟੀ ਦੇ ਟਿਕਟ ਦੇ ਦਿੱਤੀ ਕਿ ਤੁਸੀਂ ਜੀ ਚੋਣ ਜ਼ਰੂਰ ਲੜੋ ਜੀ, ਪਰ ਉਹ ਚੋਣ 'ਚ ਖੜੇ ਹੋ ਗਏ। ਕਿਉਂਕਿ ਚੋਣਾਂ ਦੇ ਵਿੱਚ ਤੁਹਾਨੂੰ ਪਤਾ ਵੀ ਲੋਕ ਇਹ ਨਹੀਂ ਦੇਖਦੇ ਕਿ ਬੰਦਾ ਕਿੱਡਾ ਕੁ ਵੱਡਾ ਅਰਥ ਸ਼ਾਸਤਰੀ ਹੈ, ਕਿੱਡਾ ਕੁ ਗੁਣੀ ਗਿਆਨੀ ਹੈ ਜੀ। ਸਾਡਾ ਜਿਹੜਾ ਸੁਭਾਅ ਪਾਇਆ ਚੋਣਾਂ ਦੇ ਵਿੱਚ ਅਸੀਂ ਵੋਟਰਾਂ ਨੂੰ, ਉਹ ਸੁਭਾਅ ਬੜਾ ਕਲਲਾ ਹੈ। ਉੱਥੇ ਜਦ ਦੇਖਿਆ ਜਾਂਦਾ ਬੰਦੇ ਨੂੰ, ਕੈਂਡੀਡੇਟ ਨੂੰ, ਕਿ ਖਾਣ ਪੀਣ ਦਾ ਕਿੰਨਾ ਕੁ ਪ੍ਰਬੰਧ ਕਰਦਾ ਹੈ। ਬਿਲਕੁਲ। ਸੋ ਡਾਕਟਰ ਮਨਮੋਹਨ ਸਿੰਘ ਨੂੰ ਉਹ ਕਹਿੰਦੇ, ਮੈਂ ਪੁੱਛਿਆ ਉਹਨਾਂ ਨਾਲ ਦੋਸਤੀ ਸੀ ਖੁਸ਼ਵੰਤ ਸਿੰਘ ਹੋਰਾਂ ਨਾਲ, ਕਿ ਤੁਸੀਂ ਪੈਸੇ ਕਿਵੇਂ ਲਾਓਗੇ? ਜੀ ਪੈਸੇ ਕਾਹਦੀ ਖਾਤਰ ਲਾਉਣੇ? ਮੈਂ ਤਾਂ ਲੋਕਾਂ ਕੋਲ ਜਾਵਾਂਗਾ ਤੇ ਲੋਕਾਂ ਨੂੰ ਜਾ ਕੇ ਮੈਂ ਆਪਣਾ ਪ੍ਰੋਗਰਾਮ ਦੱਸਾਂਗਾ, ਮੈਨੂੰ ਵੋਟਾਂ ਪਾ ਲੈਣਗੇ। ਖੁਸ਼ਵੰਤ ਸਿੰਘ ਕਹਿੰਦਾ ਵੀ ਭਗਤਾ ਇਸ ਤਰ੍ਹਾਂ ਵੋਟਾਂ ਨਹੀਂ ਪੈਂਦੀਆਂ ਹੁੰਦੀਆਂ। ਤੇ ਫਿਰ ਜਦੋਂ ਕੰਪੇਨ ਚੱਲ ਪਈ, ਕੰਪੇਨ ਦੇ ਵਿਚਾਲੇ ਜੇ ਆ ਕੇ ਤੇ ਮਨਮੋਹਨ ਸਿੰਘ ਹੋਰੀ ਗਏ ਫਸ ਜੀ। ਖੁਸ਼ਵੰਤ ਸਿੰਘ ਲਿਖਦਾ, ਕਹਿੰਦਾ ਵੀ ਫੇਰ ਮੇਰੇ ਕੋਲ ਆਈ ਗੁਰਸ਼ਰਨ ਕੌਰ ਜੀ, ਜਿਹੜੀ ਇਹਨਾਂ ਦੀ ਵਾਈਫ ਹੈ, ਤੇ ਗੁਰਸ਼ਰਨ ਕੌਰ ਨੇ ਕਿਹਾ ਵੀ ਭਾਜੀ ਗੱਲ ਹੈ, ਤੁਹਾਡੇ ਵਾਲੀ ਗੱਲ ਸਹੀ ਹੋ ਗਈ ਤੇ ਪੈਸੇ ਲੱਗਦੇ ਹੈ, ਸਾਡੇ ਕੋਲ ਤਾਂ ਪੈਸੇ ਹੈ ਨਹੀਂ। ਰਾਜ ਸਭਾ ਦੀ ਚੋਣ ਹੀ ਲੜਦੇ ਰਹੇ, ਉੱਥੇ MLA ਨੇ ਵੋਟਾਂ ਪਾਉਣੀਆਂ ਹੁੰਦੀਆਂ, ਲੋਕ ਸਭਾ ਦੇ ਵਿੱਚ ਤਾਂ ਫਿਰ ਤੁਹਾਨੂੰ ਪਤਾ ਵੀ ਬਹੁਤ ਵੱਡੇ ਪੱਧਰ ਤੇ ਵੋਟਾਂ ਹੁੰਦੀਆਂ। ਤਾਂ ਉਹ ਕਹਿੰਦੇ ਜੀ ਮੈਂ 50,000 ਰੁਪਇਆ ਦੇਤਾ ਕਿ ਜੀ ਯਾਰ ਤੁਸੀਂ 50,000 ਰੁਪਇਆ ਤੇ ਤੁਸੀਂ ਚੋਣਾਂ ਤੇ ਖਰਚ ਕਰੋ ਜੀ। ਉਹ ਇੱਕ ਕਿਸਮ ਦੇ ਕਹਿੰਦੇ ਮੈਂ ਚੰਦਾ ਹੀ ਦਿੱਤਾ ਸੀ, ਮੈਂ ਭੁੱਲ ਗਿਆ ਸੀ ਇਸ ਗੱਲ ਨੂੰ ਵੀ ਆਪਾਂ ਇਹ ਪੈਸੇ ਇਹਨਾਂ ਤੋਂ ਲਵਾਂਗੇ ਜੀ। ਲੇਕਿਨ ਹੋਇਆ ਇਹ ਕਿ ਜਦੋਂ ਰਿਜ਼ਲਟ ਆਇਆ ਤੇ ਡਾਕਟਰ ਮਨਮੋਹਨ ਸਿੰਘ ਹੋਰੀ ਦਿੱਲੀ ਤੋਂ ਚੋਣ ਹਾਰ ਗਏ ਜੀ। ਇੱਕੋ ਹੀ ਲੋਕ ਸਭਾ ਦੀ ਪਹਿਲੀ ਵਾਰੀ ਚੋਣ ਲੜੀ ਸੀ, ਉਹ ਹਾਰ ਗਏ ਸੀ। ਤੇ ਹਾਰਨ ਤੋਂ ਫਿਰ ਕੋਈ 3-4 ਮਹੀਨੇ ਬਾਅਦ ਗੁਰਸ਼ਰਨ ਕੌਰ ਫੇਰ ਆਉਂਦੀ ਹੈ ਤੇ ਉਹ ਆ ਕੇ ਕਹਿੰਦੀ ਭਾਜੀ ਆ ਲਓ ਤੁਹਾਡਾ 50,000 ਰੁਪਇਆ, ਸਾਡੀ ਪੈਨਸ਼ਨ ਵਗੈਰਾ ਆ ਗਈ ਸੀ ਤੇ ਅਸੀਂ ਇਹ ਤੁਹਾਡਾ ਵਾਪਸ ਕਰਦੇ ਹਾਂ ਜੀ। ਹੁਣ ਜਿਹੜਾ ਇਸ ਕਿਸਮ ਦਾ ਵਿਅਕਤੀ ਹੋਵੇ ਉਸ ਤੋਂ ਆਪਾਂ ਇਹ ਆਸ ਨਹੀਂ ਕਰ ਸਕਦੇ ਕਿ ਕੋਈ ਪੰਜਾਬ ਨੂੰ ਪੈਸੇ ਦੇ ਦੇਣਗੇ। ਪੈਸੇ ਤਾਂ ਵਿਚਾਰੇ ਕੋਲ ਕੋਈ ਹੈ ਨਹੀਂ ਜੀ। ਆਪਦਾ ਵੀ ਹਿਸਾਬ ਕਿਤਾਬ ਜਿਹੜਾ ਉਹਦਾ ਪੈਨਸ਼ਨ ਦੇ ਨਾਲ ਹੀ ਚੱਲਦਾ ਹੈ। ਗਵਰਨਰ ਰਹੇ ਹੈ, RBI ਦੇ ਵਜ਼ੀਰ ਰਹੇ ਹੈ, ਚਲੋ ਕਈ ਵਾਰੀ ਰਾਜ ਸਭਾ ਦੇ ਮੈਂਬਰ ਬਣੇ ਹੈ ਵਗੈਰਾ ਵਗੈਰਾ ਜੀ। ਉਹ ਇੱਕ ਅਰਥ ਸ਼ਾਸਤਰੀ ਹੈ ਤੇ ਅਰਥ ਸ਼ਾਸਤਰੀ ਦੇ ਤੌਰ ਤੇ ਮਦਦ ਕਰ ਸਕਦੇ ਹੈ। ਬਿਲਕੁਲ। ਹੁਣ ਆਪਾਂ ਪੰਜਾਬ ਦਾ ਜ਼ਿਕਰ ਕਰਦੇ ਹਾਂ ਕਿ ਡਾਕਟਰ ਮਨਮੋਹਨ ਸਿੰਘ ਭਾਵੇਂ ਪੈਦਾ ਪਾਕਿਸਤਾਨ ਦੇ ਵਿੱਚ ਹੋਏ ਸੀ, ਲੇਕਿਨ 1947 ਦੇ ਵਿੱਚ ਇਹਨਾਂ ਦਾ ਪਰਿਵਾਰ ਜਿਹੜਾ ਉਜਾੜੇ ਵੇਲੇ ਅੰਮ੍ਰਿਤਸਰ ਆ ਕੇ ਟਿਕ ਗਿਆ ਸੀ ਜੀ। ਪੜ੍ਹਾਈ ਲਿਖਾਈ ਇਹਨਾਂ ਨੇ ਇੱਥੇ ਆ ਕੇ ਕੀਤੀ ਜਿਹੜੀ ਬਾਕੀ ਰਹਿੰਦੀ ਸੀ, ਤੇ ਉਹ ਤੋਂ ਬਾਅਦ ਇਹ ਹੁਸ਼ਿਆਰਪੁਰ ਦੇ ਇੱਕ ਕਾਲਜ ਦੇ ਵਿੱਚ ਲੈਕਚਰਾਰ ਲੱਗ ਗਏ ਸੀ ਜੀ, ਤੇ ਬਾਅਦ ਦੇ ਵਿੱਚ ਫਿਰ ਚਲੇ ਗਏ। ਸੋ ਇਹਨਾਂ ਦੀਆਂ ਜੜ੍ਹਾਂ ਪੰਜਾਬ ਦੇ ਵਿੱਚ ਹੈ, ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ। ਅੰਮ੍ਰਿਤਸਰ ਦੇ ਵਿੱਚ ਅਜੇ ਵੀ ਇਹਨਾਂ ਦੇ ਪਰਿਵਾਰ ਦੇ ਕੁਝ ਲੋਕ ਬੈਠੇ ਹੈ। ਪੰਜਾਬ ਦੀ ਆਰਥਿਕ ਹਾਲਤ ਕੀ ਹੈ? ਪੰਜਾਬ ਦੀ ਆਰਥਿਕ ਹਾਲਤ ਇਸ ਵੇਲੇ ਬਹੁਤ ਖਸਤਾ ਹੈ ਜੀ। ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਵਾਸਤੇ ਪੈਸਿਆਂ ਦੀ ਵੀ ਪ੍ਰੋਬਲਮ ਹੈ। ਪਿੱਛੇ ਜੇ DA ਦੀਆਂ ਕਿਸ਼ਤਾਂ ਦੇਣ ਦਾ ਐਲਾਨ ਕਰਤਾ ਸੀ ਮਨਪ੍ਰੀਤ ਸਿੰਘ ਬਾਦਲ ਨੇ ਕਿ ਅਸੀਂ DA ਦੀਆਂ ਕਿਸ਼ਤਾਂ ਦੇਵਾਂਗੇ, ਲੇਕਿਨ ਜਿਹੜੀਆਂ ਅੱਜ ਰਿਪੋਰਟਾਂ ਆ ਰਹੀਆਂ ਜੀ, ਉਹਨਾਂ ਰਿਪੋਰਟਾਂ ਦੇ ਮੁਤਾਬਕ ਇਹ ਹੈ ਕਿ ਸ਼ਾਇਦ ਹੁਣ DA ਦੀਆਂ ਕਿਸ਼ਤਾਂ ਵੀ ਜਾਮ ਕਰ ਦਿੱਤੀਆਂ ਜਾਣ ਕਿ ਅਗਲੇ ਹੁਕਮਾਂ ਤੱਕ ਨਹੀਂ ਦਿੱਤੀਆਂ ਜਾਣਗੀਆਂ ਜੀ। ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਤਾਂ ਉੱਪਰੋਂ ਆ ਗਿਆ ਕਰੋਨਾ ਤੋਂ ਬਾਅਦ ਸਾਰਾ ਕੁਝ ਠੱਪ ਪਿਆ ਤੇ ਉਹਦੇ ਨਾਲ ਘਾਟਾ ਜਿਹੜਾ ਹੈਗਾ ਪੰਜਾਬ ਸਰਕਾਰ ਦਾ ਉਹ ਹੋਰ ਵੀ ਜ਼ਿਆਦਾ ਵੱਧ ਗਿਆ। ਜੋ ਮੇਰੇ ਕੋਲ ਅੰਕੜੇ ਆਏ ਉਹਨਾਂ ਅੰਕੜਿਆਂ ਦੇ ਮੁਤਾਬਕ ਇਹ ਹੈ ਜੀ ਕਿ GST ਦੀ ਕਮਾਈ ਜਿਹੜੀ ਸਾਨੂੰ ਹੁੰਦੀ ਸੀ ਐਤਕੀ ਉਹ 1300 ਤੇ 22 ਕਰੋੜ ਰੁਪਏ ਉਹ ਨਹੀਂ ਹੋਈ, ਉਹ ਘਾਟਾ ਪੈ ਗਿਆ ਜੀ।
ਸ਼ਰਾਬ ਤੋਂ ਜਿਹੜੀ ਚੁੰਗੀ ਆਉਂਦੀ ਸੀ ਜਾਂ ਲਗਾਨ ਆਉਂਦਾ ਸੀ ਉਹ ਸੀ 521 ਕਰੋੜ ਰੁਪਏ। ਬਿਲਕੁਲ। 1 ਪੈਸਾ ਉਹਦੇ ਵਿੱਚੋਂ ਨਹੀਂ ਆਇਆ। ਮੋਟਰ ਵਾਹਨ ਜਿਹੜੇ ਨਵੇਂ ਖਰੀਦੇ ਜਾਂਦੇ ਸੀਗੇ ਉਹਨਾਂ ਦਾ ਟੈਕਸ ਹੁੰਦਾ ਸੀ 198 ਕਰੋੜ ਰੁਪਇਆ ਉਹ ਹੁੰਦਾ ਸੀ। ਜਿਹੜਾ ਆਪਾਂ ਲੈਣ ਦੇਣ ਕਰਦੇ ਆ ਸਟਾਂਪ ਵਗੈਰਾ ਲੱਗਦਾ ਉਹਨੂੰ ਅਸੀਂ ਸਟੈਂਪ ਡਿਊਟੀ ਕਹਿ ਦਿੰਦੇ ਹਾਂ। ਜਦੋਂ ਜ਼ਮੀਨਾਂ ਖਰੀਦਦੇ ਆ, ਪਲਾਟ ਖਰੀਦਦੇ ਆ, ਕੁਝ ਵੇਚਦੇ ਆ, ਕਰਦੇ ਆ, ਉਹ ਜਿਹੜੀ ਹੈਗੀ ਹੈ ਜੀ ਸਟੈਂਪ ਡਿਊਟੀ 219 ਕਰੋੜ ਰੁਪਏ ਬਣਦੀ ਹੈ। ਐਤਕੀ ਉਹ ਵੀ ਘਾਟਾ ਪੈ ਗਿਆ, ਉਹ ਨਹੀਂ ਹੋਇਆ ਜੀ। ਜੇ ਸਾਰਾ ਅਸੀਂ ਮਿਲਾ ਕੇ ਦੇਖੀਏ ਤਾਂ 3360 ਕਰੋੜ ਰੁਪਏ ਦਾ ਘਾਟਾ ਪੈ ਗਿਆ। ਹੁਣ ਇਹ ਹੈ ਕਿ ਘਾਟੇ 'ਚ ਜਿਹੜੀ ਕੰਪਨੀ ਪਹਿਲਾਂ ਜਾ ਰਹੀ ਹੈ ਬਿਲਕੁਲ ਉਹਨੂੰ ਹੋਰ ਘਾਟਾ ਪਈ ਜਾਂਦਾ, ਕਮਾਈ ਆਉਂਦੀ ਨਹੀਂ। ਤਾਂ ਹੁਣ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ ਜੀ। ਜੇ ਅਸੀਂ ਪੰਜਾਬ ਦੀ ਕੈਬਨਿਟ ਦੇ ਉੱਤੇ ਨਜ਼ਰ ਮਾਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੈਗਾ ਉਹ ਮਿਲਟਰੀ ਹਿਸਟੋਰੀਅਨ ਤਾਂ ਹੈ ਜੀ, ਉਹ ਇੱਕ ਸ਼ਾਸਕ ਹੈਗਾ, ਉਹ ਪ੍ਰਸ਼ਾਸਕ ਹੈਗਾ, ਲੇਕਿਨ ਆਰਥਿਕਤਾ ਦੇ ਮਾਮਲੇ ਦੇ ਵਿੱਚ ਉਹਦਾ ਬਿਲਕੁਲ ਜਿਹੜਾ ਹੈਗਾ ਮੈਂ ਕਹੂੰਗਾ ਵੀ ਉਹ ਅਨਪੜ੍ਹ ਵਾਲੀ ਗੱਲ ਹੈ ਜੀ। ਸਾਡੇ ਵਿੱਤ ਮੰਤਰੀ ਹੈ ਸਰਦਾਰ ਮਨਪ੍ਰੀਤ ਸਿੰਘ ਬਾਦਲ, ਸ਼ਾਇਰ ਬਹੁਤ ਵਧੀਆ ਹੈ। ਉਹ ਕਦੇ ਫੈਜ਼ ਅਹਿਮਦ ਫੈਜ਼ ਦੀਆਂ ਗੱਲਾਂ ਕਰਦੇ ਆ, ਕਦੇ ਉਹ ਅਲਾਮਾ ਇਕਬਾਲ ਦੀਆਂ ਗੱਲਾਂ ਕਰਦੇ ਆ। ਜਦੋਂ ਉਹ ਤਕਰੀਰ ਕਰਦੇ ਆ, ਤਕਰੀਰ ਦੇ ਵਿੱਚੋਂ ਵੀ ਬਹੁਤੀਆਂ ਗੱਲਾਂ ਤਾਂ ਉਹਨਾਂ ਦੀਆਂ ਆਮ ਜਿਹੜੀ ਨਵੀਂ ਪਨੀਰੀ ਹੈ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਜੀ, ਕਿਉਂਕਿ ਜ਼ਿਆਦਾਤਰ ਲਫ਼ਜ਼ ਜਿਹੜੇ ਹੈਗੇ ਆ ਉਹ ਫਾਰਸੀ ਤੇ ਉਰਦੂ ਦੇ ਇਸਤੇਮਾਲ ਕਰਦੇ ਆ ਜੀ। ਪੜ੍ਹਾਈ ਜਿਹੜੀ ਉਹਨਾਂ ਨੇ ਕੀਤੀ ਹੋਈ ਹੈ ਉਹ ਕੀਤੀ ਹੈ ਹਿਸਟਰੀ ਦੀ, ਤੇ ਹਿਸਟਰੀ ਵਾਲੀ ਪੜ੍ਹਾਈ ਕਰਨ ਵਾਲਾ ਬੰਦਾ ਉਹਨੂੰ ਲਾਤਾ ਮੂਹਰੇ ਕਿ ਤੁਸੀਂ ਆਰਥਿਕਤਾ ਸੰਭਾਲੋ ਤੇ ਆਰਥਿਕਤਾ ਦੀ ਆਪਾਂ ਸਥਿਤੀ ਦੇਖੀ ਜਾਂਦੇ ਕੀ ਹੈ ਜੀ। ਕੈਪਟਨ ਅਮਰਿੰਦਰ ਸਿੰਘ ਨੂੰ ਹੁਣ ਇੱਕ ਸੋਝੀ ਆਈ, ਉਹਨੇ ਕਿਹਾ ਕਿ ਇਹ ਹੁਣ ਆਪਾਂ ਜੇ ਐਂ ਕਰਦੇ ਰਹੇ ਤਾਂ ਗੱਡੀ ਤਾਂ ਚੱਲਣੀ ਨਹੀਂ। ਸੋ ਇਹ ਜਿਹੜੀ ਗੱਡੀ ਸਾਡੀ ਗਾਰ 'ਚ ਫਸ ਗਈ ਹੈ, ਇਹਨੂੰ ਗੱਡੀ ਨੂੰ ਗਾਰ 'ਚੋਂ ਕੱਢਣਾ, ਕਰੀਏ ਕੀ ਜੀ। ਇਹਨਾਂ ਨੇ ਪਹਿਲਾਂ ਤਾਂ ਮਾਊਂਟ ਟੇਕ ਸਿੰਘ ਆਹਲੂਵਾਲੀਆ ਜਿਹੜੇ ਸਾਡੇ ਪਲੈਨਿੰਗ ਕਮਿਸ਼ਨ ਦੇ ਡਿਪਟੀ ਚੇਅਰਪਰਸਨ ਰਹੇ ਹੈ ਔਰ ਡਾਕਟਰ ਮਨਮੋਹਨ ਸਿੰਘ ਦੇ ਬਹੁਤ ਹੀ ਕਰੀਬੀ ਮਿੱਤਰ ਹੈ, ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੂੰ ਕਿਹਾ ਜੀ ਤੁਸੀਂ ਸਾਡੀ ਬਾਂਹ ਫੜੋ, ਪੰਜਾਬੀ ਹੋ, ਪੰਜਾਬੀ ਹੋਣ ਦੇ ਨਾਤੇ ਤੁਸੀਂ ਪੰਜਾਬ ਦੀ ਮਦਦ ਕਰੋ। ਉਹਨਾਂ ਨੇ ਕੁਝ ਆਪਣੇ ਨਾਲ ਅਰਥ ਸ਼ਾਸਤਰੀ ਲਾਏ ਤੇ ਇੱਕ ਗਰੁੱਪ ਬਣਾਇਆ। ਉਸ ਗਰੁੱਪ ਦੀ ਪਹਿਲੀ ਮੀਟਿੰਗ ਕੱਲ ਸੋਮਵਾਰ ਨੂੰ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੇ ਨਾਲ ਤਾਲਮੇਲ ਕੀਤਾ, ਤਾਲਮੇਲ ਕਰਕੇ ਉਹਨਾਂ ਦੇ ਨਾਲ ਜਿਹੜਾ ਤੁਆਰਫ ਕੀਤਾ, ਜਾਣ ਪਛਾਣ ਕੀਤੀ ਤੇ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਹੈ ਉਸ ਕਾਰਵਾਈ ਦੇ ਮੁਤਾਬਕ ਉਹਨਾਂ ਨੇ 5 ਗਰੁੱਪ ਬਣਾਏ ਹੈ ਕਿ ਇਹ 5 ਗਰੁੱਪ ਹੈ ਜਿੱਥੇ ਅਸੀਂ ਕੰਮ ਕਰਨਾ। ਪਹਿਲਾ ਹੈਗਾ ਵਿੱਤ ਦੇ ਖੇਤਰ ਵਿੱਚ, ਦੂਸਰਾ ਹੈਗਾ ਖੇਤੀਬਾੜੀ, ਤੀਸਰਾ ਹੈਗਾ ਹੈਲਥ, ਚੌਥਾ ਹੈਗਾ ਇੰਡਸਟਰੀ ਤੇ ਪੰਜਵਾਂ ਜਿਹੜਾ ਹੈਗਾ ਸੋਸ਼ਲ ਸਿਕਿਉਰਿਟੀ ਹੈ ਜਿਹੜੀ ਜਿਹਨੂੰ ਅਸੀਂ ਸਮਾਜਿਕ ਸਹਾਇਤਾ ਕਹਿ ਦਿੰਦੇ ਹਾਂ। ਇਹਨਾਂ ਸਾਰੇ ਮਾਮਲਿਆਂ ਦੇ ਉੱਤੇ ਉਹਨਾਂ ਨੇ ਕੱਲ ਗੱਲਬਾਤ ਕੀਤੀ ਹੈ ਪਰ ਇਹ ਗੱਲਬਾਤ ਵੀ ਨਾ ਕਾਫੀ ਹੈ ਕਿਉਂਕਿ ਭਾਵੇਂ ਮੌਂਟੇਕ ਸਿੰਘ ਆਹਲੂਵਾਲੀਆ ਇੱਕ ਅਰਥ ਸ਼ਾਸਤਰੀ ਹੈ ਪਰ ਉਹ ਗੱਲ ਨਹੀਂ ਬਣਦੀ ਜਿਹੜੀ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਫਿਰ ਉਹਨਾਂ ਨੂੰ ਜਾਤੀ ਤੌਰ ਤੇ ਬੇਨਤੀ ਕੀਤੀ ਕਿ ਡਾਕਟਰ ਸਾਹਿਬ ਸੰਕਟ ਵੀ ਹੈ ਇਸ ਘੜੀ ਦੇ ਵਿੱਚ, ਤੁਸੀਂ ਆਓ ਤੇ ਤੁਸੀਂ ਸਾਨੂੰ ਗਾਈਡ ਕਰੋ ਕਿ ਅਸੀਂ ਇਹ ਜਿਹੜਾ ਹੈਗਾ ਸੰਕਟ ਇਹ ਚੋਂ ਨਿਕਲੀਏ ਕਿਵੇਂ, ਜਿਹੜਾ ਆਰਥਿਕ ਸਾਡਾ ਜਿਹੜਾ ਹੈਗਾ ਪਾੜਾ ਇਸ ਖੱਪੇ ਨੂੰ ਪੂਰਾ ਕਿਵੇਂ ਕਰੀਏ। ਤੇ ਸਾਡੇ ਲਈ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਜਿੰਨੇ ਵੀ ਪੰਜਾਬੀ ਹੈ, ਸਿੱਖ ਹੈ, ਕਿ ਡਾਕਟਰ ਮਨਮੋਹਨ ਸਿੰਘ ਨੇ ਇਹ ਗੱਲ ਜਿਹੜੀ ਉਹਦੀ ਬੇਨਤੀ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਦੀ, ਉਹਨਾਂ ਨੇ ਪ੍ਰਵਾਨ ਕਰ ਲਿਆ ਵੀ ਕੋਈ ਗੱਲ ਨਹੀਂ, ਵੈਸੇ ਤਾਂ ਮੈਂ ਰਿਟਾਇਰਡ ਹਾਂ ਪਰ ਜਿੱਥੋਂ ਤੱਕ ਪੰਜਾਬੀਅਤ ਦਾ ਸਵਾਲ ਹੈ, ਪੰਜਾਬ ਦੇ ਲੋਕਾਂ ਦਾ ਸਵਾਲ ਹੈ, ਸਾਡੇ ਭਾਈਚਾਰੇ ਦਾ ਸਵਾਲ ਹੈ ਕਿ ਮੈਂ ਜਿੰਨੇ ਜੋਗਰਾ ਵੀ ਹੈਗਾ ਤੁਹਾਡੀ ਮੈਂ ਮਦਦ ਕਰੂੰਗਾ। ਇਹਦੇ ਤੇ ਫਿਰ ਅਗਲੀ ਗੱਲ ਖੜੀ ਹੋ ਜਾਂਦੀ ਹੈ, ਸਾਡੇ ਬਹੁਤ ਸਾਰੇ ਸਰੋਤੇ ਦਰਸ਼ਕ ਮਿੱਤਰ ਇਹ ਸੋਚਦੇ ਹੋਣਗੇ ਕਿ ਪੈਸੇ ਡਾਕਟਰ ਮਨਮੋਹਨ ਸਿੰਘ ਕੋਲੇ ਹੈ ਨਹੀਂ ਤੇ ਕਰੂਗਾ ਕੀ, ਪੈਸੇ ਪੰਜਾਬ ਵਾਲਿਆਂ ਕੋਲੇ ਵੀ ਹੈ ਨਹੀਂ ਕਿ ਤੇ ਕਰੂਗਾ ਕੀ। ਮੈਂ ਇੱਥੇ ਕੋਈ ਗੱਲ ਕਹਿ ਸਕਦਾ ਕਿ ਜਿਹੜੀ ਕਾਬਲੀਅਤ ਹੁੰਦੀ ਹੈ, ਕਾਬਲੀਅਤ ਬੰਦੇ ਦੀ ਜਿਹੜੀ ਹੈ ਉਹ ਬਹੁਤ ਕੰਮ ਆਉਂਦੀ ਹੈ, ਕੁਛ ਨਾ ਕੁਛ ਹੋ ਜਾਂਦੀ ਹੈ। ਡਾਕਟਰ ਮਨਮੋਹਨ ਸਿੰਘ ਜਦੋਂ ਪਹਿਲੀ ਵਾਰੀ ਸਰਕਾਰ ਦੇ ਵਿੱਚ ਆਉਂਦੇ ਹੈ, ਉਹ ਬੜਾ ਯਾਦ ਕਰੋ ਜੀ 1991 ਸੀ। 1991 ਦੀ ਚੋਣ ਕੰਪੇਨ ਦੇ ਦੌਰਾਨ ਹੀ ਰਾਜੀਵ ਗਾਂਧੀ ਦਾ ਤਾਮਿਲਨਾਡੂ 'ਚ ਕਤਲ ਹੋ ਜਾਂਦਾ ਹੈ ਔਰ ਉਹਦੇ ਕਤਲ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਕਿਹਨੂੰ ਬਣਾਇਆ ਜਾਵੇ, ਨਰਸਿਮਹਾ ਰਾਓ ਜਿਹੜਾ ਰਿਟਾਇਰ ਹੋ ਕੇ ਘਰੇ ਚਲਾ ਗਿਆ ਸੀ, ਫਿਰ ਨਰਸਿਮਹਾ ਰਾਓ ਨੂੰ ਬੁਲਾਇਆ ਗਿਆ, ਉਹਨੂੰ ਕਿਹਾ ਕਿ ਤੈਨੂੰ ਰਾਜ ਸਭਾ ਦਾ ਮੈਂਬਰ ਬਣਾਉਣਾ ਭਾਈ, ਤੂੰ ਆ ਕੇ ਪ੍ਰਧਾਨ ਮੰਤਰੀ ਬਣ। ਤੇ ਉਸ ਵੇਲੇ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਵਿੱਤ ਮੰਤਰੀ ਬਣਾਇਆ ਸੀ। ਉਦੋਂ ਭਾਰਤ ਦੀ ਮਾਲੀ ਹਾਲਤ ਲਗਭਗ ਉਹੇ ਜਿਹੀ ਸੀ ਜਿਹੋ ਜਿਹੀ ਹੁਣ ਪੰਜਾਬ ਦੀ ਹੈ। ਭਾਰਤ ਦੇ ਕੋਲੇ ਜਿਹੜਾ ਸੋਨਾ ਪਿਆ ਸੀ, ਰਿਜ਼ਰਵ ਬੈਂਕ ਆਫ ਇੰਡੀਆ ਕੋਲੇ ਜਿਹੜਾ ਸਾਡਾ ਰਿਜ਼ਰਵ ਪਿਆ ਸੀ, ਉਹ ਸੋਨਾ ਅਸੀਂ ਗਹਿਣੇ ਕੀਤਾ ਹੋਇਆ ਸੀ ਵਿਦੇਸ਼ੀ ਬੈਂਕਾਂ ਕੋਲੇ। ਤੇ ਡਾਕਟਰ ਮਨਮੋਹਨ ਸਿੰਘ ਨੇ ਫਿਰ ਆਪਣੀ ਮਤਲਬ ਜਿਹੜੀ ਅਕਲ ਦੌੜਾਈ, ਅਕਲ ਦੇ ਘੋੜੇ ਦੌੜਾਏ, ਉਹਨਾਂ ਨੇ ਸਾਰਾ ਹਿਸਾਬ ਕਿਤਾਬ ਕਰਕੇ ਇੱਕ ਨਵੀਂ ਆਰਥਿਕ ਨੀਤੀ ਹੈ ਜਿਹੜੀ ਉਹ ਅਪਣਾਈ
ਜੀ ਉਸ ਆਰਥਿਕ ਨੀਤੀ ਦੇ ਨਾਲ ਭਾਵੇਂ ਖੱਬੇ ਪੱਖੀ ਵਿਚਾਰਾਂ ਵਾਲੇ ਲੋਕ ਸਹਿਮਤ ਨਹੀਂ, ਉਹਨਾਂ ਦਾ ਇਹ ਮੰਨਣਾ ਹੈ ਕਿ ਜਿਹੜੀ ਹੈ ਉਹਨਾਂ ਆਰਥਿਕ ਨੀਤੀਆਂ ਦੇ ਨਾਲ ਮਹਿੰਗਾਈ ਵੀ ਵਧੀ ਹੈ, ਬੇਰੁਜ਼ਗਾਰੀ ਵੀ ਵਧੀ ਹੈ, ਔਰ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਉਹਨਾਂ ਦੇ ਮੁਨਾਫਿਆਂ ਦੇ ਵਿੱਚ, ਕਾਰਪੋਰੇਟ ਸੈਕਟਰ ਦੇ ਮੁਨਾਫਿਆਂ ਦੇ ਵਿੱਚ ਵਾਧਾ ਹੋਇਆ ਤੇ ਭਾਰਤ ਦਾ ਜਿਹੜਾ ਆਰਥਿਕ ਸਿਸਟਮ ਹੈ ਜੀ ਇਹਦੇ ਉੱਤੇ ਕਾਰਪੋਰੇਟ ਅਦਾਰਿਆਂ ਦਾ, ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਗਿਆ, ਇਹ ਉਹਨਾਂ ਦਾ ਮੰਨਣਾ ਹੈ। ਲੇਕਿਨ ਜੇ ਅਸੀਂ ਦੂਸਰੇ ਲੋਕ ਦੇਖੀਏ ਵੀ ਇਹ ਠੀਕ ਹੈ ਕਿ ਕਾਰਪੋਰੇਟ ਘਰਾਣਿਆਂ ਕੋਲੇ ਬਹੁਤ ਕੁਝ ਜਾ ਰਿਹਾ ਹੈ, ਪਰ ਮੇਰੇ ਉਹ ਵੀ ਟਾਈਮ ਯਾਦ ਹੈ ਕਿ ਇੱਕ ਜ਼ਮਾਨਾ ਹੁੰਦਾ ਸੀ ਜੇ ਟੈਲੀਫੋਨ ਲਵਾਉਣਾ ਹੁੰਦਾ ਸੀ ਅਸੀਂ BSNL ਦਾ ਜੀ ਦੂਰਦਰਸ਼ਨ ਟੈਲੀਫੋਨ ਲਵਾਉਣਾ ਤੇ ਦੂਰ ਸੰਚਾਰ ਦਾ, ਉਹਦੇ ਵਾਸਤੇ ਬੜੀ ਮੁਸ਼ਕਲ ਹੁੰਦੀ ਸੀ। ਤੁਹਾਨੂੰ ਪਾਰਲੀਮੈਂਟ ਦੇ ਮੈਂਬਰਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ, ਉਹਨਾਂ ਦੇ ਕੋਟੇ ਵਿੱਚੋਂ ਲਵਾਉਣਾ ਪੈਂਦਾ। 1992 ਦੇ ਵਿੱਚ ਮੈਂ ਟੈਲੀਫੋਨ ਲਵਾਇਆ ਸੀ ਤੇ ਮੈਂ ਮੇਰੇ ਮਿੱਤਰਾਂ ਸਰਦਾਰ ਜਗਮੀਤ ਸਿੰਘ ਬਰਾੜ ਉਹਨਾਂ ਨੂੰ ਬੇਨਤੀ ਕੀਤੀ ਕਿ ਮੇਰੇ ਟੈਲੀਫੋਨ ਲਵਾ ਕੇ ਦਿਓ ਜੀ। ਉਹਨਾਂ ਨੇ ਮੇਰੇ ਟੈਲੀਫੋਨ ਲਵਾਉਣ ਵਾਸਤੇ ਜਿਹੜੇ ਸਾਡੇ ਪਾਰਲੀਮੈਂਟ ਦੇ ਮੈਂਬਰ ਸੀ ਉਸ ਮੈਂਬਰ ਪਾਰਲੀਮੈਂਟ ਨੂੰ ਕਿਹਾ ਕਿ ਜੀ ਉਹ ਫਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਕਿ ਤੈਨੂੰ ਮੈਂ 2 ਦੇ ਦੇਣਾ ਤੇ ਮੇਰਾ ਇੱਕ ਟੈਲੀਫੋਨ ਦੇ ਦਿਓ। ਟੈਲੀਫੋਨ ਲੱਗਿਆ ਸੀ ਤੇ ਅੱਜ ਤੁਸੀਂ ਇਹ ਦੇਖੋ ਕਿ ਹਰ ਬੱਚੇ ਦੇ ਕੋਲੇ ਟੈਲੀਫੋਨ ਹੈ। ਜਿਹੜੀਆਂ ਇਹ ਨੀਤੀਆਂ ਇਹਨਾਂ ਨੀਤੀਆਂ ਦਾ ਕੁਝ ਬੈਨੀਫਿਟ ਵੀ ਹੋਇਆ ਲੋਕਾਂ ਨੂੰ। ਕਿਸੇ ਜ਼ਮਾਨੇ ਦੇ ਵਿੱਚ ਸਾਡੇ ਕੋਲੇ ਇੱਕ ਫੀਐਟ ਤੇ ਅੰਬੈਸਡਰ ਕਾਰ ਹੁੰਦੀ ਸੀ ਜੀ। 1984-85 ਦੇ ਵਿੱਚ ਸੰਜੇ ਗਾਂਧੀ ਮਰੂਤੀ ਲਾਇਆ ਸੀ ਤੇ ਮਰੂਤੀ ਤੋਂ ਅਗਾਂਹ ਨਹੀਂ ਟੱਪਦੇ ਸੀ। ਅੱਜ ਤੁਸੀਂ ਦੇਖੋ ਇਹ ਸਾਰਾ ਕੁਝ ਕੀ ਹੈ, ਨਵੀਆਂ ਆਰਥਿਕ ਨੀਤੀਆਂ ਦੀ ਬਦੌਲਤ ਹੀ ਹੈ ਜੀ। ਸੋ ਮੈਂ ਦਾਅਵੇ ਨਾਲ ਤਾਂ ਨਹੀਂ ਕਹਿ ਸਕਦਾ ਕਿ ਪੰਜਾਬ ਦੀ ਆਰਥਿਕਤਾ ਨੂੰ ਡਾਕਟਰ ਮਨਮੋਹਨ ਸਿੰਘ ਸੰਕਟ ਚੋਂ ਕੱਢ ਦੇਣਗੇ, ਪਰ ਇਹ ਗੱਲ ਮੈਂ ਜ਼ਰੂਰ ਕਹਿ ਸਕਦਾ ਕਿ ਉਹਨਾਂ ਦੇ ਕੋਲੇ ਇੰਨੀ ਕਾਬਲੀਅਤ ਹੈਗੀ ਹੈ, ਲਿਆਕਤ ਹੈ, ਯੋਗਤਾ ਹੈ ਕਿ ਉਹ ਯੋਗਤਾ ਦੇ ਨਾਲ ਜਿਵੇਂ ਕਹਿੰਦੇ ਹੁੰਦੇ ਨੇ ਵੀ ਬੰਦਾ ਮਰ ਰਿਹਾ ਹੋਵੇ ਤੇ ਮਰ ਰਹੇ ਬੰਦੇ ਦੇ ਮੂੰਹ ਦੇ ਵਿੱਚ ਪਾਣੀ ਪਾ ਕੇ ਉਹਦੇ ਸਾਹ ਚੱਲਦੇ ਰੱਖੇ ਜਾਣ। ਪੰਜਾਬ ਦੇ ਸਾਹਾਂ ਨੂੰ ਚੱਲਦੇ ਰੱਖਣ ਦੇ ਵਿੱਚ ਇਹ ਪੰਜਾਬੀ ਪੁੱਤ ਜ਼ਰੂਰ ਕੋਈ ਨਾ ਕੋਈ ਯੋਗਦਾਨ ਪਾਊਗਾ, ਇਹ ਸਾਨੂੰ ਯਕੀਨ ਹੈ ਜੀ। ਬਿਲਕੁਲ ਜੀ, ਸ਼ਾਇਦ ਮਾੜੀ ਮੋਟੀ ਆਕਸੀਜਨ ਦਾ ਕੰਮ ਕਰਨ ਡਾਕਟਰ ਮਨਮੋਹਨ ਸਿੰਘ ਹੋਣੀ ਚੰਗੇ ਸੁਲਝੇ ਹੋਏ ਤੇ ਇਮਾਨਦਾਰ ਲੀਡਰ ਜੀ। ਆਪਾਂ ਕਾਲ ਲੈ ਲਈਏ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। 7141 ਹੈਲੋ, ਸਤਿ ਸ਼੍ਰੀ ਅਕਾਲ ਜੀ। ਤੁਹਾਡੀ ਮਾਤਾ ਬੋਲਦਾ ਪੈਨਗੋਰ ਤੋਂ। ਜੀ ਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਦੇਖੋ ਜੀ, ਇਹਨਾਂ ਨੇ ਗੱਲ ਕੀਤੀ, ਮਨਪ੍ਰੀਤ ਦੀ ਗੱਲ ਸਹੀ ਆ ਵੀ ਮਨਪ੍ਰੀਤ ਨੂੰ ਕੁਝ ਪਤਾ ਨਹੀਂ ਸੀਗਾ ਤੇ ਉਹ ਕੈਪਟਨ ਦੀ ਚਾਲ ਸੀਗੀ ਜੀ ਵੀ ਇਹਨੂੰ ਏਦਾਂ ਬਣਾਇਆ ਜਾਵੇ ਵੀ ਇਹਨੂੰ ਏਡੇ ਰੱਖਿਆ ਹੋਵੇ ਵੀ ਇਹ ਗਾਂਹ ਵਧੂਗਾ। 2 ਲੀਡਰ ਸੀਗੇ, ਨਵਜੋਤ ਸਿੰਘੂ ਨੂੰ ਵੀ ਉਹਨੇ ਖੁੰਡੇ ਲੈਣ ਲਾਇਆ, ਇਹਨੂੰ ਵੀ ਲਾਇਆ ਵੀ ਜਿੱਦਾਂ ਵੀ ਆਪ ਪਹਿਲਾਂ ਮਤਲਬ ਥੋੜਾ ਜਿਹਾ ਖਿਸਕ ਗਏ ਸੀਗੇ ਜਦੋਂ ਪਹਿਲਾਂ ਭਾਜਪਾ ਵੱਲ ਜਾਣ ਲੱਗੇ ਸੀ, ਫਿਰ ਇੱਧਰ ਆ ਗਏ ਜੀ। ਤੇ ਇਹ ਪਾਰਟੀ ਕਾਂਗਰਸ ਜਿਹੜੀ ਆ ਪੰਜਾਬ ਦੀ, ਇਹ ਜਿੱਦਾਂ ਕਹਿ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਵੀ ਭਵਿੱਖ ਕੋਈ ਖਾਸ ਨਹੀਂ। ਉਹ ਜਿੱਦਾਂ ਕਹਿ ਲਓ ਜਿੱਦਾਂ ਲੋਕਾਂ ਨੇ ਵਾਅਦੇ ਕਰਕੇ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਕੀਤਾ। ਤੇ ਬਾਕੀ ਜੀ ਇੰਡੀਆ ਦੀ ਗੱਲ ਕਰਨੀ ਆ ਵੀ ਰਿਜ਼ਰਵ ਬੈਂਕ ਨੇ ਕਿਹਾ ਜੀ ਬਈ ਜਿੱਦਾਂ ਕਹਿ ਲਓ ਵੀ ਸਾਰਿਆਂ ਤੇ ਮੰਦੀ ਹੋਣੀ, ਅਮਰੀਕਾ, ਕੈਨੇਡਾ ਵਗੈਰਾ ਇੱਧਰ ਕੰਟਰੀਆਂ ਦੇ ਜਿੰਨੇ ਵੀ ਦੇਸ਼ ਹੈਗੇ ਆ ਜੀ। ਪਰ ਉੱਥੇ ਇੰਡੀਆ ਦੇ ਵਿੱਚ ਬਹੁਤ ਮੋਦੀ ਸਾਹਿਬ ਜਿੱਦਾਂ ਲੋਕਾਂ ਨੂੰ ਕਰਦੇ ਹੁੰਦੇ ਆ, ਲੱਛੇਦਾਰ ਭਾਸ਼ਣ ਸੁਣਾਉਂਦੇ ਹੁੰਦੇ ਆ ਤੇ ਮੋਦੀ ਭਗਤ ਵੀ ਉਦਾਂ ਦੀਆਂ ਗੱਲਾਂ ਕਰਦੇ ਆ, ਪਰ ਕਹਿੰਦੇ ਬਹੁਤ ਜ਼ਿਆਦਾ ਮੰਦੀ ਆਉਣੀ ਆ। ਇੱਕ ਤਾਂ ਇਹ ਮਹਾਮਾਰੀ ਕਰੋਨਾ ਦੀ ਆ ਨਾ ਜੀ, ਇੱਕ ਉੱਥੇ ਜਿੱਦਾਂ ਕਹਿ ਲਓ ਆਰਥਿਕ ਤੌਰ ਤੇ ਇੰਡੀਆ ਤੋਂ ਹਿੱਲ ਨਹੀਂ ਹੋਣਾ, ਜਿੱਦਾਂ ਕਹਿ ਲਓ ਤੇ ਇੰਨੀ ਮੰਦੀ ਆਉਣੀ। ਸਰਵਾਈਵ ਕਰ ਜਾਊਗਾ, ਕਹਿੰਦੇ ਅਮਰੀਕਾ ਸਰਵਾਈਵ ਕਰ ਜਾਊਗਾ, ਕਿਉਂਕਿ ਟਰੰਪ ਕਹਿੰਦਾ ਖੋਲ ਦੇਣਾ ਮੈਂ ਅਮਰੀਕਾ ਥੋੜੇ ਦਿਨਾਂ ਨੂੰ। ਤਾਂ ਜੇ ਇੰਡੀਆ ਬੰਦ ਰਿਹਾ ਨਾ ਏਦਾਂ ਹੀ ਤੇ ਬਹੁਤ ਮੁਸ਼ਕਲ ਆਉਣੇ ਵਾਲੀ ਆ। ਬਾਕੀ ਦੂਜੀ ਖਬਰ ਇਹ ਆ ਵੀ ਆਹ ਜਿਹੜੇ ਨਾ ਟੀਮਾਂ ਬਣਾਈਆਂ ਗਈਆਂ ਸੈਂਟਰ ਦੇ ਵਿੱਚ ਵੀ ਜਿੱਦਾਂ ਕਹਿ ਲਓ ਵੀ ਆਹ ਕਾਂਗਰਸ ਨੇ ਵੀ ਇੱਕ ਮਨਮੋਹਨ ਸਿੰਘ ਨੂੰ ਲੈ ਕੇ ਇੱਕ ਤਾਂ ਹਾਰ ਟੀਮ ਜਿੱਦਾਂ ਢਿੱਲੋਂ ਸਾਹਿਬ ਦੱਸਦੇ ਆ, ਇੱਕ ਟੀਮ ਹੋਰ ਬਣਾਈ ਆ ਵੀ ਲੌਬੀ ਕਰੋਨਾ ਤੇ ਲੌਬੀ ਕਰਨੀ, ਵੋਟਾਂ ਦੀ ਬੈਂਕ ਵੋਟ ਕਿੱਦਾਂ ਲੋਕਾਂ ਨੂੰ ਭਰਮਾਉਣਾ ਕਿੱਦਾਂ ਵੀ, ਕਿਉਂਕਿ ਉਧਰ ਇਸ ਬੰਗਾਲ ਵੱਲ 34 ਸਾਲ ਬਾਅਦ ਗਿਆ ਸੀ ਕਾਂਗਰਸਾਂ ਦਾ ਰਾਜ ਜੀ। ਉਧਰ ਵੀ ਟੀਮਾਂ ਬਣਾ ਰਹੇ ਆ ਜਿਹੜੀਆਂ ਦੂਜੀਆਂ ਪਾਰਟੀਆਂ ਨਾ, ਮਤਲਬ ਜਿੱਦਾਂ ਹੁਣ ਅਕਾਲੀ ਦਲ ਆ ਜਾਂ ਹੋਰ ਪਾਰਟੀਆਂ ਸਾਰੀਆਂ ਆਪਣੀਆਂ ਟੀਮਾਂ ਬਣਾ ਰਹੇ ਆ ਬਈ ਲੋਕਾਂ ਨੂੰ ਭਰਮਾਉਣਾ ਕਿੱਦਾਂ ਆ ਤੇ ਲੋਕਾਂ ਤੋਂ ਵੋਟ ਕਿੱਦਾਂ ਕਰੋਨਾ ਤੇ ਲੈਣੀ ਆ ਤੇ ਆਪੋ ਵਿੱਚ ਟਕਰਾਉਣਗੀਆਂ। ਸੋਨੀਆ ਗਾਂਧੀ ਨੇ ਵੀ ਇਹ ਟੀਮ ਇੱਕ ਤਿਆਰ ਕੀਤੀ ਆ ਤੇ ਵੀ ਮਤਲਬ ਇਹ ਵੋਟਾਂ ਦੀ ਰਾਜਨੀਤੀ ਜਿੱਦਾਂ ਵੀ ਇੰਡੀਆ 'ਚ ਹੋਣੀ ਆ ਇਹ ਕਰੋਨਾ ਤੇ ਦੇਖ ਲਓ, ਬਿਮਾਰੀ ਦੇ ਨਾਲ ਘੋੜਨਾ ਤਾਂ ਕਰੋਨਾ ਤੇ ਵੀ ਹਾਲ ਮੰਦੀ ਹਾਲ ਬਹੁਤ ਹੋ ਜਾਣੀ ਆ ਜਿੱਦਾਂ ਕਹਿ ਲਓ। ਬਾਕੀ ਮੀਡੀਆ ਜਿਹੜਾ ਆ ਪ੍ਰਿੰਟ ਮੀਡੀਆ ਖਤਮ ਹੋ ਰਿਹਾ ਜਿੱਦਾਂ ਕਹਿ ਲਓ,
ਉਹਦੇ ਪਰਚੇ ਘਟਾਏ ਗਏ। ਜਿੱਦਾਂ ਇੰਗਲਿਸ਼ ਮੀਡੀਆ, ਮੈਂ ਇਹ ਨਹੀਂ ਕਹਿੰਦਾ ਵੀ ਸਾਡਾ ਮੀਡੀਆ, ਵੀ ਸਾਰੇ ਉਹ ਪ੍ਰਿੰਟ ਮੀਡੀਆ ਨੂੰ ਕੋਈ ਆਮਦਨ ਨਹੀਂ ਆ ਰਹੀ, ਜੀ ਉਹ ਖਤਮ ਹੋ ਰਿਹਾ, ਤੇ ਦੂਜਾ ਟਾਕ ਵਾਲਾ ਮੀਡੀਆ ਸਰਵਾਈਵ ਕਰ ਰਿਹਾ ਉਦਾਂ। ਤੇ ਵੀ ਬਾਕੀ ਮੈਂ ਇੱਕ ਗੱਲ ਕਹਿਣਾ ਬਈ ਜਿੱਦਾਂ ਢਿੱਲੋਂ ਸਾਹਿਬ ਨੇ ਫੋਨ ਦੀ ਗੱਲਬਾਤ ਕੀਤੀ ਸੀਗੀ, ਤੇ ਲੈਣ ਦੇਣ ਤਾਂ ਹੈਗਾ ਨਾ ਲੀਡਰਾਂ ਨਾਲ, ਪੁਲਿਸ ਨਾਲ, ਇਹਦਾ ਮੀਡੀਆ ਦਾ ਕੋਈ ਜਿੱਦਾਂ ਕਹਿੰਦੇ ਆਪਾਂ ਫੋਨ ਲਵਾਇਆ ਸੀਗਾ, ਤਾਂ ਉਹ ਲੈਣ ਦੇਣ ਤਾਂ ਹੁੰਦਾ ਹੈ ਨਾ ਮੀਡੀਆ ਦਾ, ਆਪਸ ਵਿੱਚ ਤਾਰ ਤਾਂ ਜੁੜੇ ਹੋ ਨਾ, ਫਿਰ ਮੀਡੀਆ ਤੇ ਐਲੀਗੇਸ਼ਨ ਤਾਂ ਲੱਗਣੇ ਹੀ ਹੁੰਦੇ ਆ ਕਿ ਆਹ ਮਿਲ ਕੇ ਕੰਮ ਕਰਦੇ ਆ। ਕਿਉਂ ਸਰਕਾਰੀ ਦਰਬਾਰੇ ਵੀ ਇਹਨਾਂ ਦੀ ਚੱਲਦੀ ਆ, ਮੀਡੀਆ ਦੀ ਬਹੁਤ ਜ਼ਿਆਦਾ ਚੱਲਦੀ ਆ, ਥਾਣਿਆਂ 'ਚ ਆਮ ਲੋਕਾਂ ਦੇ ਜਦੋਂ ਲੋਕ ਫੋਨ ਕਰ ਦਿੰਦੇ, ਉੱਥੇ ਦਾ ਸਰਕਾਰ ਮੀਡੀਆ ਹੁੰਦਾ ਨਾ ਜੀ, ਉਹਦੀ ਥਾਣੇ 'ਚ ਬਹੁਤ ਪਾਵਰ ਹੁੰਦੀ ਆ, ਹੈਗੀ ਤਾਂ ਪਾਵਰ, ਪਰ ਇਹਨਾਂ ਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ। ਮੈਂ ਤਾਂ ਇਹ ਗੱਲ ਹੀ ਕਹੂੰਗਾ ਤੇ ਮੀਡੀਆ ਨੂੰ ਵੀ ਆਪਣੇ ਆਪ ਤੇ ਕੰਟਰੋਲ ਕਰਨਾ ਚਾਹੀਦਾ। ਇਹ ਤਾਂ ਇੰਨੇ ਵਿਚਾਰ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 0190। ਹਾਂ, ਸਤਿ ਸ੍ਰੀ ਅਕਾਲ ਚੰਨੀ ਸਾਹਿਬ, ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਧੰਨਵਾਦ ਸਾਹਿਬ ਆਏ ਨੇ, ਪਹਿਲੇ ਦੇਖਦੇ ਰਿਪੋਰਟ ਬਹੁਤ ਵਧੀਆ, ਰੋਡ ਮੈਪ ਜਿਹੜਾ ਫੋਰਡ ਸਾਹਿਬ ਨੇ ਬਣਾ ਰਹੇ ਨੇ ਇਹ ਬੜਾ ਸਲੋ ਹੀ ਖੋਲਣਗੇ, ਬਿਲਕੁਲ ਠੀਕ ਹੈ। ਤੇ ਮੈਨੂੰ ਤਾਂ ਉਹੀ ਇੰਡੀਆ ਦੀ ਗੱਲ ਯਾਦ ਆ ਰਹੀ ਹੈ, ਉੱਥੇ ਟ੍ਰੇਨ ਜਦੋਂ ਚੱਲਦੀ ਹੁੰਦੀ ਸੀ, ਕੋਈ ਰਿਪੇਅਰ ਚੱਲ ਰਹੀ ਹੁੰਦੀ ਤਾਂ ਬੜੀ ਕੌਸ਼ਨ ਲੈ ਕੇ ਚਲਾਉਂਦੇ ਹੁੰਦੇ ਸੀ ਟ੍ਰੇਨ ਨੂੰ, ਹੌਲੀ ਹੌਲੀ, ਤੇ ਉਹ ਹਿਸਾਬ ਨਾਲ ਖੋਲਣਗੇ, ਠੀਕ ਹੈ। ਬਾਕੀ ਅੱਜ ਢਿੱਲੋਂ ਸਾਹਿਬ ਨੇ ਗੱਲ ਕੀਤੀ ਹੈ ਇਹਨਾਂ ਦੀ ਡਾਕਟਰ ਮਨਮੋਹਨ ਸਿੰਘ ਦੀ, ਦੇਖੋ ਮੈਂ ਉਹਨੂੰ ਐਜ ਏ ਫਾਈਨੈਂਸ ਮਿਨਿਸਟਰ ਦਾ ਬੜਾ ਕਾਮਯਾਬ ਸਮਝਦਾ, ਬਟ ਐਜ ਏ ਪ੍ਰਾਈਮ ਮਿਨਿਸਟਰ ਉਹ ਟੋਟਲ ਫੇਲ ਸੀ, ਕਿਉਂਕਿ ਜਿਸਲੇ ਉਹ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਕੰਮ ਕੀਤਾ ਉਹਨੂੰ ਫ੍ਰੀ ਹੈਂਡ ਮਿਲਿਆ ਨਰਸਿਮਹਾ ਰਾਓ ਵੱਲੋਂ, ਤੇ ਉਹਨਾਂ ਨੇ ਇਕਨੋਮੀ ਨੂੰ ਚਲਾ ਕੇ ਰੱਖਤਾ। ਜੋ ਵੀ ਇਕਨੋਮੀ ਇੰਡੀਆ ਜੋ ਵੀ ਕੁਛ ਹੈ ਉੱਥੋਂ ਹੀ ਸ਼ੁਰੂਆਤ ਹੋਈ ਜਦੋਂ ਉਹਨਾਂ ਨੇ ਓਪਨ ਕੀਤੀ FDI। ਪਰ ਜਿਸਲੇ ਉਹਨਾਂ ਉਹ ਪ੍ਰਾਈਮ ਮਿਨਿਸਟਰ ਬਣੇ ਨੇ ਤੇ ਉਸ ਟਾਈਮ ਸੋਨੀਆ ਨੇ ਤਾਂ ਉਹਨੂੰ ਦਿੱਤਾ ਹੀ ਨਹੀਂ ਕੋਈ ਇਜਾਜ਼ਤ ਦੀ। ਸੋਨੀਆ ਜਿਸ ਤਰ੍ਹਾਂ ਚਲਾਉਂਦੀ ਸੀ ਉਸ ਤਰ੍ਹਾਂ ਚਲਾਉਂਦੀ ਰਹੀ। ਉਹਨਾਂ ਨੇ ਇੱਕ ਸਿੱਖ ਚਿਹਰਾ ਪੇਸ਼ ਕੀਤਾ, ਇਸ ਕਰਕੇ ਵੀ ਸ਼ਾਇਦ ਅਸੀਂ ਸਿੱਖਾਂ ਦੇ ਜ਼ਖਮਾਂ ਦੇ ਉੱਪਰ ਮਲਮ ਲਾਵਾਂਗੇ, ਪਰ ਨਹੀਂ, ਸਿੱਖਾਂ ਨੂੰ ਕੋਈ ਨਿਆਂ ਨਹੀਂ ਮਿਲਿਆ। ਜੋ ਦਿੱਲੀ 'ਚ ਕੁਛ ਘਾਣ ਵਰਤਿਆ, ਕੁਛ ਨਹੀਂ ਹੋਇਆ। ਇਸ ਜਿਹੜੇ ਕਮਿਸ਼ਨ ਬਿਠਾਏ ਗਏ ਸਾਰੇ ਦਬਾ ਦੂ ਦਿੱਤੇ ਗਏ, ਸਾਰੀਆਂ ਫਾਈਲਾਂ ਫੂਲਾਂ ਇੱਧਰ ਉੱਧਰ ਕਰਤੀਆਂ ਗਈਆਂ ਨੇ, ਖਤਮ ਕਰਤਾ, ਤਾਂ ਕਿ ਲੋਕਾਂ ਨੂੰ, ਉਹਨਾਂ ਲੋਕਾਂ ਮਜਨੂਮਾਂ ਨੂੰ ਨਿਆਂ ਨਾ ਮਿਲੇ। ਤੇ ਨਾ ਹੀ ਕੋਈ ਏਦਾਂ ਦਾ ਕੰਮ ਕੀਤਾ ਸਰਦਾਰ ਮਨਮੋਹਨ ਸਿੰਘ ਨੂੰ ਜਿਸ ਤੇ ਸਿੱਖ ਕਮਿਊਨਿਟੀ ਇਹ ਕਵੇ, ਫਕਰ ਕਰੇ ਵੀ ਉਹਨਾਂ ਨੇ ਜਦੋਂ ਐਜ ਏ ਪ੍ਰਾਈਮ ਮਿਨਿਸਟਰ ਤੌਰ ਤੇ ਸਾਡੇ ਲਈ ਇਹ ਕੀਤਾ। ਮੈਨੂੰ ਨਹੀਂ ਕੋਈ ਦੱਸਿਆ ਜੀ ਕੰਮ, ਕੋਈ ਹੋਏ ਤਾਂ ਕੋਈ ਦੱਸ ਸਕਦਾ ਹੋਏ ਜ਼ਰੂਰ ਦੱਸੇ। ਬਾਕੀ ਉਹ ਜੈਸੇ ਫਾਈਨੈਂਸ ਮਿਨਿਸਟਰ ਦੇ ਤੌਰ ਤੇ ਮੈਂ ਜਦੋਂ ਗੱਲ ਕਰਦਾ ਉਹ ਬਹੁਤ ਵਧੀਆ ਸੀ। ਇਹਦੇ ਨਾਲ ਇੱਕ ਗੱਲ ਹੋਰ ਬੜੀ ਅੱਜ ਇੰਟਰਸਟਿੰਗ ਹੋ ਰਹੀ ਹੈ, ਜਿੱਦਾਂ ਮਨਮੋਹਨ ਸਿੰਘ ਜੀ ਨੇ ਕਿਤੇ ਵੀ ਕੋਈ ਇਲੈਕਸ਼ਨ ਨਹੀਂ ਲੜੀ, ਸਿਰਫ ਪਹਿਲੀ ਇੱਕ ਦਿੱਲੀ ਦੀ ਜਿਹੜੀ ਲੜੀ ਸੀ ਉਹ ਹਾਰ ਗਏ ਸੀ, ਉਹਦੇ ਬਾਅਦ ਉਹ ਸਦਾ ਹੀ ਰਾਜ ਸਭਾ ਤੋਂ ਨੋਮੀਨੇਟ ਹੁੰਦੇ ਸੀ ਅਸਾਮ ਤੋਂ, ਤੇ ਐਜ ਏ ਪ੍ਰਾਈਮ ਮਿਨਿਸਟਰ ਬਣ ਜਾਂਦੇ ਸੀ। ਅੱਜ ਉਹੀ ਪੋਜੀਸ਼ਨ ਮਹਾਰਾਸ਼ਟਰ 'ਚ ਪਹੁੰਚ ਗਈ ਹੈ। ਉੱਥੇ ਉਧਵ ਠਾਕਰੇ ਨੋਮੀਨੇਟ ਹੀ ਹੋਇਆ ਸੀ, ਉਹ ਹਜੇ ਇਲੈਕਸ਼ਨ ਨਹੀਂ ਲੜੀ ਹੈ, ਤੇ ਉਹਨੂੰ ਇਲੈਕਸ਼ਨ ਲੜ ਕੇ ਫਿਰ ਉਹਦਾ ਜਿਹੜਾ ਚੀਫ ਮਿਨਿਸਟਰ ਬਣਿਆ ਨਾ ਉਹਨਾਂ ਕਨਫਰਮ ਹੋਣਾ ਸੀ ਅੱਗੋਂ, ਫਿਰ ਉਹਨੂੰ, ਪਰ ਹੁਣ ਉੱਥੇ ਕਿਉਂਕਿ ਕਰੋਨਾ ਚੱਲ ਰਿਹਾ, ਇਲੈਕਸ਼ਨ ਲੜ ਨਹੀਂ ਰਹੀ, ਤੇ ਉਹਨਾਂ ਨੂੰ ਨੋਮੀਨੇਟ ਕਰਨ ਦੀ ਗੱਲ ਥਰੂ ਉਹਦੇ ਵਿਧਾਨ ਪ੍ਰੀਸ਼ਦ ਦੇ ਥਰੂ ਹੋ ਰਹੀ ਹੈ, ਜਿਹਦੇ ਚ ਬੀਜੇਪੀ ਅੜਿੱਕਾ ਪਾਏਗੀ ਅੰਡਰਸਟੂਡ ਹੀ ਦਿਸਦਾ ਪਿਆ। ਤੇ ਉੱਥੇ ਇੱਕ ਸੰਵਿਧਾਨਕ ਸੰਕਟ ਮਹਾਰਾਸ਼ਟਰ ਚ ਕਲੀਅਰ ਦਿਸਦਾ ਪਿਆ। ਬਾਕੀ ਗੱਲ ਕਰ ਲਈਏ ਪੰਜਾਬ ਦੇ ਫਾਈਨੈਂਸ਼ੀਅਲ ਪੈਕੇਜ, ਦੇਖੋ ਜੋ ਕੁਝ ਇਹਨਾਂ ਨੇ ਹੁਣ ਕੀਤਾ ਤਰਨਤਾਰਨ ਦੇ ਵਿੱਚ, ਅੱਜ ਮੈਂ ਦੇਖ ਰਿਹਾ ਸੀ ਟੀਵੀ ਦੇ ਉੱਪਰ ਵੀ ਜਿਹੜੀ ਐਂਬੂਲੈਂਸ ਭੇਜੀ ਹੈ, ਉਹ ਐਂਬੂਲੈਂਸ ਵੀ ਜਿਹੜੀ ਐਂਬੂਲੈਂਸ ਹੈ ਬਿਲਕੁਲ ਖਰਾਬ, ਉਹ ਚ ਮਿੱਟੀ, ਡਸਟ, ਘੱਟਾ ਜੋ ਕੁਝ ਪਿਆ ਸੀ। ਏਦਾਂ ਦੀ ਐਂਬੂਲੈਂਸ ਚਲਾ ਕੇ ਤੁਸੀਂ ਕਿਸੇ ਨੂੰ ਲੈ ਕੇ ਜਾਓਗੇ, ਉਹ ਬੰਦਾ ਬਿਮਾਰ ਨਹੀਂ ਹੋਵੇਗਾ, ਹੋਰ ਹੀ ਬਿਮਾਰ ਹੋ ਜਾਏਗਾ। ਬਿਲਕੁਲ। ਤੇ ਰਹੀ ਗੱਲ ਪੰਜਾਬ ਦੇ ਵਿੱਚੋਂ, ਦੇਖੋ ਇਹ ਕੋਈ ਨਹੀਂ ਫਾਈਨੈਂਸ਼ੀਅਲ ਪੈਕੇਜ ਦੇ ਰਹੇ ਨੇ ਕਿਸੇ ਨੂੰ, ਜਿਹੜੇ ਫਰੰਟ ਵਰਕਰ, ਹੈਲਥ ਵਰਕਰ ਲੱਗੇ ਨੇ ਉਹਨਾਂ ਨੂੰ ਕੁਝ ਨਹੀਂ ਮਿਲ ਰਿਹਾ। ਅਸੀਂ ਤਾਂ ਇਹ ਦੇਖੋ ਜੀ, ਹੁਣ ਜਿਹੜੇ ਹੁਣ ਲੱਗੇ ਨੇ, ਕੀ ਨਾਮ ਹੈ, ਇੰਟਰਨਲ ਡਾਕਟਰਸ ਹੈ, ਵਿਚਾਰੇ MBBS ਪੜ੍ਹੇ ਹੋਏ ਨੇ, ਇੰਟਰਨਲ ਹੀ ਹੈ, ਚਲੋ ਨਹੀਂ ਹਜੇ ਸਟਾਰਟ ਕੀਤੀ ਉਹਨਾਂ ਨੇ ਪ੍ਰੈਕਟਿਸ। ਈਵਨ ਜਿਹੜੇ ਫਾਰਮੇਸੀ ਗ੍ਰੈਜੂਏਟਸ ਹੈ ਉਹਨਾਂ ਨੂੰ ਵੀ ਇਹਨਾਂ ਨੇ ਪੱਕਾ ਨਹੀਂ ਕੀਤਾ, ਤੇ ਉਹਨਾਂ ਨੂੰ ਦੇ ਰਹੇ 10,000 ਰੁਪਇਆ ਸਿਰਫ, ਜਿਹੜੀ ਕਿ ਇੱਕ ਮਿਨੀਮਮ ਜਿਹੜੀ ਪੇ ਹੁੰਦੀ ਨੇ 350 ਰੁਪਏ ਇੱਕ ਲੇਬਰ ਦੀ, ਵਰਕਰ ਦੀ ਰੋਜ਼ ਦੀ, ਉਹ ਵੀ ਨਹੀਂ ਬਣਦੀ। ਤੇ ਇੱਕ ਪੜ੍ਹੇ ਲਿਖੇ ਬੰਦੇ ਨੂੰ 10,000 ਰੁਪਇਆ ਦੇ ਰਹੇ ਹੋ, ਤੇ ਹੋਰ ਜਿਹੜੇ ਆਸ਼ਾ ਵਰਕਰ ਲਾਏ ਨੇ ਗਰੀਬ, ਉਹ ਤਾਂ ਗਰੀਬ ਬੰਦੇ ਹੈ, ਜਿਹੜੀਆਂ ਭੈਣਾਂ ਲੱਗੀਆਂ ਨੇ, ਜਿਹੜੀਆਂ ਬੀਬੀਆਂ ਲੱਗੀਆਂ ਨੇ ਆਸ਼ਾ ਵਰਕਰ, ਉਹ ਦੱਸੋ ਕੀ ਉਹਨਾਂ ਨੂੰ 2,000 ਰੁਪਇਆ ਜਾਂ 3,000 ਰੁਪਇਆ ਦੇ ਰਿਹਾ, ਤੇ ਉਹਨਾਂ ਨੂੰ ਭੇਜਦੇ ਨੇ ਉੱਥੇ ਜਿੱਥੇ ਵੀ ਉਹਨਾਂ ਨੂੰ ਲੱਗਦੇ ਨੇ ਵੀ ਕਰੋਨਾ ਦੇ ਕੇਸ ਕੋਈ ਹੈ ਸਸਪੈਕਟਡ, ਵੀ ਉਹਨਾਂ ਲੋਕਾਂ ਨੂੰ ਕੁਆਰੰਟਾਈਨ ਕਰਨ ਜਾਓ, ਇਹ ਜਾਓ। ਉਹ ਲੋਕੀ ਆਪਣੀ ਜ਼ਿੰਦਗੀਆਂ ਰਿਸਕਾਂ ਦੇ ਪਾ ਰਹੇ ਸਿਰਫ 2,000 ਰੁਪਏ 3,000 ਰੁਪਏ ਪਿੱਛੇ, ਤੇ ਪੰਜਾਬ ਗਵਰਨਮੈਂਟ ਕੁਝ ਨਹੀਂ ਦੇ ਰਹੀ। ਇਸ ਤੋਂ ਥੋੜਾ ਜਿਹਾ ਆਪਣਾ ਪੜੋਸੀ ਜਿਹੜਾ ਹੈਗਾ ਨੀ ਰਾਜ, ਉਹ ਹਰਿਆਣਾ ਹੀ ਦੇਖ ਲਓ, ਉਹਨਾਂ ਨੇ ਕਮ ਸੇ ਕਮ ਡਬਲ ਕਰਤੀਆਂ ਉਹਨੇ ਤਨਖਾਹਾਂ ਹੈਲਥ ਵਰਕਰਸ ਦੀਆਂ। ਥੈਂਕ ਯੂ ਜੀ। ਓਕੇ ਜੀ, ਧੰਨਵਾਦ ਜੀ। ਵਾਕਿਆ ਹਰਿਆਣਾ ਨੇ ਤਾਂ ਖੇਡਾਂ ਨੂੰ ਵੀ ਬੜਾ ਪ੍ਰਮੋਟ ਕੀਤਾ।
ਜੀ ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ? ਬਿਲਕੁਲ ਬਿਲਗਾ ਸਾਹਿਬ ਨੇ ਬੜੇ ਵਿਸਥਾਰ ਨਾਲ ਗੱਲਾਂ ਕੀਤੀਆਂ, ਲੇਕਿਨ ਮੈਂ ਦੋ ਮਾਮਲਿਆਂ ਦੀ ਗੱਲ ਕਰੂੰਗਾ ਡਾਕਟਰ ਮਨਮੋਹਨ ਸਿੰਘ ਬਾਰੇ ਜੀ। ਸਰਦਾਰ ਹਰਚਰਨ ਸਿੰਘ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਜਨਰਲ ਹੁੰਦੇ ਸੀ ਜੀ, ਉਹਨਾਂ ਨੇ ਅਸਤੀਫਾ ਦਿੱਤਾ ਸੀ। ਉਸ ਤੋਂ ਪਹਿਲਾਂ ਉਹ ਕਿਸੇ ਬੈਂਕ ਦੇ ਵਿੱਚ ਸੀ, ਵੱਡੇ ਬੈਂਕਰ ਸੀ, ਵੱਡੇ ਆਫੀਸਰ ਸੀ, ਸ਼ਾਇਦ ਮੇਰਾ ਖਿਆਲ ਭਾਰਤ ਪੱਧਰ ਦੇ ਉੱਤੇ ਨੰਬਰ 2 ਦੇ ਸੀ ਜੀ। ਉਸ ਤੋਂ ਬਾਅਦ ਉਹ ਇੰਡੀਅਨ ਐਕਸਪ੍ਰੈਸ ਦੇ ਵਿੱਚ ਚਲੇ ਗਏ, ਉਧਰੋਂ ਨੌਕਰੀ ਛੱਡ ਕੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਜਾ ਕੇ ਉਹਨਾਂ ਨੇ ਕਾਫੀ ਕੰਮ ਚਲਾਇਆ ਜੀ। ਤੇ ਫਿਰ ਉਸੇ ਸਮੇਂ ਦੌਰਾਨ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮਿਲਦੇ ਆ ਤੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਸਰਦਾਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਾਬਾ ਬੜਾ ਆਜ਼ਮ ਨਿਰਾਲਾ ਹੈ ਜੀ, ਤੁਹਾਡੇ ਵਰਗੇ ਬੰਦੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਬੈਂਕਾਂ ਦਾ ਤਜਰਬਾ ਵੀ ਹੈ, ਜਿਨ੍ਹਾਂ ਨੂੰ ਇਸ ਗੱਲ ਦਾ ਤਜਰਬਾ ਵੀ ਹੈ ਵੀ ਕਿਵੇਂ ਕਾਰੋਬਾਰ ਚਲਾਉਣਾ, ਤੁਸੀਂ ਇੱਕ ਅਖਬਾਰ ਦੇ ਵੀ ਦੇਖਦੇ ਰਹੇ ਹੋ ਮੈਨੇਜਮੈਂਟ, ਤੇ ਕਿਰਪਾ ਕਰਕੇ ਗੁਰੂ ਦੇ ਨਾਂ ਤੇ ਤੁਸੀਂ ਇੱਧਰ ਆ ਜਾਓ ਜੀ। ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਚਲੇ ਗਏ ਸੀ, ਸੈਕਟਰੀ ਜਨਰਲ ਬਣਾਤਾ ਸੀ ਜੀ। ਉਹਨਾਂ ਦੇ ਉੱਤੇ ਇਲਜ਼ਾਮ ਵੀ ਲੱਗਦਾ ਰਿਹਾ, ਮੈਂ ਵੀ ਉਹਨਾਂ ਵਿੱਚੋਂ ਇੱਕ ਸੀ, ਕਿਉਂਕਿ ਉਹਨਾਂ ਦੀ ਤਨਖਾਹ 3 ਲੱਖ ਰੁਪਇਆ ਰੱਖੀ ਹੋਈ ਸੀ ਜੀ। ਔਰ ਬਾਅਦ ਵਿੱਚ ਮੈਂ ਉਹਨਾਂ ਦੀ ਇੱਕ ਇੰਟਰਵਿਊ ਸੁਣੀ ਕਿ ਉਹ ਤੋਂ ਪਹਿਲਾਂ ਜਿਸ ਤਨਖਾਹ ਤੇ ਉਹ ਕੰਮ ਕਰਦੇ ਸੀ, ਉਹ ਤਨਖਾਹ ਪੱਤੇ ਪੁੱਤੇ ਮਿਲਾ ਕੇ ਲਗਭਗ 15 ਲੱਖ ਰੁਪਇਆ ਬਣ ਜਾਂਦਾ ਸੀ। ਜੇ 15 ਲੱਖ ਰੁਪਏ ਵਾਲਾ ਬੰਦਾ 3 ਲੱਖ ਰੁਪਏ ਲੈਂਦਾ ਤਾਂ ਉਸ ਕੋਈ ਯੋਗਤਾ ਹੋਣੀ ਹੈ ਜੀ। ਅੱਜ ਜਿਹੜੀ ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀਗਾ, ਉਹ ਸਿੱਖ ਭਾਈਚਾਰੇ ਦੇ ਦੁਖਾਂਤ ਦੀ ਗੱਲ ਕਰਦੇ ਸੀ ਕਿ ਸਾਡੇ ਭਾਈਚਾਰੇ ਦੀ ਹਾਲਤ ਕੀ ਹੋਈ ਹੈ ਜੀ। ਉਹ ਕਹਿੰਦੇ ਸੀ ਸਾਡੇ ਕੋਲੇ ਪੋਲੀਟੀਕਲ ਪਾਰਟੀਆਂ ਹੈਗੀਆਂ, ਕਾਂਗਰਸ ਪਾਰਟੀ ਨੂੰ ਤਾਂ ਆਪਾਂ ਸਿੱਖਾਂ ਦੀ ਸੋਚ ਹੀ ਨਹੀਂ ਸਕਦੇ ਕਿ ਇਹ ਸਿੱਖਾਂ ਦੇ ਨੇੜੇ ਤੇੜੇ ਹੋਊਗੀ ਜੀ। ਲੇਕਿਨ ਅਕਾਲੀ ਦਲ ਨੂੰ ਇਹ ਸਮਝਿਆ ਜਾਂਦਾ ਸੀ ਕਿ ਸਿੱਖਾਂ ਦੀ ਪਾਰਟੀ ਹੈ। ਲੇਕਿਨ ਸਰਦਾਰ ਹਰਚਰਨ ਸਿੰਘ ਕਹਿੰਦੇ ਕਿ ਅਕਾਲੀ ਦਲ ਤੋਂ ਵੀ ਸਾਨੂੰ ਕਿਸੇ ਕਿਸਮ ਦੀ ਕੋਈ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਜਾਂ ਸਿੱਖਾਂ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਨਹੀਂ ਸਮਝਣਾ ਚਾਹੀਦਾ ਜੀ। ਉਹਨਾਂ ਨੇ ਫਿਰ ਇੱਕ ਜ਼ਿਕਰ ਕੀਤਾ ਹੈ, ਤੁਹਾਡੇ ਯਾਦ ਹੋਣਾ ਹੈ ਕਿ ਜਦੋਂ 1965 ਦੀ ਜੰਗ ਹੋਈ ਹੈ, 1965 ਦੀ ਜੰਗ ਵੇਲੇ ਲਾਲ ਬਹਾਦਰ ਸ਼ਾਸਤਰੀ ਨੇ ਕੱਚ ਦੇ ਇਲਾਕੇ ਨੂੰ, ਜਿਹੜਾ ਪਾਕਿਸਤਾਨ ਦੇ ਨਾਲ ਲੱਗਦਾ ਗੁਜਰਾਤ ਦੇ ਵਿੱਚ ਜੀ, ਉੱਥੇ ਪੰਜਾਬੀ ਕਿਸਾਨਾਂ ਨੂੰ ਜ਼ਮੀਨਾਂ ਅਲਾਟ ਕਰਤੀਆਂ ਸੀ ਕਿ ਤੁਸੀਂ ਆਓ। ਦੋ ਗੱਲਾਂ ਸੀ, ਇੱਕ ਤਾਂ ਕਿ ਜਿਹੜੀਆਂ ਬੇਆਬਾਦ ਜ਼ਮੀਨਾਂ ਇਹਨਾਂ ਨੂੰ ਆਬਾਦ ਕਰੋ ਜੀ। ਦੂਸਰਾ ਇਹ ਸੀ ਕਿ ਉਹ ਪਾਕਿਸਤਾਨ ਵਾਲੇ ਪਾਸੇ ਜਿਹੜੇ ਧਾੜਵੀ ਆਉਂਦੇ ਸੀ ਤੇ ਸਿੱਖ ਕਿਸਾਨ ਉਹਨਾਂ ਦਾ ਮੁਕਾਬਲਾ ਕਰ ਸਕਦੇ ਸੀ ਜੀ। ਇਸ ਪੱਖ ਤੋਂ ਦਿੱਤਾ ਸੀ। ਲੇਕਿਨ ਬੜੇ 1965 ਤੋਂ ਜਿਹੜੇ ਲੋਕ ਬੈਠੇ ਤੇ ਫਿਰ ਇੱਕ ਡਿਪਟੀ ਕਮਿਸ਼ਨਰ ਨੇ ਉੱਥੋਂ ਦੇ ਨੇ ਕੋਈ ਮਹਾਰਾਸ਼ਟਰ ਦਾ ਹਵਾਲਾ ਦੇ ਕੇ ਕਦੇ ਉਹ ਇਲਾਕਾ ਮਹਾਰਾਸ਼ਟਰ ਦੇ ਵਿੱਚ ਹੁੰਦਾ ਸੀ, ਉਹ ਟੈਂਡੈਂਸੀ ਐਕਟ ਦੇ ਤਹਿਤ ਉਹਨਾਂ ਦੇ ਖਿਲਾਫ ਕੇਸ ਜਿਹੜਾ ਆਪਣਾ ਫੈਸਲਾ ਕਰਤਾ ਕਿ ਇਹਨਾਂ ਲੋਕਾਂ ਤੋਂ ਜ਼ਮੀਨਾਂ ਦਾ ਹੱਕ ਖੋਇਆ ਜਾਂਦਾ ਹੈ। ਉਹ ਜਿਹੜੇ ਸਿੱਖ ਕਿਸਾਨੀ ਸੀ ਹਾਈ ਕੋਰਟ ਚਲੇ ਗਏ, ਹਾਈ ਕੋਰਟ ਦੇ ਵਿੱਚ ਉਹ ਕੇਸ ਜਿੱਤ ਗਏ। ਮੋਦੀ ਸਾਹਿਬ ਉਹ ਪ੍ਰਧਾਨ ਮੰਤਰੀ ਸੀ, ਮੁੱਖ ਮੰਤਰੀ ਸੀ, ਇਹਨਾਂ ਨੇ ਅਪੀਲ ਕਰਤੀ ਜੀ। ਔਰ ਉਹ ਅਪੀਲ ਵਾਪਸ ਕਰਵਾਉਣ ਵਾਸਤੇ ਬੜੇ ਪਾਪੜ ਵੇਲੇ, ਲੇਕਿਨ ਕਿਸੇ ਨੇ ਕੁਛ ਨਹੀਂ ਕੀਤੀ। ਮੋਦੀ ਸਾਹਿਬ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸਰਦਾਰ ਨਰਿੰਦਰ ਸਿੰਘ ਮੋਦੀ ਦਾ ਖਿਤਾਬ ਦਿੱਤਾ ਹੋਇਆ ਯਾਦ ਕਰੋ ਤੁਸੀਂ, ਜਦੋਂ ਇਹ ਗਏ ਸੀ ਉਹਨਾਂ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ, ਉਹਨਾਂ ਨੂੰ ਪੱਗ ਦੇ ਕੇ ਇਹਨਾਂ ਨੇ ਗੱਲ ਕਹੀ ਸੀ। ਸੋ ਦੂਜੀ ਉਹਨਾਂ ਨੇ ਗੱਲ ਕੀਤੀ ਕਿ ਹਰਿਆਣੇ ਦੇ ਵਿੱਚ ਜਿਹੜੀਆਂ ਜ਼ਮੀਨਾਂ ਸੀ, ਪੰਚਾਇਤੀ ਜ਼ਮੀਨਾਂ, ਕਿਤੇ ਪੰਚਾਇਤੀ ਜ਼ਮੀਨਾਂ 1950 ਦੇ ਵਿੱਚ ਜਿਹੜੀ ਸਿੱਖ ਕਿਸਾਨੀ ਬਹੁੰਦੀ ਆਉਂਦੀ ਸੀ ਤੇ ਫਿਰ ਉਹਨਾਂ ਤੋਂ ਉਹ ਅਦਾਲਤਾਂ ਦੇ ਵਿੱਚ ਕੇਸ ਚਲਾਏ। ਉਹਨਾਂ ਨੇ ਕੇਸ ਉਹ ਅਦਾਲਤਾਂ ਚੋਂ ਹੇਠਲੀਆਂ ਚੋਂ ਹਾਰ ਗਏ, ਹਾਈ ਕੋਰਟ ਚੋਂ ਵੀ ਹਾਰ ਗਏ, ਸੁਪਰੀਮ ਕੋਰਟ ਚੋਂ ਵੀ ਆ ਗਏ ਔਰ ਸਪਸ਼ਟ ਸੀ ਕਿ ਉਹ ਜ਼ਮੀਨਾਂ ਉਹਨਾਂ ਤੋਂ ਖੁੱਸ ਜਾਣਗੀਆਂ। ਤਾਂ ਉਸ ਵੇਲੇ ਸਰਦਾਰ ਤਰਲੋਚਨ ਸਿੰਘ ਜਿਹੜੇ ਰਾਜ ਸਭਾ ਦੇ ਮੈਂਬਰ ਹੁੰਦੇ ਸੀ, ਉਹ ਉਹਨਾਂ ਕਿਸਾਨਾਂ ਨੂੰ ਨਾਲ ਲੈ ਕੇ ਤੇ ਇਹ ਆਪਣੇ ਸਰਦਾਰ ਹਰਚਰਨ ਸਿੰਘ ਦਿੱਲੀ ਵਾਲੇ ਡਾਕਟਰ ਮਨਮੋਹਨ ਸਿੰਘ ਨੂੰ ਮਿਲੇ ਕਿ ਡਾਕਟਰ ਸਾਹਿਬ ਸਾਡਾ ਕੁਛ ਆ ਕਰੋ, ਇਹਦੇ ਬਾਰੇ ਗੱਲ ਕਰੋ। ਤੇ ਉਦੋਂ ਡਾਕਟਰ ਮਨਮੋਹਨ ਸਿੰਘ ਨੇ ਫੋਨ ਕੀਤਾ ਹੁੱਡਾ ਨੂੰ ਕਿ ਆਹ ਭਾਈ ਜਿਹੜੇ ਕਿਸਾਨ ਹੈ ਇਹਨਾਂ ਦਾ ਉਜਾੜਾ ਕਿਉਂ ਹੁੰਦਾ, ਇਹਨਾਂ ਦਾ ਕੁਛ ਕਰੋ। ਔਰ ਇਤਿਹਾਸ ਦੇ ਵਿੱਚ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਪਹਿਲੀ ਵਾਰ ਡਾਕਟਰ ਮਨਮੋਹਨ ਸਿੰਘ ਦਾ ਦਖਲ ਹੋਇਆ ਕਿ ਹਰਿਆਣਾ ਦੀ ਵਿਧਾਨ ਸਭਾ ਨੇ ਇੱਕ ਰੈਗੂਲੇਸ਼ਨ ਪਾਸ ਕੀਤਾ ਤੇ ਉਹਨਾਂ ਲੋਕਾਂ ਨੂੰ 99 ਸਾਲ ਲਈ ਜ਼ਮੀਨ ਜਿਹੜੀ ਹੈ ਉਹ ਲੀਜ਼ ਤੇ ਦੇ ਦਿੱਤੀ। ਉਹ ਅੱਜ ਖੇਤੀਬਾੜੀ ਕਰਦੇ ਹੈ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜੇ ਭਾਈਚਾਰੇ ਦਾ ਬੰਦਾ ਹੋਊਗਾ ਉਹ ਕੁਛ ਨਾ ਕੁਛ ਤਾਂ ਕਰ ਹੀ ਸਕਦਾ, ਕੁਛ ਨਾ ਕੁਛ ਉਹ ਕਰਦਾ ਹੈ। ਪਾਰਟੀ ਭਾਵੇਂ ਉਹ ਮਾੜੀ ਸੀ। ਦੂਜਾ ਮੈਂ ਬਿਲਗਾ ਸਾਹਿਬ ਨੂੰ ਇਹ ਦੱਸਣਾ ਚਾਹੁੰਦਾ ਕਿ ਪੰਜਾਬ ਦੀ ਵਿਧਾਨ ਸਭਾ ਨੇ ਇੱਕ ਰੈਗੂਲੇਸ਼ਨ ਪਾਸ ਕੀਤਾ ਸੀ ਡਾਕਟਰ ਮਨਮੋਹਨ ਸਿੰਘ ਦਾ ਧੰਨਵਾਦ ਕਰਨ ਵਾਸਤੇ ਸਰਵਸੰਮਤੀ ਦੇ ਨਾਲ ਕਿ ਡਾਕਟਰ ਮਨਮੋਹਨ ਸਿੰਘ ਨੇ ਪੰਜਾਬ ਨੂੰ ਪ੍ਰਧਾਨ ਮੰਤਰੀ ਹੁੰਦਿਆਂ ਜਦੋਂ ਵੀ ਅਸੀਂ ਗਏ ਜੋ ਮੰਗਿਆ ਉਹਨਾਂ ਨੇ ਦਿੱਤਾ ਹੈ। ਉਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਨਹੀਂ ਸੀ, ਪੰਜਾਬ ਦਾ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ, ਤੇ ਪ੍ਰਕਾਸ਼ ਸਿੰਘ ਬਾਦਲ ਨੇ ਰੈਗੂਲੇਸ਼ਨ ਮੂਵ ਕੀਤਾ ਸੀ।
ਸੋ ਜਦੋਂ ਅਸੀਂ ਉਹ ਠੀਕ ਹੈ ਵੀ ਉਹ ਫੇਲ ਹੋ ਗਿਆ, ਉਹ ਬਤੌਰ ਪ੍ਰਧਾਨ ਮੰਤਰੀ ਚੱਲ ਨਹੀਂ ਸਕਦਾ, ਉਹ ਐ ਨਹੀਂ, ਉਹ ਸਾਰੀਆਂ ਗੱਲਾਂ ਆਪਦੀ ਥਾਂ ਤੇ ਠੀਕ ਹੈ। ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ, ਮੇਰਾ ਕੰਸਰਨ ਸਿਰਫ ਤੇ ਸਿਰਫ ਪੰਜਾਬ ਨਾਲ ਹੈ ਕਿ ਪੰਜਾਬ ਦੀ ਖਾਤਰ ਡਾਕਟਰ ਮਨਮੋਹਨ ਸਿੰਘ ਜ਼ਰੂਰ ਕੁਝ ਕਰ ਸਕਦੇ ਹੈ, ਕੋਈ ਸ਼ੱਕ ਨਹੀਂ ਇਹਦੇ 'ਚ। ਤੇ ਥੋੜਾ ਜਿਹਾ ਮੈਂ ਨਾਲ ਹੀ ਗੱਲ ਕਹਿ ਦਿਆਂ ਕਿ ਟਾਂਡੀ ਜੀ ਵੀ ਕਹਿ ਕੇ ਗਏ ਹੈ, ਮੈਂ ਓਪਨਲੀ ਜ਼ਿਕਰ ਕਰਤਾ ਸੀ ਕਿ ਜਗਮੀਤ ਸਿੰਘ ਬਰਾੜ ਨੂੰ ਕਹਿ ਕੇ ਮੈਂ ਟੈਲੀਫੋਨ ਲਿਆ ਸੀ, ਕਹਿੰਦੇ ਪੋਲੀਟੀਕਲ ਬੰਦਿਆਂ ਨਾਲ ਇਹਨਾਂ ਦੇ ਲਿੰਕ ਹੁੰਦੇ ਹੈ। ਸ਼ਾਇਦ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਜਗਮੀਤ ਸਿੰਘ ਬਰਾੜ ਜਦੋਂ ਮੈਂ ਪੱਤਰਕਾਰਤਾ 'ਚ ਨਹੀਂ ਸੀ, ਮੇਰੀ ਉਹਦੇ ਨਾਲ ਦੋਸਤੀ ਉਸ ਵੇਲੇ ਦੀ 1975 ਦੀ, ਉਹ ਉਦੋਂ ਤੋਂ ਲੈ ਕੇ ਹੁਣ ਤੱਕ ਬੜੇ ਖੱਟੇ ਮਿੱਠੇ ਸੰਬੰਧ ਵੀ ਰਹੇ ਹੈ। ਮੈਂ ਉਹਨਾਂ ਦਾ ਕਈ ਮਾਮਲਿਆਂ 'ਚ ਆਲੋਚਕ ਵੀ ਰਿਹਾ, ਪਰ ਮੈਂ ਇੱਕ ਸਮਾਜਿਕ ਪ੍ਰਾਣੀ ਹਾਂ ਤੇ ਸਮਾਜਿਕ ਪ੍ਰਾਣੀ ਤੁਸੀਂ ਅਸੀਂ ਸਾਰੇ ਹੀ ਹਾਂ। ਸਮਾਜਿਕ ਪ੍ਰਾਣੀ ਹੁੰਦਿਆਂ ਹੋਇਆ ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ। ਮੈਂ ਕੋਈ ਉੱਠ ਘੋੜਾ ਨਹੀਂ ਲਿਆ, ਇੱਕ ਟੈਲੀਫੋਨ ਦਾ ਕੁਨੈਕਸ਼ਨ ਲਿਆ ਸੀ। ਇਹ ਜੇ ਮੈਨੂੰ ਉਹਨੇ ਟੈਲੀਫੋਨ ਕੁਨੈਕਸ਼ਨ ਦਿੱਤਾ ਤਾਂ ਮੈਂ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦੀ ਮਦਦ ਕੀਤੀ ਹੋਊਗੀ। ਮੇਰਾ ਖਿਆਲ ਹੈ ਇਸ ਚੀਜ਼ ਦੇ ਨਾਲ ਨਾ ਤੁਸੀਂ ਸਾਰੇ ਮੀਡੀਆ ਨੂੰ ਤੋਲਿਆ ਕਰੋ ਕਿ ਮੀਡੀਆ ਦਾ ਸਾਰਾ ਹੀ ਹੋਇਆ। ਜੇ ਮੀਡੀਆ ਉੱਥੋਂ ਦਾ ਹੋਇਆ ਤਾਂ ਫਿਰ ਮੀਡੀਆ ਅਮਰੀਕਾ ਦਾ ਵੀ ਕੋਈ ਚੰਗਾ ਨਹੀਂ, ਤੇ ਮੀਡੀਆ ਕੈਨੇਡਾ ਦਾ ਵੀ ਕੋਈ ਚੰਗਾ ਨਹੀਂ। ਮੀਡੀਆ ਫਿਰ ਇੱਕੋ ਜਿਹੀ ਹੈ ਸਾਰੇ ਥਾਵਾਂ ਤੇ ਲੀਡਰ ਵੀ ਸਾਰੇ ਥਾਵਾਂ ਤੇ ਇੱਕੋ ਜਿਹੇ ਹੁੰਦੇ ਹੈ। ਬਿਲਕੁਲ ਜੀ, ਬਿਲਕੁਲ। ਆਪਣੇ ਨਾਲ WhatsApp ਤੇ ਜੁੜੇ ਵੀਰ, ਉਹਨਾਂ ਦੀ ਕਾਲ ਲੈ ਲਈ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਚੰਦੀ ਤੋਂ। ਅਸੀਂ ਢਿੱਲੋਂ ਸਾਹਿਬ, ਮੈਂ ਜਾਦੂ ਸਿੰਘ ਢੋਟਾ ਬੋਲਦਾ ਜੀ। ਜੀ ਹਾਂਜੀ ਹਾਂਜੀ, ਕੀ ਹਾਲ ਹੈ ਜੀ? ਹਾਂਜੀ, ਮੈਂ ਜੀ ਬਿਲਕੁਲ ਢਿੱਲੋਂ ਸਾਹਿਬ ਨਾਲ ਸਹਿਮਤ ਹਾਂ। ਇਹ ਗੱਲਾਂ 1990 ਦੀਆਂ ਵਾ, ਢਿੱਲੋਂ ਸਾਹਿਬ ਦੀ ਜ਼ਬਾਨੀ ਆ। ਤਾਂ ਅੱਜ ਮੇਰੀ 32 ਸਾਲ 33 ਸਾਲ ਉਮਰ ਆ, ਮੇਰਾ ਬੱਚਾ 2 ਸਾਲ ਦਾ, ਉਹ ਫੋਨ ਤੇ ਉਂਗਲਾਂ ਮਾਰ ਰਿਹਾ ਵਾ। ਉਹ ਉਸ ਸਮੇਂ ਦੀ ਇੱਕ ਲੋੜ ਸੀ ਇੱਕ ਟੈਲੀਫੋਨ ਲਵਾਉਣਾ, ਕਿਉਂਕਿ ਉਦੋਂ ਜ਼ਮਾਨਾ ਕਿਹੜਾ ਸੀ 1990 ਦਾ। ਉਦੋਂ ਕੋਈ ਲੋਕਾਂ ਕੋਲ ਸਾਧਨ ਨਹੀਂ ਹੁੰਦੇ ਸੀ, ਕੋਈ ਲੋਕਾਂ ਕੋਲ ਗੱਲ ਸੁਣਾਉਣ ਲਈ। ਜੇ ਢਿੱਲੋਂ ਸਾਹਿਬ ਨੇ ਜਗਮੀਤ ਬਰਾੜ ਨੂੰ ਕਹਿ ਕੇ ਫੋਨ ਲਵਾ ਲਿਆ, ਉਹਦੇ ਵਿੱਚ ਲੁਕਾਈ ਦਾ ਭਲਾ ਹੈ। ਜੇ ਇੱਕ ਪੱਤਰਕਾਰ ਨੇ ਫੋਨ ਲਵਾ ਲਿਆ, ਤੁਹਾਨੂੰ ਪਤਾ ਹੀ ਉਦੋਂ ਜ਼ਮਾਨਾ ਕਿਹੜਾ, ਪੁਲਿਸ ਦਾ ਡੰਡਾ, ਲੋਕਾਂ ਦਾ ਡੰਡਾ, ਸਾਰਾ ਕੁਝ ਵੀ। ਉਹ ਮੈਂ ਜਾਣਾ ਨਹੀਂ ਚਾਹੁੰਦਾ ਸਮੇਂ ਮਾੜੇ ਸਮੇਂ ਦੇ ਵਿੱਚ। ਜੇ ਇਹਨਾਂ ਨੇ ਇੱਕ ਆਪਣੀ ਸੱਜਣਤਾਈ ਦੀ ਨਿੱਜੀ ਦੇ ਤੌਰ ਤੇ ਉਹ ਫੋਨ ਲਵਾ ਲਿਆ, ਇਹਦੇ ਵਿੱਚ ਮਾੜਾ ਕੀ ਹੈ? ਅੱਜ ਦੇ ਲੀਡਰ ਤੇ ਆਪਣੇ ਚੈਨਲ ਬਣਾਈ ਫਿਰਦੇ ਆ 24 ਘੰਟੇ, ਸਾਰੇ ਟੱਬਰ ਦਾ ਨਾਂ ਲਈ ਜਾਂਦਾ। ਹਾਂਜੀ, ਇਹਦੇ ਨਾਲ ਬਿਲਕੁਲ ਢਿੱਲੋਂ ਸਾਹਿਬ ਨਾਲ ਸਹਿਮਤ ਵਾ। ਜੇ ਸਿੱਖ ਉਸ ਪਹਿਲਾਂ ਵੀ ਸੱਜਣ ਹੀ ਤਾਂ ਹੁਣ ਵੀ ਸੱਜਣ ਵਾ। ਇੱਕ ਸੱਜਣ ਸਾਈ ਦੇ ਵਿੱਚ ਪੱਤਰਕਾਰਤਾ ਨੂੰ ਵੱਖਰਾ ਕਰਕੇ ਜੋ ਕੰਮ ਕਰ ਲਿਆ ਤਾਂ ਕੋਈ ਮਾੜਾ ਕੰਮ ਨਹੀਂ ਕੀਤਾ ਜੀ। ਬਿਲਕੁਲ ਜੀ, ਧੰਨਵਾਦ ਵੀਰ ਜੀ, ਧੰਨਵਾਦ। ਤੁਸੀਂ ਕਾਫੀ ਲੰਮਾ ਸਮਾਂ ਹੋਲਡ ਕੀਤਾ ਜੀ, ਬਹੁਤ ਬਹੁਤ ਧੰਨਵਾਦ। ਬਿਲਕੁਲ ਗੱਲ ਸਹੀ ਹੈ ਜੀ, ਕਿਉਂਕਿ ਉਸ ਟਾਈਮ ਜਿਹੜੇ ਪੁਰਾਣੇ ਫੋਨ ਹੁੰਦੇ ਸੀ, ਕਿਤੇ ਵੀ ਕੋਈ ਕਿਸੇ ਨੂੰ ਦੁੱਖ ਦਰਦ ਹੁੰਦਾ ਸੀਗਾ, ਕਿਸੇ ਦੀ ਮਰਗ ਹੋ ਜਾਂਦੀ ਸੀਗੀ, ਤੇ ਬੰਦੇ ਪਹਿਲਾਂ ਬੱਸਾਂ ਦੇ ਵਿੱਚ ਸਕੂਟਰ ਮੋਟਰਸਾਈਕਲ ਤੇ ਸਾਰਾ 1-2-3 ਬੰਦਿਆਂ ਨੂੰ ਭਜਾਉਂਦੇ ਹੁੰਦੇ ਸੀ, ਭਾਈ ਆ ਕੋਈ ਘਟਨਾ ਵਾਪਰ ਗਈ ਆ ਤੇ ਦੱਸ ਕੇ ਆਓ। ਹੁਣ ਇਹ ਜਿਹੜੀ ਦੁਨੀਆ ਬੜੀ ਛੋਟੀ ਹੈ ਜੀ, 1 ਮਿੰਟ ਦੇ ਵਿੱਚ ਤੁਸੀਂ ਭਾਵੇਂ 500 ਕੀ 1000 ਬੰਦਿਆਂ ਨੂੰ ਸੁਨੇਹਾ ਦੇ ਸਕਦੇ ਹੋ। ਤੁਸੀਂ ਔਨ ਏਅਰ ਜਾਂ ਫੋਨ ਤੇ WhatsApp ਤੇ ਕਿਸੇ ਵੀ ਢੰਗ ਦੇ ਨਾਲ ਗਰੁੱਪ 'ਚ ਪਾ ਕੇ। ਦੁਨੀਆ ਬੜੀ ਛੋਟੀ ਹੋ ਗਈ ਜੀ ਤੁਹਾਡੀ। ਇੱਕ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਪੂਰੀ ਦੁਨੀਆ ਦੇ ਵਿੱਚ ਸੁਣੀ ਜਾ ਰਹੀ ਆ। ਬਹੁਤ ਜ਼ਿਆਦਾ ਜਿਹੜਾ ਟੈਲੀਕਮਿਊਨੀਕੇਸ਼ਨ ਆ, ਇਹਦੇ ਨਾਲ ਬਹੁਤ ਦੁਨੀਆ ਛੋਟੀ ਹੋ ਗਈ। ਆਪਾਂ ਚੱਲਦੇ ਨੈਕਸਟ ਕਾਲ ਤੇ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਦੇਖੋ ਜੀ, ਜੇ ਕੈਪਟਨ ਸਾਹਿਬ ਮਨਮੋਹਨ ਸਿੰਘ ਜੀ ਦਾ ਕਹਿਣਾ ਮੰਨਣਗੇ 100% ਫਿਰ ਤਾਂ ਕੁਝ ਹੋ ਸਕਦਾ, ਪਰ ਪਹਿਲਾਂ ਤਾਂ ਮੈਨੂੰ ਇਹੀ ਉਮੀਦ ਨਹੀਂ ਹੈਗੀ ਕਿ ਉਹ ਉਹਨਾਂ ਦੀਆਂ ਨੀਤੀਆਂ ਦੇ 100% ਚੱਲਣਗੇ ਜੋ ਕਹਿੰਦੇ ਆ। ਪਹਿਲਾਂ ਤਾਂ ਉਹਨਾਂ ਨੂੰ ਇਸ ਚੀਜ਼ ਤੇ ਕਾਮਯਾਬ ਹੋਣਾ ਪੈਣਾ ਵੀ ਅਸੀਂ ਜੋ ਕਹਿੰਦੇ ਆ ਉਹ ਅਸੀਂ ਮੰਨਾਂਗੇ ਜਾਂ ਨਹੀਂ ਮੰਨਾਂਗੇ। ਦੂਸਰੀ ਗੱਲ ਹੈਗੀ, ਉਹਨਾਂ ਕੋਲ ਬਹੁਤ ਤਰ੍ਹਾਂ ਦੀਆਂ ਸਕੀਮਾਂ ਹੈਗੀਆਂ। ਹੁਣ ਬਾਹਰੋਂ ਕਿਸੇ ਵੀ ਕੰਪਨੀ ਨੂੰ ਉਹ ਸੱਦ ਸਕਦੇ ਆ ਤੇ ਉਹਨਾਂ ਤੇ ਟੈਕਸ ਦੀ ਛੋਟ ਦੇ ਕੇ ਇੱਦਾਂ ਦਾ ਕੋਈ ਨਾ ਕੋਈ ਵਾਅਦਾ ਕਰਕੇ। ਪਰ ਜੇ ਕੈਪਟਨ ਉਹਨਾਂ ਦੇ ਨਾਲ ਐਗਰੀ ਹੋਊਗਾ, ਜੇ ਨਾ ਐਗਰੀ ਹੋਊਗਾ ਤੇ ਕੈਪਟਨ ਦੀ ਅੰਦਰੋਂ ਦਰਅਸਲ ਵਿੱਚੋਂ ਸਕੀਮ ਕੀ ਆ ਨਾ, ਹੁਣ ਨਾ ਕਾਮਯਾਬੀ ਦਾ ਜਿਹੜਾ ਭਾਂਡਾ ਹੈ ਨਾ, ਉਹ ਡਾਕਟਰ ਮਨਮੋਹਨ ਸਿੰਘ ਦੇ ਉੱਤੇ ਭੰਨ ਦਿੱਤਾ ਜਾਵੇ ਵੀ ਆਪ ਫ੍ਰੀ ਹੋ ਕੇ ਨਿਕਲ ਜਾਵੇ। ਇਹ ਵਿੱਚੋਂ ਹੁਣ ਤਾਂ ਇਹਨਾਂ ਦੀ ਨੀਤੀ ਇਹ ਆ। ਗਾਹਾਂ ਜੇ ਉਹਨਾਂ ਦੀ ਨੀਤੀ ਨਾਲ ਚੱਲੋਗੇ ਤਾਂ ਸ਼ਾਇਦ ਕੋਈ ਬਦਲਾਅ ਆ ਜਾਊਗਾ, ਪਰ ਮੈਨੂੰ ਇਹ ਬਹੁਤ ਜਾਣੀ ਕਿ 90% ਉਮੀਦ ਹੈਗੀ ਆ ਇਹ ਕਹਿਣਾ ਨਹੀਂ ਮੰਨਣਗੇ ਠੀਕ ਹੈ। ਇਹਨਾਂ ਦਾ ਇੱਦਾਂ ਦਾ ਕੰਮ ਰਿਹਾ। ਆਲੇ ਦੁਆਲੇ ਹੋਰ ਜਿਹੜੇ ਸਲਾਹਕਾਰ ਹੈਗੇ ਆ ਉਹਨਾਂ ਨਾਲ ਜ਼ਿਆਦਾ ਧਿਆਨ ਦੇਣਗੇ। ਹੁਣ ਚਾਰੇ ਸਿਰੇ ਜਿਹੜੇ ਕਹਿੰਦੇ ਹੁੰਦੇ ਡੁੱਬਦਾ ਘਾਹ ਦੇ ਤੀਲੇ ਨੂੰ ਹੱਥ ਪਾਉਂਦਾ, ਹੁਣ ਉਹ ਪੋਜੀਸ਼ਨ ਉਹਨਾਂ ਦੀ ਹੈਗੀ ਆ। ਤੇ ਫਿਰ ਵੀ ਉਹ ਕਰ ਸਕਦੇ ਆ ਜੀ 100% ਇਹ ਮੰਨ ਲੈਣ ਵੀ ਅਸੀਂ ਇਹਨਾਂ ਦਾ ਕਹਿਣਾ ਮੰਨਣਾ। ਪਹਿਲੀ ਗੱਲ ਇਹ ਆ। ਦੂਸਰੀ ਗੱਲ ਫੋਨ ਦੀ ਕੀਤੀ ਆ, ਉੱਥੇ ਮੈਂ ਵੀ ਰਿਹਾ। ਕੋਈ ਵੀ ਕੰਮ ਏਦਾਂ ਦਾ ਹੈ ਨਹੀਂ ਕਿਸੇ ਦੇ ਮਿਲੇ ਗਿਲੇ ਤੋਂ ਬਗੈਰ ਚੱਲ ਪਵੇ ਜਾਂ ਪੈਸੇ ਦੇ ਕੇ ਹੋ ਜਾਵੇ, ਨਹੀਂ ਤਾਂ ਤੁਹਾਡੇ ਸਾਲਾਂ ਬੱਧੀ ਲੱਗ ਜਾਂਦੇ ਉੱਥੇ ਖੱਜਲ ਹੁੰਦੇ। ਇੱਥੇ ਵੀ ਇਹ ਗੱਲ ਹੈਗੀ ਆ। ਹੁਣ 90-91 ਦੇ ਵਿੱਚ ਇੱਕ ਬੰਦਾ ਪਾਕਿਸਤਾਨ ਤੋਂ ਆਇਆ, ਮੈਂ ਥੱਲੇ ਪਾਰ ਚ ਗਿਆ, ਵਿਚਾਰਾ ਰੋਂਦਾ ਸੀ। ਮੈਂ ਕੀ ਗੱਲ ਕਹਿੰਦਾ, ਜਿਹੜੇ ਮੇਰੇ 4 ਨਿਆਣੇ ਆ, ਮੈਂ ਨਵਾਂ ਆਇਆ, ਮੈਂ ਸਾਰੇ ਪਾਸੇ ਘੁੰਮਿਆ। ਕਹਿੰਦਾ ਜਿਹੜੇ ਮੇਰੇ ਕੋਲ ਪੈਸੇ ਮੈਂ ਬੱਸ ਦੀਆਂ ਟਿਕਟਾਂ 'ਚ ਲਾਤੇ, ਮੈਨੂੰ ਕੰਮ ਨਹੀਂ ਮਿਲਿਆ।
ਤੇ ਮੈਂ ਕਿਹਾ ਫਿਰ ਠੀਕ ਆ, ਮੈਂ ਦੇਖਦਾ। ਮੈਂ ਕਾਕਾ ਮੇਰਾ ਸਿਕਿਉਰਿਟੀ ਚ ਸੁਪਰਵਾਈਜ਼ਰ, ਮੈਂ ਉਹਨੂੰ ਫੋਨ ਕੀਤੀ। ਮੈਂ ਕਿਹਾ ਯਾਰ ਬੰਦਾ ਬਹੁਤ ਦੁਖੀ, ਇਹਦੇ ਲਈ ਕਿਤੇ ਕੰਮ ਕਰ। ਉਹਨੇ ਦੂਸਰੇ ਜਿਹੜੇ ਸੱਦਿਆ ਤੇ ਉਹ ਕੰਮ ਤੇ ਲੱਗ ਗਿਆ। ਹੁਣ ਇੱਥੇ ਵੀ ਜੇ ਕੋਈ ਨਹੀਂ ਜਾਣਦਾ, ਇੱਥੇ ਵੀ ਕੰਮ ਨਹੀਂ ਮਿਲਦਾ ਨਵੇਂ ਬੰਦੇ। ਜੇ ਕੋਈ ਜਾਣਦਾ ਤਾਂ ਮਿਲ ਜਾਂਦਾ ਜੀ। ਹੁਣ ਇਹ ਤਾਂ ਹੁਣ ਕੈਨੇਡਾ ਹੈ ਨਾ, ਤੁਸੀਂ ਇੰਡੀਆ ਦੀ ਗੱਲ ਕਰਦੇ ਆ। ਇੱਥੇ ਵੀ ਇਹ ਕੰਮ ਹੈਗਾ। ਫੈਕਟਰੀ ਜੀ ਤੁਹਾਨੂੰ ਕੋਈ ਜਾਣਦਾ ਉਹ ਕੰਮ ਤੇ ਲਵਾ ਦੂਗਾ, ਨਹੀਂ ਤਾਂ ਭਰੀ ਜਾਓ ਐਵੇਂ ਕਿ ਲੱਛਾ ਕਿਸੇ ਪੁੱਛਣਾ ਨਹੀਂ। ਬਿਲਕੁਲ ਜੀ, ਹਾਂ ਹਰੇਕ ਜਗ੍ਹਾ ਹੈਗਾ। ਧੰਨਵਾਦ ਵੀਰ ਜੀ। ਓਕੇ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, WhatsApp ਤੇ ਜੁੜੇ। ਹਾਂਜੀ, ਸਵਾਗਤ ਹੈ ਤੁਹਾਡਾ ਜੀ। ਹੈਲੋ, ਸਤਿ ਸ਼੍ਰੀ ਅਕਾਲ ਚੰਦੀ ਸਾਹਿਬ ਤੇ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਚਲੋ ਆਪਾਂ ਕਈ ਵਾਰੀ ਨਾ ਢਿੱਲੋਂ ਸਾਹਿਬ ਦੇ ਹੁਣ ਇਹਨਾਂ ਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਤਾਂ ਕੋਈ ਉਹ ਨਹੀਂ ਹੈਗੀ, ਪਰ ਨਾ ਕਈ ਵਾਰੀ ਜਦੋਂ ਬੰਦਾ ਨਾ ਚੰਦੀ ਸਾਹਿਬ, ਕਈ ਬੰਦੇ ਹੁੰਦੇ ਨੇ ਦੇਖੋ, ਉਹਨਾਂ ਨੂੰ ਕਹੇ ਬਿਨਾਂ ਜਦੋਂ ਤੱਕ ਤੁਸੀਂ ਮੋੜੋਗੇ ਨਹੀਂ, ਲੋਕਾਂ ਦਾ ਬੜਾ ਮੂੰਹ ਪਿਆ ਹੋਇਆ ਨਾ। ਸਵੇਰੇ 8-9 ਵਜੇ ਤੋਂ ਸ਼ੁਰੂ ਹੋ ਜਾਂਦਾ ਕੰਮ ਜੀ ਜੀ, ਜੋ ਚੱਕਰ ਕੱਢਦੇ ਨੇ ਹਰੇਕ ਮੀਡੀਆ ਤੇ ਜਾ ਕੇ ਨਾ, ਉਸ ਕਢਾਉਣ ਵਾਲਾ ਕੰਮ ਹੈ। ਤੇ ਇੱਥੇ ਹੋਰ ਵੀ ਮੀਡੀਆ, ਮੈਂ ਢਿੱਲੋਂ ਸਾਹਿਬ ਨੂੰ ਇੱਕ ਦੱਸਣਾ ਚਾਹੁੰਦਾ, ਢਿੱਲੋਂ ਸਾਹਿਬ ਇੱਥੇ ਮੀਡੀਆ ਬੜੇ ਤਰੀਕੇ ਦਾ, ਤੁਸੀਂ ਚਲੋ ਸ਼ਾਇਦ ਨਾ ਤੁਹਾਨੂੰ ਪਤਾ ਹੋਵੇ ਇੰਡੀਆ ਕਰਕੇ ਤੁਸੀਂ ਇੰਨਾ ਲੈਂਦੇ ਵੀ ਨਹੀਂ ਹੈਗੇ ਜ਼ਿਆਦਾ ਫੇਸਬੁੱਕ ਵਗੈਰਾ ਨਾਲ ਪੰਗੇ ਜੀ। ਤੇ ਇੱਥੇ ਇੱਕ ਹੈਗਾ ਕੋਈ ਮੈਟਰਸ ਬਣ ਰਿਹਾ, ਕੋਈ ਕੁਛ ਕਰ ਰਿਹਾ, ਤੇ ਉਹੇ ਜਿਹੇ ਲੋਕ ਨੇ ਜਿਹੜੇ ਉੱਥੇ ਜਾ ਕੇ ਬਾਰ-ਬਾਰ ਗੱਲਾਂ ਕਰਦੇ ਨੇ। ਉਹਨਾਂ ਨੂੰ ਕੋਈ ਨਹੀਂ ਸਵਾਲ ਕਰਦਾ ਵੀ ਤੁਹਾਡੀ ਪੱਤਰਕਾਰੀ ਕਹੀ ਜੀ ਹੈ ਜੀ, ਤੁਹਾਡੀ ਪੀਲੀ ਪੱਤਰਕਾਰੀ ਹੈ। ਕਿਉਂਕਿ ਕੋਈ ਸੋਫੇ ਬਣ ਰਿਹਾ, ਕੋਈ ਕਹਿੰਦਾ ਜੀ ਮੈਟਰਸ ਲੈ ਲਓ, ਤੇ ਹੌਲੀ ਹੌਲੀ ਲੋਕ ਕਾਲ ਕਰਨਗੇ, ਪਹਿਲਾਂ ਹਾਲ ਚਾਲ ਪੁੱਛਣਗੇ, ਫਿਰ ਕਹਿਣਗੇ ਜੀ ਉਹ ਮੈਟਰਸ ਹੈਗਾ। ਮਤਲਬ ਇਹੋ ਜਿਹਾ ਤਾਂ ਜੇ ਆਪਾਂ ਕਹਿੰਦੇ ਨਾ ਵੀ ਕੈਨੇਡਾ ਕਿ ਅਸੀਂ ਬਹੁਤ ਐਡਵਾਂਸ ਹੋ ਗਏ ਹਾਂ ਤੇ ਅਸੀਂ ਖਾਲੀ ਪੰਜਾਬ ਤੋਂ ਆ ਕੇ ਕੀ ਸਿੱਖ ਲਿਆ, ਇੱਥੇ ਆ ਕੇ ਲੋਕਾਂ ਦਾ ਪੱਧਰ ਹਲੇ ਵੀ ਮੈਨੂੰ ਲੱਗਦਾ 50-60% ਬੰਦੇ ਉਸੇ ਚੱਕਰ 'ਚ ਪਏ ਹੋਏ ਨੇ। ਇੰਡੀਆ ਵਾਲਿਆਂ ਨਾਲੋਂ ਵੀ ਮੈਨੂੰ ਲੱਗਦਾ ਕਈ ਵਾਰੀ ਜਦੋਂ ਗੱਲਾਂ ਸੁਣਦੇ ਆ, ਦੇਖੋ ਜਦੋਂ ਗੱਲ ਤਾਂ ਉਹੀ ਪਤਾ ਲੱਗੂ ਜਿਹੜੀ ਸਮਾਜ ਦੇ ਵਿੱਚ ਚੱਲਦੀ ਹੈ ਗੱਲ, ਉਹ ਆਪਣਾ ਕਿਰਦਾਰ ਪਤਾ ਲੱਗਦਾ। ਬਾਕੀ ਢਿੱਲੋਂ ਸਾਹਿਬ ਜਿਹੜਾ ਹੁਣ ਆਪਣੇ ਪੰਜਾਬ ਦੇ ਵਿੱਚ ਮੈਂ ਪੁੱਛਦਾ ਵੀ ਪਿੰਡਾਂ ਦੇ ਹਾਲਾਤ ਕੀ ਨੇ, ਕਿਉਂਕਿ ਹੁਣ ਅੱਗੇ ਜੀਰੀ ਦੀ ਲਵਾਈ ਲੱਗਣੀ ਆ ਤੇ ਹੁਣ ਕਣਕ ਦਾ ਚਲੋ ਚੱਲ ਰਿਹਾ ਸੀਜ਼ਨ। ਜਿਹੜੇ ਆਪਣੇ ਪੂਰਬੀ ਹੁਣ ਆਉਂਦੇ ਨੇ ਉੱਥੋਂ ਪ੍ਰਦੇਸੀ ਜਿਹੜੇ ਆਪਣੇ ਕੰਮ ਕਰਨ, ਜਿਹਨਾਂ ਨੂੰ ਭਈਏ ਵੀ ਕਹਿ ਦਿੰਦੇ ਆਪਾਂ, ਵੀ ਉੱਥੇ 10-10, 15-15 ਜਾਣੇ ਕੋਠਿਆਂ ਦੇ ਵਿੱਚ ਰਹਿ ਰਹੇ ਨੇ। ਉਹਨਾਂ ਬਾਰੇ ਤਾਂ ਨਹੀਂ ਸਰਕਾਰ ਤੰਗ ਕਰ ਰਹੀ ਹੁਣ ਕਿਸਾਨਾਂ ਨੂੰ? ਹੁਣ ਉਹਨਾਂ ਨੂੰ ਤਾਂ ਕੁਆਟਰ ਪਾ ਕੇ ਨਹੀਂ ਦੇ ਸਕਦੇ ਲੋਕ। ਈਵਨ ਕਿ ਸਾਡੇ ਵੀ ਉੱਥੇ ਮੋਟਰ ਦੇ ਕੋਠੇ ਤੇ 10 ਵਿਚਾਰੇ ਬੈਠੇ ਨੇ, ਉਹਨਾਂ ਦੀ ਸਥਿਤੀ ਬਾਰੇ ਜ਼ਰੂਰ ਦੱਸਿਓ। ਵੈਸੇ ਤਾਂ ਜ਼ਿਆਦਾ ਵਾਪਸ ਹੀ ਮੁੜ ਗਏ ਨੇ, ਜਿਹੜੇ ਹੈਗੇ ਨੇ ਮਤਲਬ ਨਾਲ ਲੋਕਾਂ ਦੇ 10-10, 15-15 ਸਾਲਾਂ ਦਾ ਵਾਹ ਹੈ ਮਤਲਬ ਜੱਟਾਂ ਦੇ ਨਾਲ। ਮੈਂ ਆਫੀਅਰ ਸੁਣਦਾ ਬਾਈ ਜੀ। ਧੰਨਵਾਦ ਵੀਰ ਜੀ। ਜੀ ਢਿੱਲੋਂ ਸਾਹਿਬ। ਬਿਲਕੁਲ ਜੀ, ਤੁਸੀਂ ਬੜਾ ਜਾਇਜ਼ ਤੇ ਵਾਜਿਬ ਸਵਾਲ ਉਠਾਇਆ, ਖਾਸ ਕਰਕੇ ਝੋਨੇ ਨੂੰ ਲੈ ਕੇ। ਇਹ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਜੀ। ਝੋਨਾ ਸਾਡੇ ਜਿਹੜੇ ਦੇਸੀ ਲੋਕ ਹੈ, ਦੇਸੀ ਲੋਕ ਝੋਨਾ ਲਾ ਨਹੀਂ ਸਕਦੇ। ਜ਼ਿਆਦਾਤਰ ਝੋਨੇ ਦੀ ਲਵਾਈ ਪ੍ਰਵਾਸੀ ਮਜ਼ਦੂਰ ਕਰਦੇ ਆ, ਜਿਹੜੇ ਬਿਹਾਰ ਚੋਂ ਆਉਂਦੇ ਆ ਔਰ ਯੂਪੀ ਚੋਂ ਆਉਂਦੇ ਆ ਜੀ। ਆਮ ਤੌਰ ਤੇ ਅਸੀਂ ਦੇਖਿਆ, ਚਲੋ ਖੁਸ਼ਕਿਸਮਤ ਹੁੰਦੇ ਕੁਝ ਜਿਹੜੇ ਕਿਸਾਨ ਆ ਜਿਨ੍ਹਾਂ ਦੇ ਕੋਲੇ ਪਰਮਾਨੈਂਟ ਬੰਦੇ ਬੈਠੇ ਹੈ, ਨਹੀਂ ਤਾਂ ਸੀਜ਼ਨ ਦੇ ਜ਼ਮਾਨੇ ਦੇ ਵਿੱਚ ਹੀ ਲੋਕ ਉਧਰੋਂ ਆਉਂਦੇ ਆ ਜੀ। ਹੁਣ ਇਸ ਵੇਲੇ ਲਾਕਡਾਊਨ ਲੱਗਿਆ ਹੋਇਆ, ਜਿਹੜੇ ਇੱਧਰ ਵੀ ਬੈਠੇ ਪ੍ਰਵਾਸੀ ਮਜ਼ਦੂਰ ਹੈ, ਉਹਨਾਂ ਦਾ ਯਤਨ ਵੀ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਇੱਥੋਂ ਦੀ ਜਿਹੜੀ ਆ ਇੱਕ ਅਣਹੋਈ ਕੈਦ ਕੱਢ ਰਹੇ, ਇਹਦੇ ਵਿੱਚੋਂ ਨਿਕਲ ਗਏ ਤੇ ਆਪਣੇ ਘਰਾਂ ਵੱਲ ਨੂੰ ਜਾਈਏ। ਉਹ ਵਿਚਾਰੇ ਜਾ ਨਹੀਂ ਸਕਦੇ, ਉਹ ਇੱਥੇ ਬਣੇ ਵੀ ਹੈ। ਉਧਰ ਜਿਹੜੇ ਲੋਕ ਚਲੇ ਗਏ, ਉਹਨਾਂ ਨੂੰ ਛੇਤੀ ਕੀਤੇ ਇੱਧਰ ਆਉਣ ਦਾ ਮੌਕਾ ਨਹੀਂ ਮਿਲਣਾ, ਕਿਉਂਕਿ ਲਾਕਡਾਊਨ ਦਾ ਪਤਾ ਨਹੀਂ ਇਹ ਕਦੋਂ ਖੁੱਲਦਾ ਹੈ। ਝੋਨੇ ਦਾ ਸੀਜ਼ਨ ਜਿਹੜਾ ਉੱਪਰ ਆ ਗਿਆ, ਹੁਣ ਝੋਨੇ ਨੂੰ ਲਾਉਣਾ ਤੇ ਲਾਉਣਾ ਕਿਵੇਂ ਹੈ? ਮੇਰੀ ਕੱਲ ਹੀ ਕਿਸੇ ਸੱਜਣ ਨਾਲ ਗੱਲ ਹੋਈ ਸੀ, ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ ਇਹਦੇ ਬਾਰੇ ਦੱਸੋ, ਤੇ ਉਹਨੇ ਦੱਸਿਆ ਸੀ ਕਿ ਕਿਸਾਨੀ ਦਾ ਇੱਕ ਹਿੱਸਾ ਹੁਣ ਇਹ ਸੋਚਣ ਲੱਗ ਗਿਆ ਕਿ ਝੋਨੇ ਦੀ ਬਜਾਏ ਜੇ ਨਰਮਾ ਬੀਜ ਦਿੱਤਾ ਜਾਵੇ ਤਾਂ ਸਾਡੇ ਇਸ ਇਲਾਕੇ ਦੇ ਵਿੱਚ ਨਰਮਾ ਹੁੰਦਾ ਹੈ, ਨਰਮਾ ਥੋੜਾ ਸੌਖਾ ਰਹੂਗਾ। ਨਰਮੇ ਦੇ ਉੱਤੇ ਉਨੀ ਮਿਹਨਤ ਨਹੀਂ ਕਰਨੀ ਪੈਂਦੀ, ਉਹਦੀ ਲਵਾਈ ਦੇ ਉੱਤੇ ਤਾਂ ਸਿਰਫ ਬੀਜਣਾ ਬੀਜਣਾ। ਜਿੱਥੋਂ ਤੱਕ ਜਿਹੜੇ ਲੋਕ ਬੈਠੇ ਹੈ, ਮੇਰਾ ਖਿਆਲ ਹੈ ਵੀ ਉਹਨਾਂ ਦੀ ਕੀਮਤ ਪਊਗੀ, ਕਿਉਂਕਿ ਤੁਹਾਡੇ ਕੋਲੇ ਵੀ ਸਿਫਾਰਿਸ਼ ਆਉਣਗੀਆਂ ਜਿਨ੍ਹਾਂ ਕੋਲੇ ਲੋਕ ਬੈਠੇ ਆ ਜੀ, ਬੰਦੇ ਸਾਡੇ ਕੋਲੇ ਭੇਜ ਦਿਓ, ਸਾਡੇ ਕੋਲੇ ਭੇਜ ਦਿਓ। ਪਰ ਫਿਰ ਵੀ ਉਹ ਲੋਕ ਫਸੇ ਹੋਏ ਬੈਠੇ ਹੈ, ਮਾਨਸਿਕ ਤੌਰ ਦੇ ਉੱਤੇ ਪੂਰੀ ਤਰ੍ਹਾਂ ਟੁੱਟ ਚੁੱਕੇ ਹੈ। ਕਿਉਂਕਿ ਜਿਹੜਾ ਘਰ ਦਾ ਪਛਾਣ ਦੀ ਜਿਹੜੀ ਬੰਦੇ ਨੂੰ ਹੁੰਦੀ ਹੈ ਲਿਲ ਕਿ ਮੇਰੇ ਪਰਿਵਾਰ ਦਾ ਕੀ ਹਾਲ ਹੋਊਗਾ, ਭਾਵੇਂ ਉਹਨਾਂ ਦੇ ਬਾਲ ਬੱਚੇ ਵੀ ਇੱਥੇ ਹੈਗੇ ਆ, ਲੇਕਿਨ ਮਾਪੇ ਹੈਗੇ ਆ, ਭੈਣ ਭਰਾ ਹੈਗੇ ਆ, ਉਹਦਾ ਕਰਕੇ ਹਰ ਬੰਦੇ ਨੂੰ ਉਧਰੋਂ ਜ਼ਿਆਦਾ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਤੁਸੀਂ ਹੁਣ ਇਸ ਵੇਲੇ ਵਿਕਸਿਤ ਦੇਸ਼ਾਂ ਦੇ ਵਿੱਚ ਬੈਠੇ। ਜਦੋਂ ਇੱਧਰ ਕਿਸੇ ਆਪਣੇ ਪਰਿਵਾਰ ਦੇ ਉੱਤੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਪ੍ਰੋਬਲਮ ਪੈਂਦੀ ਹੈ, ਉਦੋਂ ਅਸੀਂ ਕਿਵੇਂ ਤਰਲੋ ਮੱਛੀ ਹੁੰਦੇ ਹਾਂ ਕਿ ਕਿਵੇਂ ਨਾ ਕਿਵੇਂ ਜਾਇਆ ਜਾਵੇ। ਹਾਲਾਂਕਿ ਸਾਡੇ ਤੇ ਉਹ ਬੰਦਿਸ਼ ਨਹੀਂ ਲਾਕ ਆਊਟ ਵਾਲੀ ਗੱਲ, ਸਾਡੇ ਤੇ ਸਿਰਫ ਤੇ ਸਿਰਫ ਸਾਡੇ ਕਾਰੋਬਾਰ ਦੀ ਗੱਲ ਹੈ ਕਿ ਜਿੱਥੇ ਅਸੀਂ ਕਾਰੋਬਾਰ ਕਰਦੇ ਹਾਂ, ਜਿਹਨਾਂ ਕੰਪਨੀਆਂ ਦੇ ਨਾਲ ਕਾਰੋਬਾਰ ਕਰਦੇ ਹਾਂ, ਉਹਨਾਂ ਕੰਪਨੀਆਂ ਤੋਂ ਇਜਾਜ਼ਤ ਨਹੀਂ ਮਿਲਦੀ, ਛੁੱਟੀ ਨਹੀਂ ਮਿਲਦੀ ਵਗੈਰਾ ਵਗੈਰਾ, ਇਸ ਕਿਸਮ ਦੀਆਂ ਸਮੱਸਿਆਵਾਂ ਹੈ। ਸੋ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਜੀ। ਅਗਲੇ ਪਾਸੇ
ਜਿਹੜੀ ਅਗਲੇ ਦਿਨਾਂ ਦੇ ਵਿੱਚ ਖੇਤੀਬਾੜੀ ਸੈਕਟਰ ਦੇ ਵਿੱਚ ਜਿਹੜੀ ਮਨੁੱਖੀ ਸ਼ਕਤੀ ਦੀ ਕਮੀ ਹੈ, ਖਾਸ ਕਰਕੇ ਜਿਹੜੀ ਝੋਨੇ ਦੀ ਲੁਆਈ ਹੈ, ਇਹ ਇੱਕ ਵੱਡਾ ਸੰਕਟ ਖੜਾ ਹੋ ਰਿਹਾ ਹੈ ਕਿ ਇਸੇ ਕਰਕੇ ਜਿਹੜੀ ਆਪਾਂ ਕਰੋਨਾ ਵਾਇਰਸ ਕਹਿੰਦੇ ਆ, ਇਹ ਦੁਨੀਆ ਦੇ ਸਾਹਮਣੇ ਇਹ ਨਹੀਂ ਕਿ ਅਜੇ ਤੱਕ ਮਤਲਬ ਬੰਦੇ ਮਰ ਰਹੇ ਆ ਤੇ ਕੱਲ ਨੂੰ ਚਲੋ ਅਸੀਂ ਬਿਮਾਰੀ ਤੇ ਕਾਬੂ ਪਾ ਲਈਏ, ਸਾਡੀ ਦੁਆ ਇਹੀ ਹੈ। ਬੰਦੇ ਮਰਨੋਂ ਹਟ ਜਾਣਗੇ, ਲੇਕਿਨ ਜਿਹੜਾ ਇਹਦਾ ਪ੍ਰਭਾਵ ਹੈ, ਇਹਦਾ ਪ੍ਰਭਾਵ ਬਹੁਤ ਲੰਬੇ ਸਮੇਂ ਤੱਕ ਰਹਿਣਾ, ਦਹਾਕੇ ਲੱਗ ਜਾਣਗੇ ਸਾਨੂੰ ਉਸ ਸੰਕਟ ਚੋਂ ਨਿਕਲਣ ਵਾਸਤੇ। ਲਗਭਗ ਇਹ ਉਹੋ ਜਿਹਾ ਸੰਕਟ ਹੈ ਜਿਵੇਂ ਸੈਕੰਡ ਵਰਲਡ ਵਾਰ ਵੇਲੇ ਜਾਪਾਨ ਦੇ 2 ਸ਼ਹਿਰਾਂ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਉੱਤੇ ਬੰਬ ਸਿੱਟੇ ਸੀ, ਐਟਮ ਬੰਬ, ਔਰ ਉਹਨਾਂ ਬੰਬਾਂ ਦਾ ਅਸਰ ਹੁਣ ਤੱਕ ਹੈ। ਜਾਂ ਯੂਨੀਅਨ ਕਾਰਬਾਈਡ ਦੀ ਜਿਹੜੀ ਭੋਪਾਲ ਫੈਕਟਰੀ ਲੱਗੀ ਸੀ, ਉਸ ਫੈਕਟਰੀ ਦੇ ਵਿੱਚੋਂ ਜਿਹੜੀ ਗੈਸ ਲੀਕ ਹੋਈ ਸੀ ਤੇ ਭੋਪਾਲ ਦੇ ਵਿੱਚ ਤੁਹਾਨੂੰ ਪਤਾ ਕਿੰਨੇ ਵੱਡੇ ਪੱਧਰ ਤੇ ਤਬਾਹੀ ਮੱਚੀ ਸੀ। ਅੱਜ ਵੀ ਹਾਲਤ ਇਹ ਬਣੇ ਹੋਏ ਆ ਕਿ ਅਜੇ ਵੀ ਲੋਕਾਂ ਦੇ ਉੱਤੇ ਉਹਦਾ ਅਸਰ ਹੈ। ਜਿਹੜੇ ਨਵੇਂ ਪੈਦਾ ਹੋਣ ਵਾਲੇ ਬੱਚੇ ਹੈ, ਉਹਨਾਂ ਬੱਚਿਆਂ 'ਚ ਉਹਦਾ ਅਸਰ ਪੈਂਦਾ ਹੈ। ਸੋ ਇਹ ਇੱਕ ਬਹੁਤ ਵੱਡਾ ਇਹਦਾ ਬੜੇ ਲੰਬੇ ਸਮੇਂ ਵਾਸਤੇ ਅਸਰ ਪੈਣਾ, ਨਾ ਸਿਰਫ ਇਕੱਲਾ ਖੇਤੀ ਸੈਕਟਰ, ਸਾਰੇ ਸੈਕਟਰ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਨਹੀਂ ਪ੍ਰਭਾਵਿਤ ਕਰਨਾ ਇਸ ਬਿਮਾਰੀ ਨੇ। ਜੀ ਬਿਲਕੁਲ ਜੀ, ਮੈਂ ਜਾਣਕਾਰੀ ਦੇਣੀ ਚਾਹੁੰਦਾ, ਜਿਸ ਟਿਕਟਾਂ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਆਲ ਲਿੰਕ ਟਰੈਵਲ ਦੀ ਨੇੜਲੀ ਬ੍ਰਾਂਚ ਤੇ ਕਾਲ ਕਰ ਸਕਦੇ ਹੋ 416 293 8700। ਜੇ ਤੁਸੀਂ ਟਰੱਕ ਜਾਂ ਟਰੈਲਰ ਪਾਉਣਾ ਜਾਂ ਡਰਾਈਵਰੀ ਕਰਨੀ ਹੈ ਕੈਨੇਡਾ ਜਾਂ ਅਮਰੀਕਾ ਦੇ ਵਿੱਚ, KJS ਟਰਾਂਸਪੋਰਟ ਇੱਕ ਟਰਮੀਨਲ ਉਹਨਾਂ ਦਾ GTA ਦੇ ਵਿੱਚ ਹੈ ਤੇ ਦੂਸਰਾ ਇੰਡੀਆਨਾ ਐਪਲਸ ਦੇ ਵਿੱਚ। ਜੇ ਤੁਸੀਂ ਅਮਰੀਕਾ ਦੇ ਵਿੱਚ ਵੀ ਕੋਈ ਜੌਬ ਕਰਨੀ ਹੈ ਤੇ ਕਾਲ ਕਰ ਸਕਦੇ ਹੋ 905 799 9500 ਤੇ ਜਿੰਦਰ ਬੁੱਟਰ ਜਾਂ ਕੁਲਵੰਤ ਸਿੰਘ ਦੇ ਨਾਲ। ਤੇ ਏਸ਼ੀਅਨ ਫੂਡ ਦੇ ਤੁਸੀਂ ਕਿਸੇ ਵੀ ਸਟੋਰ ਤੋਂ ਵਧੀਆ ਗਰੋਸਰੀ ਖਰੀਦ ਸਕਦੇ ਹੋ ਆਪਣੇ ਨੇੜਲੇ ਸਟੋਰ ਤੋਂ, ਤੇ ਜਾਂ ਮੇਜਰ ਸਿੰਘ ਨਾਥ ਉਹਨਾਂ ਨੂੰ ਕਾਲ ਕਰ ਸਕਦੇ ਹੋ 416 543 7107। ਤੇ ਇਸ ਦੇ ਨਾਲ ਹੀ JB ਟਰਾਂਸਪੋਰਟ ਆ ਜੀ, ਜੇ ਤੁਹਾਨੂੰ ਟਰੱਕਿੰਗ ਦੀ ਜੌਬ ਦੀ ਭਾਲ ਦੇ ਵਿੱਚ ਤਾਂ ਉਹਨਾਂ ਦੇ ਨਾਲ ਵੀ ਕਾਲ ਕਰ ਸਕਦੇ ਹੋ 905 792 5100 ਤੇ ਕਾਲ ਕੀਤੀ ਜਾ ਸਕਦੀ ਹੈ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 9200। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਭਾਜੀ ਮੀਡੀਆ ਦਾ ਰੋਲ ਤੁਸੀਂ ਦੇਖੋ ਵੀ ਜੇ ਆਪਾਂ ਗਾਂ ਤੋਂ ਗਾਂ ਜਾਈ ਜਾਵਾਂਗੇ ਨਾ, ਮੋਸਟਲੀ ਨੈਗੇਟਿਵ ਹੀ ਰਹਿਣਾ ਲੋਕਾਂ ਲਈ, ਹੈ ਨਾ ਜੀ ਜੀ। ਔਰ ਦੇਖੋ 4-5 ਮਹੀਨੇ ਪਹਿਲਾਂ ਤੁਸੀਂ ਵੀ ਸ਼ਾਇਦ ਪੱਤਰਕਾਰ ਨੂੰ ਜਾਣਦੇ ਹੋ, ਆਪਣੇ ਗੁਰਪ੍ਰੀਤ ਸਿੰਘ ਸੋਤਾ ਆ ਆਪਣੇ ਬੈਂਕੂਵਰ ਤੋਂ ਜੀ, ਉਹ ਪੱਤਰਕਾਰੀ ਕਰਦੇ। 4-5 ਮਹੀਨੇ ਪਹਿਲਾਂ ਦੀ ਮੇਰੇ ਖਿਆਲ ਨਾਲ ਗੱਲ ਆ, ਤੇ ਉਹਨੇ ਇੱਕ ਖਬਰ ਲਾਈ ਸੀਗੀ ਵੀ ਜਿਹੜੀ ਇੰਡੀਆ ਦੀ RSS ਆ, ਉਹਨਾਂ ਨੇ ਇੱਥੇ ਵੀ ਆਪਣੇ ਉਹ ਸ਼ਾਖਾ ਖੋਲ ਲਏ, ਆਪਣੇ ਉਹ ਜੋ ਵੀ ਉਹਨਾਂ ਦੇ ਅੱਡੇ ਹੁੰਦੇ ਆ ਨਾ ਜੀ ਜੀ। ਤੇ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਜਿਹੜੇ ਆਪਣੇ ਇੱਥੇ ਸਿੱਖ ਪੋਲੀਟੀਸ਼ੀਅਨ ਆ ਜਾਂ ਸਿੱਖ ਆਗੂ ਆ ਜਾਂ ਕੋਈ ਵੱਡੇ ਲੈਵਲ ਤੇ ਜਿੰਨੇ ਵੀ ਸਿੱਖ ਬਿਜ਼ਨਸਮੈਨ ਹੈ ਕੁਝ ਵੀ ਹੈਗਾ ਜੀ, ਵੀ ਜੇ ਤੁਸੀਂ ਆਪਣੇ ਆਪ ਨੂੰ ਨਾ ਯਾਨੀ ਕਿ ਕੈਪੇਬਲ ਕੀਤਾ ਕਾਊਂਟਰ ਕਰਨ ਨੂੰ, ਤਾਂ ਤੁਹਾਡੇ ਲਈ ਆਉਣ ਵਾਲੇ 3-4 ਸਾਲ ਬਹੁਤ ਭਿਆਨਕ ਹੋ ਸਕਦੇ ਨੇ। ਕਿਉਂਕਿ ਉਹਨਾਂ ਦਾ ਮਕਸਦ ਹੀ ਇੱਥੇ ਖੋਲਣ ਦਾ ਇਹ ਸੀਗਾ ਵੀ ਜਿੰਨੇ ਵੀ ਸਿੱਖਾਂ ਦੀਆਂ ਸੰਸਥਾਵਾਂ ਆ, ਚਾਹੇ ਗੁਰਦੁਆਰਾ ਸਾਹਿਬ ਹੋਣ ਜਾਂ ਕੁਝ ਵੀ ਹੋਵੇ, ਜਾਂ ਪੋਲੀਟੀਸ਼ੀਅਨ ਹੋਣ ਤੇ ਖਾਸ ਕਰਕੇ ਜਾਂ ਮੀਡੀਆ ਹੋਵੇ, ਇਹਨਾਂ ਦੇ ਕਿਸੇ ਨਾ ਕਿਸੇ ਤਰ੍ਹਾਂ ਨਹੀਂ ਆਪਣਾ RSS ਨੇ ਪ੍ਰਭਾਵ ਪਾਉਣਾ ਸੀਗਾ। ਤੇ ਉਹ ਟੋਰਾਂਟੋ ਦੇ ਜਿਹੜਾ ਟੋਰਾਂਟੋ ਦੇ ਵਿੱਚ ਖੁੱਲਿਆ ਸੀਗਾ ਉਹ ਸ਼ਾਖਾ, ਇੱਥੇ ਬਹੁਤ ਵੱਡੀ ਵੀ ਸ਼ਾਖਾ ਖੋਲੀ, ਟੋਰਾਂਟੋ ਦੇ ਵਿੱਚ ਟ੍ਰੇਨਿੰਗ ਵੀ ਚੱਲਦੀ ਇੱਥੇ, ਫੋਟੋ ਉਹਨਾਂ ਨੇ ਨਾਲ ਜ਼ਾਹਿਰ ਕੀਤੀਆਂ ਸੀਗੀਆਂ। ਤੇ ਤੁਸੀਂ ਹੁਣ ਜੇ ਆਪਾਂ ਟੋਰਾਂਟੋ ਦਾ ਮੀਡੀਆ ਦੇਖ ਲੈਂਦੇ ਆ, ਹੁਣ ਸ਼ਾਖਾ ਤਾਂ ਚਲੋ ਪਿਛਲੇ ਸਾਲ 2 ਸਾਲ 'ਚ ਖੁੱਲੀ ਹੋਊਗੀ ਮੇਰੇ ਖਿਆਲ ਨਾਲ, ਪਿਛਲੇ ਸਾਲ ਹੀ ਖੁੱਲੀ ਆ, ਪਰ ਟੋਰਾਂਟੋ ਦਾ ਮੀਡੀਆ ਤਾਂ ਆਲਰੇਡੀ ਮੇਰੇ ਖਿਆਲ 80-90% ਤਾਂ ਪਹਿਲੇ ਵਿਕ ਚੁੱਕਾ ਸੀਗਾ ਨਾ। ਹੱਕ ਸੱਚ ਦੀ ਗੱਲ ਕਰਨੀ ਨਹੀਂ ਸੀਗੀ ਕੋਈ, 90% ਤੋਂ ਵੀ ਵੱਧ ਜੀ, 90% ਤਾਂ ਵਿਕ ਚੁੱਕਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਤੇ ਜਿਹੜੇ 2-4% ਬਚੇ ਸੀਗੇ ਉਹਨਾਂ ਨੂੰ ਵੀ ਕਵਰ ਕਰਨ ਹੁਣ ਉਹਨੀ RSS ਵਾਲਿਆਂ ਨੇ ਇੱਥੇ ਆਪਣਾ ਚੰਗਾ ਪ੍ਰੋਪੇਗੈਂਡਾ ਕੀਤਾ ਹੈ। ਤੇ ਬਾਕੀ ਜਦੋਂ ਮੀਡੀਆ ਤੇ ਆਪਾਂ ਦੇਖਣਾ ਹੋਵੇ ਵੀ ਮੀਡੀਆ ਕਿੱਦਾਂ ਵੀ ਬਾਕੀ ਉਹਨਾਂ ਦੇ ਕੀ ਪ੍ਰਭਾਵ ਪੈਣਗਾ, ਤੁਸੀਂ ਇਹ ਦੇਖ ਲਿਓ ਵੀ ਹੁਣ RSS ਵਾਲੇ 3-4-5 ਜਾਣੇ ਹਰੇਕ ਪ੍ਰੋਗਰਾਮ ਸਿੱਖ ਮੀਡੀਆ ਤੇ ਫੋਨ ਕਰਨਗੇ, ਬਿਲਕੁਲ ਫੋਨ ਕਰਨਗੇ, ਆਪਣਾ ਪ੍ਰੋਪੇਗੈਂਡਾ ਕਰਨਗੇ। ਜਦੋਂ ਵੀ ਕੋਈ ਸਿੱਖਾਂ ਦੇ ਹੱਕ ਦੀ ਗੱਲ ਚੱਲਣੀ ਹੋਣੀ ਵਿੱਚ ਆਪਣਾ ਫੋਨ ਕਰਕੇ ਤਾਂ ਕੋਈ ਨਾ ਕੋਈ ਡਿਵਰਟ ਕਰ ਦੇਣਾ ਮੈਸੇਜ ਹੋਣਾ, ਜਾਂ ਫਿਰ ਕੋਈ ਆਪਣਾ ਪੁੱਠਾ ਸਿੱਧਾ ਵਿਚਾਰ ਦੇ ਕੇ ਤਾਂ ਯਾਨੀ ਕਿ ਲੋਕਾਂ ਨੂੰ ਗਲਤ ਪਾਸੇ ਲਾ ਜਾਣਾ, ਹਨਾ ਜੀ। ਤੇ ਹੁਣ ਇੱਕ ਤਾਂ ਸ਼ਰੇਆਮ ਵੀ ਕੰਮ ਹੋ ਗਿਆ ਵੀ ਜਿਵੇਂ ਹੁਣ ਆਪਾਂ ਦੇਖਦੇ ਹਾਂ ਵੀ ਕੋਈ ਬੰਦਾ ਆਪਣੀ ਗੱਲ ਕਰਦਾ ਤੇ ਵਿੱਚ ਆ ਕੇ ਉਹ ਜੇ ਕੋਈ RSS ਦੇ ਖਿਲਾਫ ਬੋਲਦਾ ਆ ਤੇ ਜਾਂ ਕੋਈ ਨੀਤੀਆਂ ਦੇ ਬਾਰੇ ਬੋਲਦਾ ਉਹਨਾਂ ਦੀ ਆ, ਤੇ ਵਿੱਚ ਆ ਕੇ ਉਹ ਚਾਹੇ ਕੋਈ ਪੱਤਰਕਾਰ ਹੋਵੇ ਚਾਹੇ ਹੋਸਟ ਹੋਵੇ, ਉਹਨਾਂ ਨਾਲ ਕਿਵੇਂ ਆ ਕੇ ਲੜਦੇ ਆ, ਬਹਿਸਦੇ ਆ। ਤੇ ਹੋਸਟ ਵੀ ਮਜਬੂਰ ਹੋ ਜਾਂਦਾ ਵੀ ਜੇ ਮੈਂ ਉਹਨੂੰ ਨਹੀਂ ਬੋਲਣ ਦਿੱਤਾ ਤੇ ਮੇਰੇ ਖਿਲਾਫ ਐਕਸ਼ਨ ਲੈ ਲਵੇ RSS, ਕਿਉਂਕਿ ਪਿੱਛੇ ਸਰਕਾਰ ਦੀ ਪਾਵਰ ਉਹਨਾਂ ਦੇ। ਤੇ ਹੋਸਟ ਮਜਬੂਰ ਹੁੰਦਾ ਵੀ ਮੇਰੇ ਖਿਲਾਫ ਨਾ ਕੁਝ ਬੋਲੇ, ਇਸ ਲਈ ਵੀ ਹੋਸਟ ਉਹਨਾਂ ਨੂੰ ਮਜਬੂਰ ਹੁੰਦਾ ਖੁੱਲਾ ਟਾਈਮ ਦੇਣ ਵੀ ਖੁੱਲਾ ਟਾਈਮ ਤੁਸੀਂ ਬੋਲੋ। ਪਰ ਜੇ ਕੋਈ RSS ਦੇ ਬੰਦੇ ਨੂੰ ਕੋਈ ਕਾਊਂਟਰ ਕਰਨਾ ਚਾਹਵੇ, ਉਹਦੇ ਬਾਰੇ ਕੁਝ ਕਹਿਣਾ ਚਾਹਵੇ, ਤਾਂ ਹੋਸਟ ਧੱਕੇ ਨਾਲ ਕਹਿੰਦਾ ਵੀ ਉਹਨਾਂ ਬਾਰੇ ਨਾ ਗੱਲ ਕਰੋ, ਤੁਸੀਂ ਆਪਣਾ ਪੁਆਇੰਟ ਰੱਖੋ, ਉਹਨਾਂ ਬਾਰੇ ਨਹੀਂ ਤੁਸੀਂ ਗੱਲ ਕਰੋ। ਹੁਣ ਇਹ ਚੀਜ਼ਾਂ ਬਾਰੇ ਸੋਚਣ ਵਾਲੀਆਂ ਹੈ ਵੀ ਕਿਵੇਂ ਮੀਡੀਆ ਇੱਥੇ RSS ਥੱਲੇ ਆ ਰਿਹਾ ਤੇ ਕਿਵੇਂ ਆਪਾਂ ਆਪਣੇ ਆਪ ਨੂੰ ਬਚਾਉਣਾ। ਇਹ ਬਹੁਤ ਵੱਡੀ ਚੇਤਾਵਨੀ ਹੋਊਗੀ ਅਗਲੇ 2-3 ਸਾਲ ਦੀ, ਤੁਹਾਡੇ ਲਈ ਵੀ ਤਾਂ ਹੋਰ ਮੀਡੀਆ ਲਈ ਵੀ। ਧੰਨਵਾਦ। ਬਿਲਕੁਲ ਜੀ, ਧੰਨਵਾਦ, ਤੁਹਾਡੇ ਵਿਚਾਰ ਹੈ ਜੀ ਬਿਲਕੁਲ। ਪਰ ਸਾਡੇ ਤੇ RSS ਦਾ ਕੋਈ ਅਸਰ ਨਹੀਂ ਜੀ, ਨਾ ਹੀ ਸੀ ਤੇ ਨਾ ਹੀ ਹੋਊਗਾ, ਤੇ ਨਾ ਹੀ ਅਸੀਂ ਕਬੂਲਦੇ ਹਾਂ, ਨਾ ਹੀ ਜਿਹੜਾ ਉਹਨਾਂ ਦੀ ਸਪੋਰਟ ਕਰਦੇ, ਨਾ ਹੀ ਅਸੀਂ ਉਹਦੀ ਕੋਈ ਏਦਾਂ ਦਾ ਕਬੂਲਦੇ। ਅਸੀਂ ਕੈਨੇਡੀਅਨ ਆ ਜੀ, ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ,
ਸਿੱਖਾਂ ਤੇ ਸਿੱਖਾਂ ਦੀ ਗੱਲਬਾਤ ਕਰਦੇ ਹਾਂ। ਧੰਨਵਾਦ ਤੁਹਾਡਾ ਜੀ, ਬਹੁਤ ਵਧੀਆ ਵਿਚਾਰ ਸੀਗੇ। ਢਿੱਲੋਂ ਸਾਹਿਬ, ਜਦੋਂ ਤੁਹਾਡਾ ਸਿਸਟਮ 'ਚ ਵਿਸ਼ਵਾਸ ਨਹੀਂ ਹੁੰਦਾ ਤਾਂ ਇਹ ਅਦਾਲਤ ਤੁਹਾਨੂੰ ਕਿਉਂ ਸੁਣੇ? ਇਹ ਭਾਰਤੀ ਸੁਪਰੀਮ ਕੋਰਟ ਨੇ ਕਿਹਾ ਜੀ। ਬਹੁਤ ਟਿੱਪਣੀ ਜਿਹੜੀ ਹੈ ਤਲਖ ਹੈ ਜੀ ਸੁਪਰੀਮ ਕੋਰਟ ਦੀ ਜੀ। ਔਰ ਇਹ ਟਿੱਪਣੀ ਆਈ ਕਿਉਂ? ਇਹ ਦੁਖਾਂਤ ਬਹੁਤ ਵੱਡਾ ਹੈ ਜੀ। ਅਸਲ ਦੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਤੇ ਉਸ ਪਟੀਸ਼ਨ ਦੀ ਪੈਰਵੀ ਬਤੌਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕੀਤੀ। ਉਹ ਪਟੀਸ਼ਨ ਕੀ ਹੈ? ਪਟੀਸ਼ਨ ਇਹ ਹੈ ਕਿ ਜਿਹੜੇ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਹੈ ਜੀ, ਵੱਖ-ਵੱਖ ਸੂਬਿਆਂ ਦੇ ਵਿੱਚੋਂ ਆਏ, ਦਿੱਲੀ 'ਚ ਬੈਠੇ ਹੈ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਬੈਠੇ ਹੈ, ਉਹ ਜਾਣਾ ਚਾਹੁੰਦੇ ਆ ਆਪਣੇ ਘਰਾਂ ਵੱਲ ਤੇ ਉਹਨਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਉਹਨਾਂ ਨੂੰ ਫੋਰਸੀਬਲੀ ਰੋਕਿਆ ਹੋਇਆ ਹੈ। ਬਿਲਕੁਲ ਜੀ। ਪ੍ਰਸ਼ਾਂਤ ਭੂਸ਼ਣ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਕਿ 90% ਲੋਕ ਉਹ ਹੈ ਜਿਨ੍ਹਾਂ ਲੋਕਾਂ ਨੂੰ ਨਾ ਤਾਂ ਕੋਈ ਉਜਰਤ ਮਿਲਦੀ ਹੈ, ਕੋਈ ਉਹਨਾਂ ਨੂੰ ਦਿਹਾੜੀ ਮਜ਼ਦੂਰੀ ਨਹੀਂ ਮਿਲਦੀ ਤੇ ਨਾ ਹੀ ਉਹਨਾਂ ਨੂੰ ਠੀਕ ਤਰੀਕੇ ਨਾਲ ਖਾਣਾ ਮਿਲਦਾ ਹੈ। ਉਹ ਬਹੁਤ ਔਖੀਆਂ ਹਾਲਤਾਂ ਦੇ ਵਿੱਚੋਂ ਗੁਜ਼ਰ ਰਹੇ ਹੈ। ਇਸ ਪਟੀਸ਼ਨ ਰਾਹੀਂ ਇਹ ਮੰਗ ਕੀਤੀ ਗਈ ਸੀ ਕਿ ਉਹਨਾਂ ਲੋਕਾਂ ਦਾ ਮੈਡੀਕਲ ਚੈੱਕਅਪ ਕੀਤਾ ਜਾਵੇ। ਜੇ ਉਹ ਤੰਦਰੁਸਤ ਹੈਗੇ ਹੈ ਤਾਂ ਉਹਨਾਂ ਨੂੰ ਉਹਨਾਂ ਦੇ ਘਰੋਂ ਘਰੀ ਜਾਣ ਦੀ ਆਗਿਆ ਦੇ ਦਿੱਤੀ ਜਾਵੇ ਤੇ ਗੱਲ ਬਹੁਤ ਵਧੀਆ ਹੋਊ ਜੇ ਸਰਕਾਰ ਆਪਣੇ ਸਾਧਨਾਂ ਰਾਹੀਂ ਉਹਨਾਂ ਨੂੰ ਉਹਨਾਂ ਦੇ ਘਰੋਂ ਘਰੀ ਪਹੁੰਚਾਵੇ ਜੀ। ਕੁਝ ਸਟੇਟਾਂ ਨੇ ਕੀਤਾ, ਘਰੋਂ ਘਰੀ ਪਹੁੰਚਾਏ ਆ। ਯੂਪੀ ਵਾਲਿਆਂ ਨੇ ਆਪਣੇ ਜਿਹੜੇ ਸੀਗੇ ਬਿਹਾਰ ਨੇ, ਯੂਪੀ ਵਾਲਿਆਂ ਨੇ ਔਰ ਹੋਰ ਸਟੇਟਾਂ ਨੇ ਇਨਕਲੂਡਿੰਗ ਪੰਜਾਬ ਜੀ, ਉਹਨਾਂ ਨੇ ਕੋਟੇ ਦੇ ਵਿੱਚ ਜਿਹੜੇ ਸਾਡੇ ਸੱਜਣ ਬੈਠੇ ਸੀ, ਸਾਡਾ ਭਾਈਚਾਰਾ ਆਪੋ ਆਪਣਾ ਬੈਠਾ ਸੀ, ਵਿਦਿਆਰਥੀ ਬੈਠੇ ਸੀ, ਉਹਨਾਂ ਨੂੰ ਵੀ ਕੱਢਿਆ ਹੈ। ਹੋਰ ਲੋਕ ਬੈਠੇ ਸੀ, ਉਹਨਾਂ ਨੂੰ ਵੀ ਕੱਢਿਆ ਹੈ। ਜਿਸ ਵੇਲੇ ਤਬਲੀਗੀ ਜਮਾਤ ਦਾ ਮਰਕਜ਼ ਦੇ ਵਿੱਚ ਸੈਂਟਰ ਆਪਣਾ ਚੱਲਦਾ ਸਮਾਗਮ ਚੱਲਦਾ ਸੀ ਤੇ ਉਹ ਫਸ ਗਏ ਸੀ, ਉਸ ਵੇਲੇ ਹਰਿਦੁਆਰ ਦੇ ਵਿੱਚ ਵੀ ਕੁਝ ਲੋਕ ਫਸੇ ਹੋਏ ਸੀ ਤੇ ਉਹਨਾਂ ਨੂੰ ਅਮਿਤ ਸ਼ਾਹ ਹੋਰਾਂ ਨੇ, ਉਹ ਗੁਜਰਾਤ ਦੇ ਸੀ, ਬੱਸਾਂ ਭੇਜ ਕੇ ਤੇ ਗੁਜਰਾਤ ਤੱਕ ਬੁਲਾਇਆ ਸੀ। ਇਹ ਚੱਲਦਾ ਰਿਹਾ ਔਰ ਇਹ ਮੰਗ ਕੀਤੀ ਸੀ ਕਿ ਕਾਨੂੰਨੀ ਤੌਰ ਤੇ ਤੁਸੀਂ ਇਹਦੇ ਤੇ ਗੱਲ ਕਰੋ ਤੇ ਇਹ ਮਾਮਲਾ ਕੱਲ ਸੁਪਰੀਮ ਕੋਰਟ 'ਚ ਵਿਚਾਰ ਅਧੀਨ ਸੀ। 3 ਜੱਜ ਸਾਹਿਬਾਨ ਦਾ ਬੈਂਚ ਸੀ। ਉੱਥੇ ਜਿਹੜੇ ਸਾਡੇ ਸੋਲਿਸਿਟਰ ਜਨਰਲ ਹੈ ਸਰਕਾਰ ਦੇ ਪ੍ਰਤੀਨਿਧ ਤੁਸ਼ਾਰ ਮਹਿਤਾ ਹੋਣਾ ਨੇ ਇੱਕ ਬੇਨਤੀ ਕੀਤੀ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਨੂੰ ਕਿ ਮੈਨੂੰ 2 ਹਫ਼ਤਿਆਂ ਦਾ ਸਮਾਂ ਦੇ ਦਿਓ। 2 ਹਫ਼ਤਿਆਂ ਦੇ ਵਿੱਚ ਮੈਂ ਭਾਰਤ ਸਰਕਾਰ ਦਾ ਪੱਖ ਹੈ ਜਿਹੜਾ ਜਾਂ ਉਹਨਾਂ ਦਾ ਜਵਾਬ ਦਾਵਾ ਮੈਂ ਜਵਾਬ ਪੇਸ਼ ਕਰ ਦੂੰਗਾ। ਜਦੋਂ ਇਹ ਗੱਲ ਕਹਿ ਰਿਹਾ ਸੀ ਤੇ ਨਾਲ ਹੀ ਉਹਨੇ ਬੇਨਤੀ ਕੀਤੀ ਕਿ ਨੋਟਿਸ ਨਾ ਜਾਰੀ ਕੀਤਾ ਜਾਵੇ, ਭਾਰਤ ਸਰਕਾਰ ਦੇ ਨਾਂ ਤੇ ਨੋਟਿਸ ਨਾ ਜਾਰੀ ਕੀਤਾ ਜਾਵੇ। ਜੇ ਤੁਸੀਂ ਨੋਟਿਸ ਜਾਰੀ ਕਰੋਗੇ ਤਾਂ ਇਹਦੇ ਨਾਲ ਜਿਹੜੀ ਹੈਗੀ ਹੈ ਸਰਕਾਰ ਦੇ ਲਈ ਪ੍ਰੋਬਲਮ ਖੜੀ ਹੋਣੀ ਹੈ ਔਰ ਮੁਲਕ ਇਸ ਵੇਲੇ ਸੰਕਟ ਦੇ ਵਿੱਚ ਹੈ। ਸੰਕਟ ਦੇ ਸਮੇਂ ਦੇ ਵਿੱਚ ਸਰਕਾਰ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਤੁਸੀਂ ਜਵਾਨੀ ਕਲਾਮੀ ਮੈਨੂੰ ਕਹਿ ਦਿਓ ਜੀ ਤੇ ਮੈਂ 2 ਹਫ਼ਤੇ ਸਮਾਂ ਦੇ ਦੂੰਗਾ ਜੀ। तो ਇਹਦੇ ਤੇ ਪ੍ਰਸ਼ਾਂਤ ਭੂਸ਼ਣ ਨੇ ਆਬਜੈਕਸ਼ਨ ਜ਼ਾਹਰ ਕਰਤਾ। ਪ੍ਰਸ਼ਾਂਤ ਭੂਸ਼ਣ ਨੇ ਕਹਿਤਾ ਕਿ ਸ਼੍ਰੀਮਾਨ ਜੱਜ ਸਾਹਿਬਾਨ ਮੇਰੀ ਬੇਨਤੀ ਹੈ ਕਿ ਜੋ ਕੁਛ ਇਹ ਸੱਜਣ ਨੇ ਕਿਹਾ ਇਹਨੂੰ ਤੁਸੀਂ ਅੱਖਾਂ ਮੀਟ ਕੇ ਪ੍ਰਵਾਨ ਨਾ ਕਰਿਓ ਜੀ। ਜੇ ਇਹਨੂੰ ਅੱਖਾਂ ਮੀਟ ਕੇ ਪ੍ਰਵਾਨ ਕਰਨਾ ਦਾ ਜੱਜਾਂ ਦਾ ਕੋਈ ਮਕਸਦ ਨਹੀਂ ਹੈ ਨਾ ਔਰ ਇਹਦੇ ਤੇ ਜਿਹੜਾ ਨੋਟਿਸ ਜਾਰੀ ਕੀਤਾ ਜਾਵੇ ਜੀ। ਇੰਨੀ ਗੱਲ ਕਹੀ ਸੀ ਤੇ ਅਦਾਲਤ ਖਫਾ ਹੋ ਗਈ। ਬੜੀਆਂ ਤਲਖ ਟਿੱਪਣੀਆਂ ਕੀਤੀਆਂ। ਪਹਿਲੀ ਗੱਲ ਤਾਂ ਅਦਾਲਤ ਨੇ ਕਿਹਾ ਕਿ ਅਸੀਂ ਕਿਸੇ ਦੇ ਗੁਲਾਮ ਨਹੀਂ ਜੀ, ਅਸੀਂ ਜੱਜ ਸਾਹਿਬਾਨ ਆ, ਅਸੀਂ ਗੁਲਾਮ ਨਹੀਂ। ਦੂਜੀ ਗੱਲ ਉਹਨਾਂ ਨੇ ਕਿਹਾ ਪ੍ਰਸ਼ਾਂਤ ਭੂਸ਼ਣ ਨੂੰ ਕਿ ਜੇ ਤੁਹਾਡਾ ਸਿਸਟਮ ਦੇ ਵਿੱਚ ਵਿਸ਼ਵਾਸ ਹੀ ਹੈ ਨਹੀਂ, ਤੁਹਾਨੂੰ ਸਿਸਟਮ ਦੇ ਵਿੱਚ ਯਕੀਨ ਹੀ ਹੈ ਨਹੀਂ, ਤਾਂ ਫਿਰ ਤੁਹਾਡੀ ਸੁਣਵਾਈ ਅਸੀਂ ਕਿਉਂ ਕਰੀਏ। ਪ੍ਰਸ਼ਾਂਤ ਭੂਸ਼ਣ ਵੀ ਉਹਦੀ 30 ਸਾਲ ਦੀ ਪ੍ਰੈਕਟਿਸ ਹੈ। ਉਹਨੂੰ ਇਹ ਵੀ ਕਿਹਾ ਕਿ ਤੇਰੀ 30 ਸਾਲ ਦੀ ਪ੍ਰੈਕਟਿਸ ਹੈ, ਤੂੰ ਦਾਅਵਾ ਕਰਦਾ ਕਿ ਤੂੰ ਸਰਵਉੱਚ ਅਦਾਲਤ ਦੇ ਵਿੱਚ ਪਿਛਲੇ 30 ਸਾਲਾਂ ਤੋਂ ਪੇਸ਼ ਹੁੰਦਾ ਰਿਹਾ ਹੈ, ਤੈਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਵਕੀਲ ਸਾਹਿਬ ਕਿ ਹਰ ਜਿਹੜਾ ਹੈਗਾ ਫੈਸਲਾ ਉਹ ਕਦੇ ਪੋਜ਼ਿਟਿਵ ਨਹੀਂ ਹੁੰਦਾ। ਜਿਹੜਾ ਵੀ ਫੈਸਲਾ ਅਦਾਲਤਾਂ ਕਰਦੀਆਂ ਉਹ ਕੋਈ ਫੈਸਲਾ ਤੁਹਾਡੇ ਹੱਕ ਵਿੱਚ ਹੁੰਦਾ ਹੈ ਤੇ ਜੇ ਇੱਕ ਫੈਸਲਾ ਤੁਹਾਡੇ ਹੱਕ ਵਿੱਚ ਹੋ ਗਿਆ ਤਾਂ ਇੱਕ ਤੁਹਾਡੇ ਖਿਲਾਫ ਵੀ ਜਾ ਸਕਦਾ ਹੈ। ਤੁਸੀਂ ਇਹਦੇ ਤੇ ਕਿੰਤੂ ਪਰੰਤੂ ਜਿਹੜਾ ਹੈਗਾ ਕਿਉਂ ਕਰਦੇ ਹੋ, ਕਿਉਂ ਦਖਲ ਦਿੰਦੇ ਹੋ। ਪ੍ਰਸ਼ਾਂਤ ਭੂਸ਼ਣ ਨੇ ਬੜਾ ਢੁਕਵਾਂ ਜਵਾਬ ਦਿੱਤਾ ਅਦਾਲਤ ਨੂੰ। ਉਹਨੇ ਕਿਹਾ ਸ਼੍ਰੀਮਾਨ ਜੀ ਮੈਂ ਜਿਹੜੀ ਗੱਲ ਕਹਿ ਰਿਹਾ ਮੈਂ ਅਦਾਲਤ ਨੂੰ ਕਹਿ ਰਿਹਾ ਜੀ। ਇਹ ਅਦਾਲਤ ਜਿਹੜੀ ਹੈਗੀ ਆ ਸਰਵ ਸ਼ਕਤੀਮਾਨ ਹੈ, ਲੇਕਿਨ ਫਿਰ ਵੀ ਇਹ ਅਦਾਲਤ ਭਾਰਤ ਦੇ ਸੰਵਿਧਾਨ ਵੱਲੋਂ ਸਿਰਜੀ ਗਈ ਹੈ। ਅਦਾਲਤ ਆਪਣੇ ਆਪ ਹੀ ਹੋਂਦ ਵਿੱਚ ਆ ਗਈ। ਭਾਰਤ ਨੇ ਇੱਕ ਸੰਵਿਧਾਨ ਜਿਹੜਾ ਹੈਗਾ ਪ੍ਰਵਾਨ ਕੀਤਾ ਹੈ 1950 ਦੇ ਵਿੱਚ ਅਸੀਂ ਉਹਨੂੰ ਪ੍ਰਵਾਨ ਕੀਤਾ ਹੈ। ਸਾਡੇ ਜਿਹੜੇ ਉਸ ਵੇਲੇ ਦੇ ਸੰਵਿਧਾਨ ਸਭਾ ਦੇ ਮੈਂਬਰ ਸੀ ਉਹਨਾਂ ਨੇ ਕਾਫੀ ਮਿਹਨਤ ਕਰਕੇ ਉਹ ਬਣਾਇਆ ਹੋਇਆ ਹੈ। ਉਹਦੇ ਮਤਹਿਤ ਜਿਹੜੀ ਹੈਗੀ ਹੈ ਜੁਡੀਸ਼ਰੀ ਬਣੀ ਹੈ। ਇਹ ਉਹ ਹੈ। ਜੇ ਮੈਂ
ਮਜ਼ਦੂਰਾਂ ਦੀ ਗੱਲ ਕਰਦਾ, ਪ੍ਰਵਾਸੀ ਮਜ਼ਦੂਰਾਂ ਦੀ, ਉਹਨਾਂ ਦੇ ਉਹ ਮੌਲਿਕ ਅਧਿਕਾਰ ਹੈ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਦਿੱਤੇ ਹੋਏ ਹੈ ਜੀ। ਇਸ ਕਰਕੇ ਮੈਂ ਸੰਵਿਧਾਨ ਦੇ ਮੁਤਾਬਕ ਜੋ ਮੈਨੂੰ ਦਿੱਤਾ ਹੋਇਆ ਹੈ ਹੱਕ, ਮੈਂ ਉਹ ਹੱਕ ਦੀ ਵਰਤੋਂ ਕਰਦਾ ਜੀ। ਇੰਨੀ ਗੱਲ ਕਹਿੰਦਿਆਂ ਸਰ ਨਾਲ ਦੀ ਨਾਲ ਹੀ ਉਹਨੇ ਅਗਲੀ ਗੱਲ ਕਹਿ ਦਿੱਤੀ ਕਿ ਜੇ ਮੇਰਾ ਖੜੇ ਹੋਣ ਦਾ ਕਿਸੇ ਨੂੰ ਇਤਰਾਜ਼ ਹੈ ਕਿ ਮੈਂ ਕਿਉਂ ਬੋਲਦਾ, ਮੈਂ ਆਪਣੇ ਆਪ ਨੂੰ ਇਸ ਕੇਸ ਤੋਂ ਅਲੱਗ ਕਰ ਲੈਣਾ, ਮੈਂ ਚਲਾ ਜਾਣਾ, ਮੈਂ ਵਕਾਲਤ ਨਹੀਂ ਕਰਦਾ। ਪਰ ਇਹ ਮਤ ਭੁੱਲਿਆ ਜਾਵੇ ਕਿ ਜੇ ਮੈਂ ਵਕੀਲ ਨਾ ਰਿਹਾ ਤਾਂ ਇਹ ਗੱਲ ਨਹੀਂ ਕਿ ਪ੍ਰਵਾਸੀ ਮਜ਼ਦੂਰਾਂ ਦਾ ਕੋਈ ਵਕੀਲ ਨਹੀਂ ਰਹੂਗਾ, ਵਕੀਲ ਕੋਈ ਹੋਰ ਹੋ ਜੂ। ਤਾਂ ਫਿਰ ਅਦਾਲਤ ਨੇ ਕਿਹਾ ਵੀ ਨਹੀਂ ਨਹੀਂ ਨਹੀਂ, ਅਸੀਂ ਤੁਹਾਨੂੰ ਕਦੋਂ ਕਹਿੰਦੇ ਕਿ ਤੁਸੀਂ ਹਟ ਜਾਓ। ਪਰ ਉਹਦਾ ਇੰਨਾ ਕਸਰ ਹੋਇਆ ਕਿ ਜਿਹੜਾ ਆਪਣੇ ਤੁਸ਼ਾਰ ਮਹਿਤਾ ਸਾਹਿਬ ਕਹਿੰਦੇ ਸੀ ਕਿ ਸਾਨੂੰ 2 ਹਫ਼ਤੇ ਦਾ ਸਮਾਂ ਦੇ ਦਿਓ, ਅਦਾਲਤ ਨੇ ਫਿਰ ਇਹ ਕਹਿਤਾ ਕਿ 1 ਹਫ਼ਤੇ ਦੇ ਵਿੱਚ ਤੁਸੀਂ ਆਪਣਾ ਜਵਾਬ ਜਿਹੜਾ ਹੈਗਾ ਪੇਸ਼ ਕਰੋ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸਾਡੀ ਜੁਡੀਸ਼ਰੀ ਅਸੀਂ ਕਹਿੰਦੇ ਆਜ਼ਾਦ ਹੈ, ਜੁਡੀਸ਼ਰੀ ਆਜ਼ਾਦ ਹੋ ਸਕਦੀ ਹੈ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਅਰਨਬ ਗੋਸਵਾਮੀ ਹੈ ਜਿਹੜਾ ਰਿਪਬਲਿਕ ਇੰਡੀਆ ਦਾ ਐਡੀਟਰ ਇਨ ਚੀਫ ਹੈ, ਉਹਨੇ ਸੋਨੀਆ ਗਾਂਧੀ ਦੇ ਖਿਲਾਫ ਕੋਈ ਟਿੱਪਣੀ ਕੀਤੀ ਸੀ। ਟਿੱਪਣੀ ਕਿਸ ਗੱਲ ਦੇ ਉੱਤੇ ਕੀਤੀ ਸੀ? ਟਿੱਪਣੀ ਇਹ ਕੀਤੀ ਸੀ ਕਿ ਪਾਲ ਘਰ ਦੇ ਵਿੱਚ ਜਿਹੜੇ 2 ਸਾਧੂ ਤੇ ਉਹਨਾਂ ਦਾ ਡਰਾਈਵਰ ਮਾਰਿਆ ਗਿਆ, ਜਦੋਂ ਟੀਵੀ ਚੈਨਲ ਦੇ ਉੱਤੇ ਬੈਠ ਕੇ ਉੱਥੇ ਵੱਖ-ਵੱਖ ਲੋਕਾਂ ਦੇ ਬਿਆਨ ਲੈਂਦਾ ਸੀ, ਉਹਨਾਂ ਦੀ ਵਰਜਨ ਲੈਂਦਾ ਸੀ, ਤੇ ਕਾਂਗਰਸ ਪਾਰਟੀ ਦਾ ਇੱਕ ਜਿਹੜਾ ਹੈਗਾ ਪ੍ਰਤੀਨਿਧ ਬੈਠਾ ਸੀ, ਉਹ ਕਾਂਗਰਸ ਪਾਰਟੀ ਦੇ ਪ੍ਰਤੀਨਿਧ ਨੂੰ ਕਹਿ ਰਿਹਾ ਕਿ ਜਿਹੜੀ ਤੁਹਾਡੀ ਪ੍ਰਧਾਨ ਹੈ, ਜਿਹੜੀ ਇਟਲੀ ਵਾਲੀ ਹੈਗੀ ਹੈ, ਤੁਹਾਡੀ ਇਟਲੀ ਤੋਂ ਆਈ ਹੋਈ ਹੈ, ਉਹ ਹੁਣ ਹਿੰਦੂਆਂ ਦੇ ਮਾਰਿਆ ਤੋਂ ਬੋਲਦੀ ਕਿਉਂ ਨਹੀਂ? ਉਹ ਕਹਿੰਦਾ ਵੀ ਉਹ ਜੇ ਕੋਈ ਹੋਰ ਮਰਿਆ ਹੁੰਦਾ ਤਾਂ ਉਹਨੇ ਪਿੱਟ ਸਿਆਪਾ ਕਰਨਾ ਸੀ। ਹੁਣ ਹਿੰਦੂ ਮਾਰੇ ਗਏ, ਹਿੰਦੂ ਸੰਤ ਮਾਰੇ ਗਏ, ਤੇ ਉਹਨੇ ਇਟਲੀ ਕਹਿੰਦਾ ਰਿਪੋਰਟ ਭੇਜੀ ਹੋਣੀ ਹੈ ਕਿ ਜਿੱਥੇ ਮੇਰੀ ਮਦਦ ਦੇ ਨਾਲ ਸਰਕਾਰ ਬਣੀ ਹੈ, ਆਹ ਦੇਖੋ ਉੱਥੇ ਹਿੰਦੂ ਮਾਰੇ ਗਏ। ਇਸ ਗੱਲ ਦੇ ਉੱਤੇ ਕਾਫੀ ਖੌਰੂ ਪੈ ਗਿਆ। ਕਾਂਗਰਸ ਨੇ ਕਿਹਾ ਸਾਡੀਆਂ ਭਾਵਨਾਵਾਂ ਇੰਜ ਹੁੰਦੀਆਂ। ਅਰਨਬ ਗੋਸਵਾਮੀ ਦੇ ਖਿਲਾਫ ਮੁਕੱਦਮਾ ਦਰਜ ਹੋ ਗਿਆ। ਉਹ ਮੁਕੱਦਮਾ ਦਰਜ ਹੋਣ ਤੋਂ ਬਾਅਦ ਅਰਨਬ ਗੋਸਵਾਮੀ ਸੁਪਰੀਮ ਕੋਰਟ ਜਾਂਦਾ ਹੈ, ਔਰ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੀ ਉਹਦੀ ਸੁਣਵਾਈ ਹੁੰਦੀ ਹੈ। ਨਿਯਮ ਇਹ ਹੈ ਸੁਪਰੀਮ ਕੋਰਟ ਦੇ ਵਿੱਚ ਕਿ ਜਦੋਂ ਤੁਸੀਂ ਫਾਈਲ ਕਰਨਾ ਹੈ ਤਾਂ ਫਾਈਲ ਕਰਨ ਵੇਲੇ ਤੁਸੀਂ ਮਤਲਬ ਕਾਰਨ ਦੱਸਣਾ ਹੈ ਕਿ ਮੈਂ ਹੇਠਲੀ ਅਦਾਲਤ ਵਿੱਚ ਗਿਆ ਨਹੀਂ, ਕਿਉਂ ਨਹੀਂ ਗਿਆ, ਇਹ ਪ੍ਰਾਇੋਰਟੀ ਕਿਉਂ ਬਣਦੀ ਹੈ, ਕਿਉਂ ਸੁਣਨਾ ਜ਼ਰੂਰੀ ਹੈ, ਇਹ ਕਾਰਨ ਦੱਸਣੇ ਪੈਣੇ ਰਜਿਸਟਰੀ ਕੋਲੇ। ਲੇਕਿਨ ਕੋਈ ਇਹ ਕਾਰਨ ਰਜਿਸਟਰੀ ਕੋਲੇ ਨਹੀਂ ਦੱਸਿਆ। ਫਿਰ ਅਦਾਲਤ ਜੁੜਦੀ ਹੈ, ਅਦਾਲਤ ਨੇ ਜੁੜ ਕੇ ਤੇ ਪੁੱਛਿਆ ਵੀ ਦੱਸੋ ਕੀ ਹੈ। ਜਿਹੜਾ ਕੰਮ ਰਜਿਸਟਰੀ ਕੋਲੇ ਕਰਨਾ ਸੀ ਉਹ ਸਾਰੇ ਦਾ ਸਾਰਾ ਕੰਮ ਅਦਾਲਤ ਕੋਲੇ ਕੀਤਾ ਹੈ। ਲੰਬਾ ਸਮਾਂ ਅਦਾਲਤ ਲਗਭਗ 1 ਘੰਟਾ ਉਹਦੇ ਤੇ ਸੁਣਵਾਈ ਹੁੰਦੀ ਹੈ, ਔਰ ਉਹਦੀ ਜਿਹੜੀ ਹੈਗੀ ਹੈ 3 ਹਫ਼ਤਿਆਂ ਦੇ ਲਈ ਉਹਦੇ ਤੇ ਗ੍ਰਿਫਤਾਰੀ ਤੇ ਰੋਕ ਲਾਤੀ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਉੱਥੇ ਤਾਂ ਗ੍ਰਿਫਤਾਰੀ ਤੇ ਰੋਕ ਲੱਗ ਗਈ, ਲੇਕਿਨ ਪ੍ਰਵਾਸੀ ਮਜ਼ਦੂਰ ਜਿਹੜੇ ਰਾਹਾਂ 'ਚ ਜਾਂਦੇ ਆ ਉਹਨਾਂ ਦਾ ਕੇਸ ਪਹਿਲਾਂ ਸੁਣਨ ਨੂੰ ਇਨਕਾਰ ਕਰਤਾ ਸੀ ਸੁਪਰੀਮ ਕੋਰਟ ਨੇ। ਇਵੇਂ ਜਿਵੇਂ ਇਹਦਾ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕਰਤੀ। ਕਸ਼ਮੀਰ ਜਿਹੜਾ ਇੱਕ ਜੰਮੂ ਕਸ਼ਮੀਰ ਇੱਕ ਆਜ਼ਾਦ ਰਾਜ ਹੁੰਦਾ ਸੀ, ਉਹਦੇ ਟੁਕੜੇ ਕਰਤੇ। ਇਹ ਮਾਮਲਾ ਕਿਹੜੇ ਵੇਲੇ ਦਾ ਤੁਹਾਡੇ ਧਿਆਨ 'ਚ ਹੋਣਾ ਵੀ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਿਆ, ਉਹਦੀ ਸੁਣਵਾਈ ਨਹੀਂ ਹੋ ਰਹੀ, ਹੋਰ ਬਹੁਤ ਸਾਰੇ ਮਾਮਲਿਆਂ ਦੀ ਸੁਣਵਾਈ ਨਹੀਂ ਹੋ ਰਹੀ। ਇਹਦਾ ਕਾਰਨ ਕੀ ਹੈ? ਹੁਣ ਜਿਸ ਬੈਂਚ ਨੇ ਅਰਨਬ ਗੋਸਵਾਮੀ ਦੀ ਗ੍ਰਿਫਤਾਰੀ ਤੇ ਰੋਕ ਲਾਈ ਹੈ, ਉਸ ਬੈਂਚ ਦੇ ਵਿੱਚ ਇੱਕ ਜੱਜ ਸਾਹਿਬ ਹੈ, ਸ਼ਾਹ ਸਾਹਿਬ ਕਿਸੇ ਜ਼ਮਾਨੇ ਦੇ ਵਿੱਚ ਗੁਜਰਾਤ ਦੀ ਹਾਈ ਕੋਰਟ ਦੇ ਜੱਜ ਹੁੰਦੇ ਸੀ। ਜਸਟਿਸ ਤੀਰਥ ਸਿੰਘ ਠਾਕੁਰ ਜਦੋਂ ਸੁਪਰੀਮ ਕੋਰਟ ਦੇ ਜੱਜ ਸੀ, ਉਹਨਾਂ ਨੇ ਉਹਨਾਂ ਦੀ ਬਦਲੀ ਕਰਤੀ, ਗੁਜਰਾਤ ਦੀ ਹਾਈ ਕੋਰਟ ਤੋਂ ਕਿਤੇ ਬਾਹਰ ਦੀ ਹਾਈ ਕੋਰਟ ਦੀ ਬਦਲੀ ਕਰਤੀ। ਲੇਕਿਨ ਉਹ ਬਦਲੀ ਦੀ ਜਿਹੜੀ ਪ੍ਰਪੋਜ਼ਲ ਕੇਂਦਰ ਸਰਕਾਰ ਕੋਲੇ ਭੇਜੀ, ਕੇਂਦਰ ਸਰਕਾਰ ਨੇ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ, ਫਾਈਲ ਦੱਬ ਕੇ ਰੱਖ ਲਈ। ਜਦੋਂ ਜਸਟਿਸ ਟੀ.ਐਸ. ਠਾਕੁਰ ਰਿਟਾਇਰ ਹੋ ਗਏ, ਉਹਨਾਂ ਦੀ ਥਾਂ ਤੇ ਜਸਟਿਸ ਖੇਰ ਆ ਗਏ, ਤਾਂ ਉਹ ਜਿਹੜੀ ਹੈਗੀ ਹੈ ਪ੍ਰਪੋਜ਼ਲ ਵਾਪਸ ਭੇਜੀ, ਔਰ ਉਹ ਪ੍ਰਪੋਜ਼ਲ ਵਾਪਸ ਭੇਜਤੀ। ਖੇਰ ਸਾਹਿਬ ਉੱਥੇ ਆਪਦਾ ਚੁੱਪ ਕਰਕੇ, ਉਹਨਾਂ ਨੇ ਵੀ ਕੋਈ ਕਾਰਵਾਈ ਨਾ ਕੀਤੀ, ਉਹ ਜਿਵੇਂ ਪਈ ਰਹੀ। ਬਾਅਦ ਦੇ ਵਿੱਚ ਜਸਟਿਸ ਸ਼ਾਹ ਜਿਹੜੇ ਹੈਗੇ ਪਟਨਾ ਹਾਈ ਕੋਰਟ ਦੇ ਚੀਫ ਬਣ ਗਏ, ਔਰ ਪਟਨਾ ਹਾਈ ਕੋਰਟ ਦੇ ਚੀਫ ਬਣ ਕੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਮੋਦੀ ਹੀਰੋ ਹੈ, ਮੋਦੀ ਮਾਡਲ ਹੈ, ਇਹ ਗੱਲਾਂ ਕਹੀਆਂ ਸੀ। ਹੁਣ ਇੱਥੇ ਵੀ ਉਹ ਆ ਗਿਆ। ਤੇ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਗੋਸਵਾਮੀ ਦੇ ਖਿਲਾਫ ਪਰਚੇ ਦਰਜ ਹੋਏ ਹੈ, ਸਭ ਤੋਂ ਪਹਿਲਾਂ ਜਿਹੜਾ ਵਿਰੋਧ ਕੀਤਾ ਸੀ ਉਹ ਕਿਹਨਾਂ ਨੇ ਕੀਤਾ ਸੀਗਾ ਜੀ? ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਕਾਸ਼ ਜਾਵੜੇਕਰ ਹੈਗੇ, ਜਿਹੜੇ ਸਾਡੇ ਸੂਚਨਾ ਪ੍ਰਸਾਰਣ ਮੰਤਰੀ ਹੈ, ਉਹਨਾਂ ਨੇ ਵਿਰੋਧ ਕੀਤਾ ਸੀ, ਵਗੈਰਾ ਵਗੈਰਾ ਚੱਲਦਾ ਰਹਿੰਦਾ, ਸਾਰਾ ਕੁਛ ਇਹ ਹੋਇਆ ਵੈ। ਸੋ ਇਸ ਕਰਕੇ ਜੇ ਅਸੀਂ ਕਹਿ ਦਈਏ ਕਿ ਸਾਰਾ ਕੁਛ ਠੀਕ ਠਾਕ ਹੋ ਰਿਹਾ, ਜੁਡੀਸ਼ਰੀ ਠੀਕ ਕਰ ਰਹੀ ਹੈ, ਤਾਂ ਮੇਰੇ ਖਿਆਲ ਮੁਤਾਬਕ ਜੋ ਪ੍ਰਸ਼ਾਂਤ
ਭੂਸ਼ਣ ਨੇ ਜਿਹੜੀਆਂ ਗੱਲਾਂ ਕਹੀਆਂ ਉਹ ਗੱਲਾਂ ਕਹਿਣ ਲਈ ਉਹ ਮਜਬੂਰ ਹੋਇਆ। ਸੋ ਇਸ ਵੇਲੇ ਦੀ ਸਥਿਤੀ ਹੈ ਕਿ ਮੀਡੀਆ ਸਾਡਾ ਜਿਹੜਾ ਹੈਗਾ ਨਿਆਂ ਕਾਰਜਪਾਲਿਕਾ ਤੇ ਵਿਧਾਨ ਪਾਲਿਕਾ ਇਹ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੇ ਕਬਜ਼ੇ ਦੇ ਵਿੱਚ ਹੈ। ਜਿਹੜੀਆਂ ਸਾਡੀਆਂ ਸੰਵਿਧਾਨਕ ਸੰਸਥਾਵਾਂ ਨੂੰ ਪੰਗੂ ਬਣਾ ਕੇ ਰੱਖ ਦਿੱਤਾ ਗਿਆ ਹੈ। ਮੀਡੀਆ ਦਾ ਵੱਡਾ ਹਿੱਸਾ ਕਾਬੂ ਕਰ ਲਿਆ, ਰਹਿ ਗਈ ਸੀ ਜੁਡੀਸ਼ਰੀ ਤੇ ਹੁਣ ਜੁਡੀਸ਼ਰੀ ਦੀ ਹਾਲਤ ਸਾਡੇ ਸਾਹਮਣੇ ਹੈ ਜਿਹੜੀ ਮੈਂ ਤੁਹਾਡੇ ਨਾਲ ਜ਼ਿਕਰ ਕਰ ਚੁੱਕਾ। ਹਾਂ ਬਿਲਕੁਲ ਜੀ, ਆਪਾਂ ਕਾਲਾਂ ਵੀ 1 by 1 ਔਨ 에ਅਰ ਕਰਦੇ ਜੀ। ਮੈਂ ਦੋ ਕੁ ਜਿਹੜੀ ਐਡ ਆ ਜ਼ਰੂਰੀ ਪੜ੍ਹਨ ਵਾਲੀਆਂ ਜੀ। ਜੇ ਤੁਸੀਂ ਕੈਨੇਡਾ ਜਾਂ ਅਮਰੀਕਾ ਨੂੰ ਲੌਂਗ ਡਿਸਟੈਂਸ ਤੇ ਟਰੱਕ ਚਲਾਉਂਦੇ ਹੋ ਤੇ ਅਨਲਿਮਟਿਡ ਜਿਹੜੀ ਡਾਟਾ ਲੈਣ ਵਾਸਤੇ ਅਨਲਿਮਟਿਡ ਫੋਨ ਤੁਸੀਂ ਟਾਕ ਕਰ ਸਕਦੇ ਹੋ USA ਕੈਨੇਡਾ ਨੂੰ। ਸੁਖਦੇਵ ਥਾਪ ਨੂੰ ਕਾਲ ਕਰ ਲਓ ਜੀ 905 203 3636। ਬਹੁਤ ਹੀ ਸਸਤੀਆਂ ਡੀਲਾਂ ਲੱਗੀਆਂ ਹੋਈਆਂ ਤੇ ਨਾਲ ਹੀ ਟਿਕਟਾਂ ਬਾਰੇ ਜਾਣਕਾਰੀ ਲੈਣੀ ਆਲ ਲਿੰਕ ਟਰੈਵਲ ਦੀ ਨੇੜਲੀ ਬ੍ਰਾਂਚ ਤੇ। ਜੇ ਤੁਸੀਂ ਚਾਹੁੰਦੇ ਹੋ ਵੀ ਕੋਈ ਵਧੀਆ ਗਰਾਜ ਬਣਾਈ ਜਾਵੇ ਜਾਂ ਕੁਛ ਫੈਕਟਰੀ ਬਣਾਈ ਜਾਵੇ ਤੇ ਅਕਾਲ ਸਟੀਲ ਨੂੰ 416 816 93 33 ਤੇ ਕਾਲ ਕਰ ਸਕਦੇ ਹੋ। ਤੁਹਾਡਾ ਟਰੱਕ ਟ੍ਰੇਲਰ ਖਰਾਬ ਹੋ ਗਿਆ ਕਿੰਗ ਟੋਇੰਗ ਦੇ ਸੁੱਖਾ ਢੇਸੀ ਹੋਣੀ 416 677 22 ਮੌਂਟਰੀਅਲ ਗਏ ਹੋ, ਤੁਹਾਡਾ ਟਰੱਕ ਟ੍ਰੇਲਰ ਖਰਾਬ ਹੋ ਗਿਆ ਜੀ 450 934 29 57 ਤੇ ਕਾਲ ਕੀਤੀ ਜਾ ਸਕਦੀ। ਜੇ ਟਰਾਂਸਮਿਸ਼ਨ ਜਾਂ ਡਿਫਰੈਂਸ਼ੀਅਲ ਨੂੰ ਪ੍ਰੋਬਲਮ ਆ ਗਈ ਹੈ, ਤੁਸੀਂ ਮੌਂਟਰੀਅਲ ਜਾਂਦੇ ਹੋ ਤੇ STE ਟਰਾਂਸਮਿਸ਼ਨ ਮਸ਼ੀਨ ਦੇ ਵਿੱਚ ਆ ਜੀ, ਡੈਨੀ ਨੂੰ ਕਾਲ ਕਰ ਲਓ 514 343 37 78। PTN 24 ਦਾ ਹਵਾਲਾ ਦਿਓਗੇ। ਜੋਬ ਅਨੁਸਾਰ $250 ਤੋਂ ਲੈ ਕੇ $500 ਤੱਕ ਜਿਹੜਾ ਤੁਹਾਨੂੰ ਡਿਸਕਾਊਂਟ ਦਿੱਤਾ ਜਾਊਗਾ। ਫਸਟ ਤੇ ਸੈਕੰਡ ਮੌਰਗੇਜ ਵਾਸਤੇ ਤੁਸੀਂ ਕਿਰਨ ਕਾਰਪੋਰੇਟਾ ਨੂੰ ਕਾਲ ਕਰ ਸਕਦੇ 416 710 2020। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ 0190। ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ। ਗੱਲ ਹੋ ਰਹੀ ਸੀ ਪਹਿਲੇ ਮੀਡੀਆ ਦੀ ਚੱਲ ਰਹੀ ਸੀ। ਦੇਖੋ ਇੱਥੇ ਵੀ ਤਾਂ ਹੁਣ ਜਦੋਂ ਕਰੋਨਾ ਦਾ ਆਇਆ ਫਾਈਨੈਂਸ਼ੀਅਲ ਪੈਕੇਜ ਅਨਾਉਂਸਮੈਂਟ ਹੋਇਆ ਤੇ ਉਹਦੇ ਵਿੱਚ 30 ਮਿਲੀਅਨ ਇਹਨਾਂ ਨੇ ਮੀਡੀਆ ਨੂੰ ਵੀ ਦਿੱਤਾ ਕਿ ਨਹੀਂ ਇੱਥੇ ਜੀ, ਕੈਨੇਡਾ ਗਵਰਨਮੈਂਟ ਨੇ ਵੀ ਦਿੱਤਾ ਇੱਥੇ ਮੀਡੀਆ। ਇੱਥੇ ਦੀ ਕੋਈ ਸਵਾਲ ਹੀ ਨਹੀਂ ਪੁੱਛਦਾ। ਬਿਲਕੁਲ ਜੀ, ਜਿੱਥੇ ਇੱਥੇ ਸਵਾਲ ਅਸੀਂ ਇੱਥੇ ਬੈਠੇ ਇੱਥੇ ਤਾਂ ਵੀ ਪੁੱਛ ਲਈਏ, ਇੱਥੇ ਤਾਂ ਕੋਈ ਪੁੱਛਦਾ ਹੀ ਨਹੀਂ, ਗੱਲ ਹੀ ਨਹੀਂ ਕਰਦਾ ਵੀ ਕਿਉਂ ਉਹਨਾਂ 30 ਮਿਲੀਅਨ ਕਿਸ ਲਈ ਦਿੱਤਾ ਗਿਆ ਜੀ। ਦੂਜੀ ਗੱਲ ਮੈਂ ਇੱਕ ਹੋਰ ਕਰਨੀ ਸੀ ਢਿੱਲੋਂ ਸਾਹਿਬ ਨੂੰ। ਢਿੱਲੋਂ ਸਾਹਿਬ ਹੁਣ ਜਿਹੜੀ 68,000 ਕਰੋੜ ਜਿਹੜਾ RBI ਨੇ ਰਾਈਟ ਆਫ ਕੀਤਾ ਸੀ ਵੱਡੇ ਘਰਾਣਿਆਂ ਦਾ, ਉਹਦੀ ਲਿਸਟ ਤਾਂ ਹੁਣ ਆ ਗਈ ਆ ਬਾਹਰ ਤੇ ਇਹ ਦੇਖੋ 68,000 ਕਰੋੜ ਵੱਡੇ ਘਰਾਣੇ ਹੀ ਖਾ ਰਹੇ ਨੇ ਜੀ। ਤੇ ਮੈਂ ਇਹੀ ਗੱਲ ਉਸ ਦਿਨ ਕੀਤੀ ਸੀ ਵੀ ਜਿਹੜਾ ਗਵਰਨਮੈਂਟ ਨੇ ਹੁਣ 50,000 ਕਰੋੜ ਇਹਨਾਂ ਨੇ ਫਾਈਨੈਂਸ਼ੀਅਲ ਨੂੰ ਦੇਣ ਨੂੰ ਜਾਂ ਫਾਈਨੈਂਸ਼ੀਅਲ ਇੰਸਟੀਚਿਊਟ ਜਾਂ ਫਾਈਨੈਂਸ਼ੀਅਲ ਬੈਂਕਾਂ ਨੂੰ ਦੇਣ ਦੀ ਗੱਲ ਕੀਤੀ ਹੈ ਕਿ ਨਹੀਂ, ਇਹ ਵੀ ਪੈਸਾ ਹੈਗਾ ਇਹਨਾਂ ਵੱਡੇ ਲੋਕਾਂ ਨੇ ਖਾ ਜਾਣਾ, ਆਮ ਜਨਤਾ ਤੱਕ ਨਹੀਂ ਮਿਲਣਾ। ਜਿਹੜੀ ਆਮ ਲੋਕਾਂ ਨੂੰ ਇੱਕ ਮਿਲਣੀ ਚਾਹੀਦੀ, ਉਹਨਾਂ ਦੇ ਖਾਤੇ ਪੈਸੇ ਜਾਣੇ ਚਾਹੀਦਾ, ਉਹ ਨਹੀਂ ਹੋਏਗਾ। ਇੰਡੀਆ ਦਾ ਉਹੀ ਸਿਸਟਮ ਹੈ, ਉਹੀ ਸਿਸਟਮ ਚੱਲ ਰਿਹਾ, ਇਸੇ ਕਰਕੇ ਆਮ ਬੰਦਾ ਜਿਹੜਾ ਪਿਸ ਰਿਹਾ। ਥੈਂਕ ਯੂ। ਬਿਲਕੁਲ ਜੀ, ਧੰਨਵਾਦ ਜੀ, ਬੜੇ ਵਧੀਆ ਵਿਚਾਰ ਤੁਹਾਡੇ। ਹਾਂਜੀ ਵੀਰ ਜੀ, ਸਵਾਗਤ ਹੈ ਜੀ। ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੇਰੇ ਨਾ ਦੋ ਕੁਐਸਚਨ ਸੀ। ਇੱਕ ਤਾਂ ਆਪਣੇ ਜਿਹੜੀ RSS ਬਾਰੇ ਪੁੱਛਣਾ ਸੀ ਜੀ, ਤੇ ਇੱਕ ਖਬਰ ਆ ਰਹੀ ਸੀ ਕਹਿੰਦੇ ਵੀ ਕੈਨੇਡਾ ਦੇ ਵਿੱਚ ਬੰਦਾ ਆ ਗਏ ਨੇ, ਇਹਨਾਂ ਨੇ ਆਪਣੇ ਇੰਡੀਅਨ ਗਵਰਨਮੈਂਟ ਨੇ ਏਜੰਸੀ ਦੇ ਬੰਦਾ ਭੇਜਿਆ, ਨਾ ਕੋਈ ਵੀ ਹੋ ਸਕਦਾ EBC ਜਾਨੀ ਫਤਿਹ ਕਹਿ ਰਿਹਾ ਜੀ, ਫਤਿਹ ਬੰਦੇ ਦਾ ਨਾਂ ਜੀ ਹੈ ਨਾ, ਤੇ ਵੀ ਉਹ ਏਜੰਸੀ ਦਾ ਬੰਦਾ ਇੱਥੇ ਕੈਨੇਡਾ 'ਚ ਕੀ ਕਰ ਰਿਹਾ। ਆਪਾਂ ਤਾਂ ਬੇਨਤੀ ਕਰਦੇ ਹਾਂ ਟਰੂਡੋ ਨੂੰ ਜਾਂ ਇਹਨਾਂ ਦੀ ਏਜੰਸੀਆਂ ਕੈਨੇਡਾ ਦੀਆਂ ਨੂੰ ਵੀ ਇੱਥੇ ਕੋਈ ਗੜਬੜ ਨਾ ਕਰਵਾ ਦੇਵੇ ਹੈ ਨਾ ਜੀ, ਤੇ ਵੀ ਉਹਨਾਂ ਤੇ ਪੂਰੀ ਚੌਕਸੀ ਨਾਲ ਨਿਗਾਹ ਰੱਖੀ ਜਾਵੇ ਬੰਦੇ ਤੇ ਵੀ ਜਿਹੜਾ ਬੰਦਾ ਆਇਆ ਇੱਥੇ ਨਾ ਜੀ। ਦੂਸਰੀ ਗੱਲ ਆ ਬਾਈ ਜੀ, ਆਪਣੇ ਅਮਰੀਕਾ ਦੇ ਵਿੱਚ ਵੀ RSS ਬਹੁਤ ਜਿਹੜਾ ਫਸਾ ਚੁੱਕੀ ਆ, ਤੇ ਉਹ ਜਿਹੜੀ ਆਪਣੇ ਸੇਵਾ ਇੰਟਰਨੈਸ਼ਨਲ ਆਪਣੇ ਜਿਹੜੀ ਆ ਨਾ ਆਪਣੇ ਇਹਨਾਂ ਨੇ ਏਜੰਸੀ ਬਣਾਈ ਹੋਈ ਆ ਆਪਣੇ ਅਮਰੀਕਾ ਦੇ ਵਿੱਚ, ਤੇ ਇਹ ਨਹੀਂ ਪਤਾ ਲੱਗਦਾ ਵੀ ਜਿਹੜਾ ਅਮਰੀਕਾ ਵੀ ਇਹਨਾਂ ਨੂੰ ਅਮਰੀਕਾ ਕਿਵੇਂ ਇਹਨਾਂ ਨੂੰ ਬਣ ਦਿੱਤਾ ਜੀ। ਇਹਨਾਂ ਅਮਰੀਕਾ ਵੀ ਐਡੀ ਵੱਡੀ ਪਾਵਰ ਆ ਵੀ ਉਹ ਏਦਾਂ ਕਿਵੇਂ ਪੈਰ ਫਸਾ ਗਏ ਨੇ ਉੱਥੇ ਵੀ ਉਹਨਾਂ ਨੂੰ ਵੀ ਪਤਾ ਲੱਗਿਆ ਨਾ ਕੈਨੇਡਾ ਵਾਲਿਆਂ ਨੂੰ ਕੋਈ ਪਤਾ ਲੱਗਦਾ। ਕੀ ਗੱਲ ਚੱਕਰ ਕੀ ਆ ਬਾਕੀ? ਵੀਰ ਜੀ ਸਾਰਾ ਹੀ ਪਤਾ ਹੁੰਦਾ। ਮੋਦੀ ਸਾਹਿਬ ਤਾਂ ਖੁਦ ਸਪੋਰਟ ਕਰ ਰਹੇ ਟਰੰਪ ਸਾਹਿਬ ਦੀ, ਤੇ ਟਰੰਪ ਮੋਦੀ ਦੀ ਕਰ ਰਿਹਾ ਜੀ। ਉਹਨਾਂ ਨੂੰ ਪਤਾ ਹੀ ਆ ਸਾਰਾ ਕੁਛ, ਉਹ ਤਾਂ ਹੀ ਤੇ ਸਪੋਰਟ ਕਰ ਰਹੇ ਆ, ਅੰਦਰੋਂ ਖਾਤੇ ਸਭ ਪਤਾ ਇਹਨਾਂ ਨੂੰ। ਤੇ ਬਾਕੀ ਜਿਹੜੇ ਆ ਇਹਨਾਂ ਦੀਆਂ ਏਜੰਸੀ ਦੇ ਬੰਦੇ ਆ ਜੀ, ਉਹ ਹਰ ਕੰਟਰੀ ਦੇ ਵਿੱਚ ਹੁੰਦੀ, ਖੁਫੀਆ ਏਜੰਸੀਆਂ ਦੇ ਬੰਦੇ ਹੁੰਦੇ ਆ ਜੀ। ਧੰਨਵਾਦ ਵੀਰ ਜੀ। ਜੀ ਢਿੱਲੋਂ ਸਾਹਿਬ 2 ਦਿਨ ਲਈ ਨੀਤੀ ਆਯੋਗ ਦਾ ਦਫ਼ਤਰ ਰਹੇਗਾ ਬੰਦ। ਬਿਲਕੁਲ ਜੀ, ਨੀਤੀ ਆਯੋਗ ਜਿਹੜੀ ਹੈਗੀ ਅਸਲ ਦੇ ਵਿੱਚ ਇਹਦਾ ਪਹਿਲਾ ਨਾਮ ਪਲੈਨਿੰਗ ਕਮਿਸ਼ਨ ਹੁੰਦਾ ਸੀ ਜੀ। ਬਹੁਤ ਲੰਬੇ ਸਮੇਂ ਤੋਂ ਜਦੋਂ ਤੋਂ ਮੁਲਕ ਆਜ਼ਾਦ ਹੋਇਆ 1950 ਚ ਅਸੀਂ ਆਪਣਾ ਵਿਧਾਨ ਅਡਾਪਟ ਕੀਤਾ ਹੈ, ਤਾਂ ਉਹਦੇ ਨਾਲ ਇੱਕ ਪਲੈਨਿੰਗ ਕਮਿਸ਼ਨ ਬਣਾਇਆ ਗਿਆ ਸੀ। ਪਲੈਨਿੰਗ ਕਮਿਸ਼ਨ ਦਾ ਕੰਮ ਇਹ ਹੁੰਦਾ ਕਿ ਉਹ ਯੋਜਨਾਵਾਂ ਬਣਾਉਂਦੇ ਹੈ, ਯੋਜਨਾਵਾਂ ਬਣਾਉਣ ਦੇ ਵਿੱਚ ਮਦਦ ਕਰਦੇ ਆ, ਸਰਕਾਰ ਉਹਦੇ ਤੇ ਅਮਲ ਕਰਦੀ ਹੈ ਜੀ। ਲੇਕਿਨ ਜਿਵੇਂ ਵੀਰ ਜੀ ਗੱਲ ਕਰਕੇ ਗਏ, ਆਪਾਂ RSS ਦੀ ਗੱਲ ਕਰ ਰਹੇ ਹਾਂ।
RSS ਇੱਕ ਸੰਗਠਨ ਹੈ ਜੀ, ਉਹ ਸੰਗਠਨ ਜਿਹੜਾ ਹੈਗਾ ਉਹ ਹਿੰਦੂਤਵ ਨੂੰ ਪ੍ਰਮੋਟ ਕਰਨ ਵਾਲਾ ਹੈ। ਉਹ ਕਹਿੰਦੇ ਵੀ ਅਸੀਂ ਹਿੰਦੂਆਂ ਦੀ ਪਾਰਟੀ ਆ ਤੇ ਸਭ ਤੋਂ ਵਧੀਆ ਰੇਸ ਜਿਹੜੀ ਹੈਗੀ ਜੀ, ਭਾਰਤ ਦੇ ਵਿੱਚ ਉਹ ਹਿੰਦੂ ਹੈ। ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹੈ ਜੀ, ਇਸੇ ਤਰੀਕੇ ਨਾਲ ਜਿਹੜੀ ਹੈਗੀ ਹੈ ਜਦੋਂ ਨਰਿੰਦਰ ਮੋਦੀ ਸਾਹਿਬ ਪਾਵਰ ਦੇ ਵਿੱਚ ਆ ਗਏ ਜੀ, ਤਾਂ ਇਹਨਾਂ ਨੇ ਪਲੈਨਿੰਗ ਕਮਿਸ਼ਨ ਦਾ ਨਾਮ ਬਦਲਤਾ। ਯੋਜਨਾ ਕਮਿਸ਼ਨ ਦੀ ਬਜਾਏ ਉਹਦਾ ਨਾਮ ਧਰਤਾ ਨੀਤੀ ਆਯੋਗ। ਨੀਤੀ ਦਾ ਮਤਲਬ ਵੀ ਜੇ ਆਪਾਂ ਦੇਖੀਏ ਅੰਗਰੇਜ਼ੀ ਚ ਨੀਤੀ ਨੂੰ ਕਹਾਂਗੇ ਪਲੈਨਿੰਗ ਹੈ, ਜੀ, ਪੰਜਾਬੀ ਚ ਆਪਾਂ ਉਹਦਾ ਅਨੁਵਾਦ ਕਰਾਂਗੇ ਯੋਜਨਾ ਬਣ ਜਾਂਦੀ ਹੈ। ਕਮਿਸ਼ਨ ਜਿਹੜਾ ਹੈਗਾ ਅੰਗਰੇਜ਼ੀ ਦਾ ਲਫ਼ਜ਼ ਹੈ, ਹਿੰਦੀ ਦੇ ਵਿੱਚ ਉਹਨੂੰ ਆਪਾਂ ਆਯੋਗ ਕਹਿ ਦਿਆਂਗੇ। ਉਹ ਇਹਨਾਂ ਨੇ ਨੀਤੀ ਆਯੋਗ ਕਰਤਾ। ਗੱਲ ਕੁਛ ਵੀ ਨਹੀਂ ਹੈ, ਚੀਜ਼ ਉਹੀ ਹੈ, ਗੱਲਬਾਤ ਉਹੀ ਹੈ, ਬਸ ਸਿਰਫ ਤੇ ਸਿਰਫ ਨਾਮ ਬਦਲਿਆ ਇਹ ਦੱਸਣ ਵਾਸਤੇ ਕਿ ਇਹ ਹਿੰਦੂਤਵ ਦਾ ਪ੍ਰਤੀਕ ਹੈ ਜੀ। ਉੱਥੇ ਹੁਣ ਹੋਇਆ ਕੀ ਹੈ, ਜਿਹੜਾ ਨੀਤੀ ਆਯੋਗ ਹੈ, ਨੀਤੀ ਆਯੋਗ ਦੇ ਵਿੱਚ ਇੱਕ ਅਧਿਕਾਰੀ ਹੈ, ਇੱਕ ਅਫਸਰ ਹੈ ਜੀ। ਉਸ ਅਫਸਰ ਨੂੰ ਕੋਈ ਟਰਬਲ ਆਈ, ਉਹਦਾ ਟੈਸਟ ਕਰਵਾਇਆ ਉਹਨੇ। ਟੈਸਟ ਕਰਵਾਉਣ ਤੋਂ ਬਾਅਦ ਉਹ ਜਿਹੜਾ ਹੈਗਾ ਜੀ ਕਰੋਨਾ ਪੋਜ਼ਿਟਿਵ ਆ ਗਿਆ ਜੀ। ਕਰੋਨਾ ਪੋਜ਼ਿਟਿਵ ਆ ਗਿਆ। ਉਹ ਅਫਸਰ ਨੇ ਕਿੰਨੇ ਲੋਕਾਂ ਨਾਲ ਮੀਟਿੰਗਾਂ ਲੈਣੀਆਂ ਹੁੰਦੀਆਂ, ਕਿੰਨਿਆਂ ਨਾਲ ਉਹਨਾਂ ਨੇ ਮੀਟਿੰਗਾਂ ਲਈਆਂ ਹੋਣਗੀਆਂ, ਕਿੰਨੇ ਲੋਕ ਆਉਂਦੇ ਆ, ਕਿੰਨਾ ਥਾਵਾਂ ਤੇ ਗਿਆ, ਬਾਥਰੂਮ ਵੀ ਇਸਤੇਮਾਲ ਕੀਤੇ ਹੋਣਗੇ, ਕਮਰਿਆਂ ਦੇ ਵਿੱਚ ਵੀ ਬੰਦਾ ਵੱਖ-ਵੱਖ ਥਾਵਾਂ ਤੇ ਜਾਂਦਾ ਹੈ। ਸੋ ਇੱਕ ਬਹੁਤ ਵੱਡਾ ਸੰਕਟ ਪੈਦਾ ਹੋ ਗਿਆ ਕਿਉਂਕਿ ਜਿਹੜਾ ਉਹ ਨੀਤੀ ਆਯੋਗ ਹੈ, ਨੀਤੀ ਆਯੋਗ ਦੇ ਵਿੱਚ ਸਾਰੇ ਹੀ ਬੜੇ ਸਿਆਣੇ ਬੰਦੇ, ਚਾਹੇ ਉਹਨਾਂ ਦੀ ਵਿਚਾਰਧਾਰਾ ਕੁਛ ਵੀ ਹੋਵੇ, ਉਹ ਕਿਸੇ ਵੀ ਧਿਰ ਨਾਲ ਸੰਬੰਧਿਤ ਹੋ ਸਕਦੇ ਆ, ਉਹ ਇੱਕ ਵੱਖਰੀ ਗੱਲ ਹੈ। ਲੇਕਿਨ ਇਹ ਗੱਲ ਤਾਂ ਮੰਨਣੀ ਪੈਣੀ ਆਪਾਂ ਨੂੰ ਕਿ ਉਹ ਵੱਡੇ ਸਿਰਾਂ ਵਾਲੇ ਲੋਕ ਹੁੰਦੇ ਹੈ, ਉਹਨਾਂ ਦੇ ਸਿਰਾਂ 'ਚ ਦਿਮਾਗ ਵੱਡੇ ਹੈ। ਇਸ ਕਰਕੇ ਜਿੱਡੇ ਵੱਡੇ ਦਿਮਾਗਾਂ ਵਾਲਿਆਂ ਦਾ ਉਹ ਦਫ਼ਤਰ ਹੈ, ਉਹਦੀ ਅਹਿਮੀਅਤ ਵੀ ਭਾਰਤ ਦੇ ਸੰਦਰਭ ਵਿੱਚ ਉਨੀ ਵੱਡੀ ਹੋ ਜਾਂਦੀ ਹੈ। ਸੋ ਹੁਣ ਉਹਨਾਂ ਨੇ ਡਿਕਲੇਅਰ ਕਰਤਾ ਕਿ 2 ਦਿਨਾਂ ਦੇ ਲਈ ਇਹ ਦਫ਼ਤਰ ਬੰਦ ਰਹੂਗਾ ਕਿਉਂਕਿ ਤੁਸੀਂ ਸੁਣਿਆ ਹੀ ਹੋਣਾ, ਜਿੰਨਾ ਕੁ ਮੈਂ ਵੀ ਸੁਣਿਆ ਤੇ ਪੜ੍ਹਿਆ, ਉਹਦੇ ਮੁਤਾਬਕ ਹੈ ਕਿ ਕਰੋਨਾ ਦਾ ਵਾਇਰਸ ਜਿਹੜਾ ਹੈ ਜੀ ਇਹ 48 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਇਹਨੂੰ 48 ਘੰਟੇ ਲੱਗਦੇ ਆ ਖਤਮ ਹੋਣ ਵਾਸਤੇ। ਸੋ ਇੱਕੋ 48 ਘੰਟੇ ਚਾਹੀਦੇ ਆ। ਦੂਜਾ ਮੇਰਾ ਖਿਆਲ ਇਹ ਹੈ ਕਿ ਉਹਨੂੰ ਸੈਨੀਟਾਈਜ਼ ਵੀ ਕਰਨਗੇ। ਸੋ ਹੁਣ ਉਹਨਾਂ ਨੇ 2 ਦਿਨਾਂ ਲਈ ਬੰਦ ਕਰ ਦਿੱਤਾ ਦਫ਼ਤਰ। ਕੋਈ ਕਰਮਚਾਰੀ ਵੀ ਨਹੀਂ ਜਾਊਗਾ ਉੱਥੇ, ਕੋਈ ਵੀ ਉੱਥੇ ਕੋਈ ਬਾਹਰੋਂ ਬੰਦਾ ਆਉਣ ਜਾਣ ਵਾਲਾ, ਜੇ ਦਫ਼ਤਰ ਹੀ ਬੰਦ ਹੋ ਗਿਆ ਆਉਣਾ ਜਾਣਾ ਕਿਵੇਂ? ਸੋ ਇਹ ਲੋੜ ਬਣ ਗਈ ਜੀ, ਇਸ ਕਰਕੇ ਇਹ ਬੰਦ ਕੀਤਾ ਗਿਆ ਹੈ ਜੀ। ਬਿਲਕੁਲ ਜੀ। ਨਾਲ ਹੀ ਮੈਂ ਦੱਸਣਾ ਚਾਹਾਂਗੀ, ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਘੜੀ ਠੀਕ ਕਰਾਉਣੀ ਹੈ ਜਾਂ ਬਾਈ ਕਰਨੀ ਹੈ, ਸੋਮਲ ਵਾਚ ਕਲੌਕ ਐਂਡ ਪਾਰਟਸ 905 790 2188 ਤੇ। ਜੇ ਤੁਸੀਂ ਕੋਈ ਬੇਸਮੈਂਟ ਬਣਵਾਉਣੀ ਹੈ, ਵਾਸ਼ਰੂਮ ਬਣਾਉਣਾ, ਬੇਸਮੈਂਟ ਲੀਗਲ ਕਰਾਉਣੀ ਹੈ ਤਾਂ 647 499 15 ਤੇ ਹਰਦਿਆਲ ਚੀਤਾ ਜੀ ਉਹਨਾਂ ਨੂੰ ਫੋਨ ਕਰ ਸਕਦੇ ਹੋ। ਤੇ ਕਿਸੇ ਵੀ ਤਰ੍ਹਾਂ ਦਾ ਬੈਸਟ ਕੁਆਲਿਟੀ ਦੇ ਵਿੱਚ ਸੋਫਾ ਲੈਣਾ, ਐਲ ਸ਼ੇਪ, ਰਾਊਂਡ ਸ਼ੇਪ ਤੇ ਸੋਫਾ ਸਟੂਡੀਓ ਤੋਂ ਸ਼ਗਨਦੀਪ ਉਹਨਾਂ ਨੂੰ ਕਾਲ ਕਰ ਸਕਦੇ 905 799 8877 ਤੇ ਫਸਟ ਜੇ ਸੈਕੰਡ ਮੌਰਗੇਜ ਵਾਸਤੇ ਕਿਰਨ ਕੌਰ ਪੱਡਾ ਨੂੰ 416 710 20। ਜੇ ਤੁਸੀਂ ਵਧੀਆ ਡੀਲਾਂ ਲੈਣੀਆਂ ਚਾਹੁੰਦੇ ਹੋ ਤੇ ਫੋਨ ਦੀਆਂ 905 203 3636 ਤੇ ਸੁਖਦੇਵ ਥਾਪਰ ਉਹਨਾਂ ਨੂੰ ਕਾਲ ਕਰ ਸਕਦੇ ਹੋ। ਤੇ ਨਾਲ ਹੀ ਜੇ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ GTA ਦੇ ਵਿੱਚ ਤੇ ਪ੍ਰੋਜਨ ਆਟੋ ਕੋਲਿਜ਼ਨ ਹਰੇਕ ਇੰਸ਼ੋਰੈਂਸ ਕੰਪਨੀ ਦੇ ਨਾਲ ਕਲੇਮ ਕਰਦੇ ਆ ਜੀ। 416 857 5700 ਤੇ ਕਾਲ ਕੀਤੀ ਜਾ ਸਕਦੀ ਹੈ। ਢਿੱਲੋਂ ਸਾਹਿਬ, ਕਰੋਨਾ ਵਾਇਰਸ ਲਈ ਮਸਜਿਦ ਕੀਤੀ ਸਮਰਪਿਤ। ਬਿਲਕੁਲ ਜੀ। ਇਹ ਮਸਜਿਦ ਜਿਹੜੀ ਹੈ ਮਹਾਰਾਸ਼ਟਰ ਦੇ ਵਿੱਚ ਪੂਨੇ ਸ਼ਹਿਰ ਹੈ ਜੀ। ਤੁਹਾਨੂੰ ਪਤਾ ਵੀ ਇਸ ਵੇਲੇ ਜਿਹੜਾ ਕਰੋਨਾ ਵਾਇਰਸ ਫੈਲਿਆ ਹੋਇਆ, ਕਰੋਨਾ ਵਾਇਰਸ ਨੇ ਵੈਸੇ ਤਾਂ ਸਾਰੇ ਭਾਰਤ ਨੂੰ ਹੀ ਆਪਣੀ ਚਪੇਟ 'ਚ ਲਿਆ ਹੋਇਆ ਹੈ ਜੀ। ਲੇਕਿਨ 2 ਸਟੇਟਾਂ ਜਿੱਥੇ ਹਾਲਤ ਬਹੁਤ ਹੀ ਮਾੜੀ ਹੈ, ਉਹਨਾਂ ਦੇ ਵਿੱਚੋਂ ਇੱਕ ਮਹਾਰਾਸ਼ਟਰ ਹੈ ਤੇ ਇੱਕ ਗੁਜਰਾਤ ਹੈ ਜੀ। ਮਹਾਰਾਸ਼ਟਰ ਦੀ ਹਾਲਤ ਇੰਨੀ ਜ਼ਿਆਦਾ ਮਾੜੀ ਹੋ ਗਈ ਕਿ ਉੱਥੇ ਬੰਦਿਆਂ ਨੂੰ ਸੰਭਾਲਣ ਦੀ ਪ੍ਰੋਬਲਮ ਹੋਈ ਪਈ ਹੈ ਕਿ ਜਿੱਥੇ ਜਿੱਥੇ ਪਤਾ ਲੱਗਦਾ ਕਿ ਕਰੋਨਾ ਵਾਇਰਸ ਤੋਂ ਬੰਦੇ ਪੀੜਤ ਹੈ ਜੀ, ਕੁਆਰੰਟਾਈਨ ਕਰਨਾ ਤੇ ਉਹਨਾਂ ਨੂੰ ਕਿੰਨਾ ਥਾਵਾਂ ਤੇ ਰੱਖਿਆ ਜਾਵੇ ਜੀ ਜੀ। ਸੋ ਪੂਨੇ ਦੇ ਵਿੱਚ ਹੀ ਇੱਕ ਸੰਸਥਾ ਹੈਗੀ ਹੈ ਜੀ, ਜਿਹਦਾ ਨਾਮ ਹੈਗਾ ਆਜ਼ਮ ਕਾਲਜ ਆਫ ਐਜੂਕੇਸ਼ਨ ਜੀ। ਇਹ ਕਾਲਜ ਹੈ ਤੇ ਕਾਲਜ ਦਾ ਕਾਫੀ ਵੱਡਾ ਕੰਪਲੈਕਸ ਹੈ। ਇਸ ਕੰਪਲੈਕਸ ਦੇ ਵਿੱਚ ਇੱਕ ਮਸਜਿਦ ਬਣੀ ਹੋਈ ਹੈ ਜਿਹਦਾ ਜਿਹੜਾ ਹਾਲ ਹੈ, ਉਹ ਹਾਲ ਜਿਹੜਾ ਹੈ ਜੀ ਉਹ 9000 ਵਰਗ ਫੁੱਟ ਦਾ ਹੈ ਜੀ। 80 ਲੋਕ ਜਿਹੜੇ ਹੈਗੇ ਆ ਇਹਦੇ ਵਿੱਚ ਇੱਕੋ ਟਾਈਮ ਦੇ ਉੱਤੇ ਰਹਿ ਸਕਦੇ ਹੈ। ਸੋ ਜਿਹੜੇ ਇਸ ਕਾਲਜ ਦੀ ਮੈਨੇਜਮੈਂਟ ਹੈ ਜਾਂ ਪ੍ਰਬੰਧਕ ਹੈ, ਤੁਹਾਨੂੰ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਕਾਲਜ ਜਿਹੜਾ ਹੈਗਾ ਇਹ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਹੈ। ਮੈਨੇਜਮੈਂਟ ਜਿਹੜੀ ਹੈ ਪ੍ਰਾਈਵੇਟ ਮੈਨੇਜਮੈਂਟ ਹੈ, ਮੁਸਲਮਾਨ ਭਾਈਚਾਰੇ ਦੀ ਹੈ ਜੀ ਜੀ। ਸੋ ਇਸ ਨੇ ਇੱਕ ਹੈ ਕਿ ਇਸ ਵੇਲੇ ਜਿਹੜਾ ਹੈਗਾ ਧਰਮ ਦੂਜੀ ਥਾਂ ਦੇ ਉੱਤੇ ਹੈ, ਪਹਿਲੀ ਥਾਂ ਇਹ ਹੈ ਕਿ ਅਸੀਂ ਸੇਵਾ ਕਰਨੀ ਹੈ, ਮਨੁੱਖਤਾ ਦੀ ਸੇਵਾ ਕਰਨੀ ਹੈ। ਬਿਲਕੁਲ ਜੀ। ਤਾਂ ਮਨੁੱਖਤਾ ਦੇ ਉੱਤੇ ਸਭ ਤੋਂ ਵੱਡਾ ਸੰਕਟ ਜਿਹੜਾ ਬਿਮਾਰੀ ਦਾ ਪਿਆ ਹੋਇਆ ਹੈ,
ਧਰਮ ਵਾਲਾ ਕੰਮ ਮਗਰੋਂ ਹੈ, ਲੇਕਿਨ ਸਾਡੇ ਕੋਲ ਇੱਕ ਬਿਲਡਿੰਗ ਪਈ ਹੈ ਤੇ ਇਹ ਬਿਲਡਿੰਗ ਆਪਾਂ ਕਿਉਂ ਨਾ ਕਰ ਲਈਏ। ਹੁਣ ਤੁਹਾਨੂੰ ਪਤਾ ਕਿ ਇਹ ਉਹ ਥਾਂ ਹੈ ਜੀ, ਮਹਾਰਾਸ਼ਟਰ ਤੇ ਗੁਜਰਾਤ ਉਹ ਸੂਬੇ ਹੈ ਜਿੱਥੇ ਜਿਹੜਾ ਹੈਗਾ ਫਿਰਕਾ ਪ੍ਰਸਤੀ ਦਾ ਅਸਰ ਬਹੁਤ ਜ਼ਿਆਦਾ ਹੈ ਜੀ। ਗੁਜਰਾਤ ਦੇ ਵਿੱਚ ਆਪਾਂ 2002 ਦੇ ਵਿੱਚ ਦੇਖ ਚੁੱਕੇ ਹਾਂ ਵੀ ਕਿਵੇਂ ਮੁਸਲਿਮ ਕਤਲੇਆਮ ਹੋਇਆ ਸੀ। ਔਰ ਇੱਥੇ ਜੇ ਅਸੀਂ ਗੱਲ ਕਰੀਏ ਤੁਹਾਡੀ ਮਹਾਰਾਸ਼ਟਰ ਦੀ ਜੀ, ਤਾਂ ਮਹਾਰਾਸ਼ਟਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਕਾਫੀ ਮਜ਼ਬੂਤ ਆ। ਹੁਣ ਭਾਵੇਂ ਜਿਹੜੀ ਸ਼ਿਵ ਸੈਨਾ ਹੈ ਇਹਨੇ ਕਾਂਗਰਸ ਪਾਰਟੀ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਈ ਹੈ ਜੀ, ਲੇਕਿਨ ਫਿਰ ਵੀ ਇਹਦੀ ਵਿਚਾਰਧਾਰਾ ਜਿਹੜੀ ਹੈਗੀ ਹੈ ਬੀਜੇਪੀ ਦੇ ਨੇੜੇ ਤੇੜੇ ਮਿਲਦੀ ਹੈ, ਹਿੰਦੂਤਵ ਦੇ ਨੇੜੇ ਮਿਲਦੀ ਹੈ। ਬਿਲਕੁਲ ਜੀ। ਔਰ ਉਧਮ ਠਾਕਰੇ ਇਹ ਕਹਿ ਚੁੱਕਿਆ ਕਿ ਸਰਕਾਰ ਤਾਂ ਮੈਂ ਭਾਵੇਂ ਦੂਜਿਆਂ ਨਾਲ ਮਿਲ ਕੇ ਬਣਾ ਲਈ ਹੈ, ਸਾਡਾ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਹੈ, ਉਹਦੇ ਮੁਤਾਬਕ ਸਰਕਾਰ ਚਲਾਵਾਂਗੇ, ਲੇਕਿਨ ਮੇਰੀ ਸੋਚ ਹਿੰਦੂਤਵ ਵਾਲੀ ਹੈ ਤੇ ਮੈਂ ਇਹ ਤੋਂ ਪਾਸੇ ਨਹੀਂ ਜਾਣਾ ਜੀ। ਸੋ ਜਿੰਨਾ ਸਟੇਟਾਂ ਦੇ ਵਿੱਚ ਇੰਨਾ ਕਮਿਊਨਲ ਜ਼ਹਿਰ ਹੋਵੇ ਉੱਥੇ ਇੱਕ ਘੱਟ ਗਿਣਤੀ ਭਾਈਚਾਰਾ ਇਹ ਗੱਲ ਕਹਿੰਦਾ ਕਿ ਅਸੀਂ ਬਾਕੀ ਮੁਸਲਮਾਨ ਮਗਰੋਂ ਪਹਿਲਾਂ ਅਸੀਂ ਮਨੁੱਖ ਹਾਂ। ਹੁਣ ਮਨੁੱਖਤਾ ਦੇ ਉੱਤੇ ਬਹੁਤ ਵੱਡੀ ਮੁਸੀਬਤ ਪਈ ਹੈ ਤੇ ਅਸੀਂ ਆਪਣੀ ਜਿਹੜੀ ਮਸਜਿਦ ਹੈ ਇਸ ਮਸਜਿਦ ਨੂੰ ਸਰਕਾਰ ਦੇ ਹਵਾਲੇ ਕਰਦੇ ਹਾਂ ਕਿ ਜੀ ਤੁਸੀਂ ਸੰਭਾਲ ਲਓ। ਕੱਲ ਨੂੰ ਕੁਆਰੰਟਾਈਨ ਕਰਨਾ ਪੈ ਜਾਂਦਾ ਹੈ, ਅਲੱਗ ਥਲੱਗ ਕਰਨਾ ਪੈ ਜਾਂਦਾ, ਜਿਨ੍ਹਾਂ ਬੰਦਿਆਂ ਨੂੰ ਇੱਥੇ ਕਰ ਲਓ। ਇਹ ਮੇਰੇ ਖਿਆਲ ਮੁਤਾਬਕ ਸਹੀ ਮੈਨੇ ਚ ਉਹ ਕਹਿੰਦੇ ਨਾ ਇਕਬਾਲ ਹੋਰਾਂ ਦਾ ਇੱਕ ਜਿਹੜੀ ਹੈਗੀ ਹੈ ਨਜ਼ਮ ਹੈ ਕਿ ਮਜ਼ਹਬ ਨਹੀਂ ਸਕਾਤਾ ਆਪਸ ਮੇਂ ਵੈਰ ਕਰਨਾ। ਆ ਬਿਲਕੁਲ ਉਹ ਗੱਲ ਹੈ ਕਿ ਮਜ਼ਹਬ ਇਹ ਦਿਖਾਉਂਦਾ ਕਿ ਮਨੁੱਖਤਾ ਦੀ ਸੇਵਾ ਕਰੋ, ਲੇਕਿਨ ਕਈ ਵਾਰੀ ਅਸੀਂ ਮਜ਼ਹਬ ਦੀ ਵਿਆਖਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ ਤੇ ਉਹਦੇ ਵਿੱਚੋਂ ਫਿਰ ਅਸੀਂ ਅਲੱਗ-ਅਲੱਗ ਆਪਣੇ ਮੁਤਾਬਕ ਉਹਦਾ ਕੱਢ ਲੈਂਦੇ ਹਾਂ। ਸੋ ਕੁੱਲ ਮਿਲਾ ਕੇ ਜੇ ਜੋ ਕੁਛ ਮੁਸਲਮਾਨ ਭਰਾਵਾਂ ਨੇ ਮਹਾਰਾਸ਼ਟਰ ਦੇ ਵਿੱਚ ਕੀਤਾ ਬਹੁਤ ਸਲਾਹੁਣਯੋਗ ਹੈ। ਜਿੰਨੀ ਇਹਦੀ ਤਾਰੀਫ ਕੀਤੀ ਜਾਵੇ ਥੋੜੀ ਹੈ। ਚੰਗੀ ਗੱਲ ਹੋਵੇ ਜੇ ਭਾਰਤ ਦੇ ਸਾਰੇ ਭਾਈਚਾਰੇ ਹੀ ਏਦਾਂ ਕਰਨ। ਇਹਦੇ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸ ਦਵਾਂ, ਅੱਜ ਤੁਸੀਂ ਦੇਖਿਆ ਹੋਣਾ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਸਾਹਿਬ ਨੇ ਪੁਲਿਸ ਦੀ ਬੜੀ ਤਾਰੀਫ ਕੀਤੀ ਹੈ ਜੀ, ਤੇ ਪੁਲਿਸ ਦੀ ਤਾਰੀਫ ਦੇ ਨਾਲ ਨਾਲ ਉਹਨਾਂ ਨੇ ਗੁਰਦੁਆਰਿਆਂ ਦੀ ਵੀ ਤਾਰੀਫ ਕੀਤੀ ਹੈ ਕਿ ਸੰਕਟ ਦੀ ਇਸ ਘੜੀ ਦੇ ਵਿੱਚ ਗੁਰਦੁਆਰਿਆਂ ਨੇ ਜਿਹੜੀ ਸੇਵਾ ਕੀਤੀ ਹੈ ਅਸੀਂ ਉਹਨੂੰ ਭੁਲਾ ਨਹੀਂ ਸਕਦੇ ਜੀ। ਇਹ ਹੁਣ ਆਪਾਂ ਨੂੰ ਪਤਾ ਹੈ ਕਿ ਗੁਰਦੁਆਰੇ ਗੁਰੂ ਘਰਾਂ ਦੇ ਵਿੱਚ ਲੰਗਰ ਖੋਲ ਦਿੱਤੇ ਆ, ਸਾਰੇ ਦੁਨੀਆ ਦੇ ਵਿੱਚ ਲੰਗਰ ਵਾਲੀ ਪ੍ਰਥਾ ਦਾ ਅਸੀਂ ਜਾਣਦੇ ਹਾਂ ਜੀ। ਪਰ ਮੈਨੂੰ ਇਹ ਵੀ ਦੱਸਣਾ ਪੈਣਾ ਸਾਡੇ ਸਰੋਤਿਆਂ ਨੂੰ, ਸਾਡੇ ਦਰਸ਼ਕਾਂ ਨੂੰ ਕਿ ਭਾਰਤ ਇੱਕ ਅਜਿਹਾ ਦੇਸ਼ ਹੈ ਜਿਹਨੇ ਅਸੀਂ ਲੰਗਰ ਜਿਹੜਾ ਛਕਾਉਂਦੇ ਆ, ਲੰਗਰ ਦਾ ਕੋਈ ਪੈਸਾ ਨਹੀਂ ਲੈਂਦੇ, ਧਰਮਾਰਥ ਹੈ ਜੀ। ਧਰਮ ਦੇ ਸਮਰਪਿਤ ਹੋ ਕੇ ਅਸੀਂ ਲੰਗਰ ਛਕਾਉਂਦੇ ਆ ਵੀ ਜਿਹੜਾ ਜਿਸ ਵੀ ਕੌਮ ਦਾ ਆ ਜੇ, ਜਿਸ ਵੀ ਭਾਈਚਾਰੇ ਦਾ ਬੰਦਾ ਆ ਜੇ, ਉਹਨੂੰ ਅਸੀਂ ਲੰਗਰ ਤੋਂ ਜਵਾਬ ਨਹੀਂ ਦਿੰਦੇ। ਲੇਕਿਨ ਇਹ ਪਹਿਲਾ ਮੌਕਾ ਹੈ ਕਿ ਲੰਗਰ ਦੇ ਉੱਤੇ GST ਲੱਗਿਆ ਹੋਇਆ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਭੁਲੇਖਾ ਕਿ ਸ਼ਾਇਦ GST ਵਾਪਸ ਲੈ ਲਿਆ। GST ਵਾਪਸ ਨਹੀਂ ਲਿਆ, GST ਲੱਗਿਆ ਵਾ। GST ਅਸੀਂ ਭਰਦੇ ਹਾਂ ਤਖਤ ਜਿਹੜਾ ਹੈਗਾ ਕੇਸਗੜ੍ਹ ਸਾਹਿਬ, ਤਖਤ ਦਮਦਮਾ ਸਾਹਿਬ ਤੇ ਅਕਾਲ ਤਖਤ ਸਾਹਿਬ ਹਰਮੰਦਰ ਸਾਹਿਬ, ਇਹਦਾ ਅਸੀਂ GST ਭਰਦੇ ਹਾਂ। ਇਹ ਫਿਰ GST ਭਰ ਕੇ ਅਸੀਂ GST ਜਿਵੇਂ ਇਨਕਮ ਟੈਕਸ ਵਾਪਸ ਲੈਣੇ ਹੁੰਦੇ ਨਾ, ਫਿਰ ਦੁਬਾਰਾ ਅਰਜੀ ਦਿੰਦੇ ਆ ਕਿ ਜੀ ਸਾਡੀ GST ਸਾਨੂੰ ਵਾਪਸ ਕੀਤੀ ਜਾਵੇ। ਲੇਕਿਨ ਸਾਡਾ ਜਿਹੜਾ ਸੰਕਲਪ ਹੈਗਾ, ਧਰਮ ਦਾ ਸੰਕਲਪ, ਤਾਂ ਉਹ ਇਹ ਦੱਸਦਾ ਹੈ ਕਿ ਅਸੀਂ ਜਿਹੜੀ ਹੈਗੀ ਹੈ ਕਿਸੇ ਤੋਂ ਮੰਗਦੇ ਨਹੀਂ। ਜਿਹੜੇ ਲੰਗਰ ਦੀ ਪ੍ਰਥਾ ਚੱਲਦੀ ਹੈ, ਲੰਗਰ ਦੀ ਪ੍ਰਥਾ ਜਿਹੜੀ ਹੈਗੀ ਹੈ ਦਸਵੰਧ ਨਾਲ ਚੱਲਦੀ ਹੈ। ਜੇ ਕੋਈ ਸੱਜਣ ਆਉਂਦਾ ਹੈ ਉਹ ਆ ਕੇ ਉੱਥੇ ਕੋਈ ਮੱਥਾ ਟੇਕ ਦਿੰਦਾ, ਉਹ ਉਹਦੇ ਚ ਆਪਦਾ ਯੋਗਦਾਨ ਪਾਉਂਦਾ, ਪਾ ਦੇ। ਕੰਪਲਸਰੀ ਨਹੀਂ ਕਿਸੇ ਦੇ, ਨਾ ਅਸੀਂ ਕਿਸੇ ਤੋਂ ਮੰਗੀਏ ਤੇ ਨਾ ਅਸੀਂ ਕਿਸੇ ਦੇ ਮੂਹਰੇ ਹੱਥ ਅੱਡੀਏ। ਹੁਣ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਤਾਰੀਫ ਤਾਂ ਕਰਤੀ ਕਿ ਗੁਰੂ ਘਰਾਂ ਦੇ ਵਿੱਚੋਂ ਬਹੁਤ ਸੇਵਾ ਹੋ ਰਹੀ ਹੈ, ਪਰ ਮੈਂ ਮੇਰੀ ਮਤਲਬ ਇੱਕ ਜਿਹੜੀ ਹੰਬਲ ਰਿਕੁਐਸਟ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਜਦੋਂ ਉਹਨਾਂ ਨੇ ਇਹ ਕੀਤੀ ਹੈ ਤਾਂ ਉਦੋਂ ਉਹਨਾਂ ਨੂੰ ਇਹ ਵੀ ਕਹਿ ਦੇਣਾ ਚਾਹੀਦਾ ਸੀ ਕਿ GST ਮਾਫ ਕੀਤੀ ਜਾਂਦੀ ਹੈ, ਕਿਉਂਕਿ ਪਹਿਲਾਂ ਜਿਹੜਾ ਸੇਲ ਟੈਕਸ ਆ, ਸੇਲ ਟੈਕਸ ਤੋਂ ਮਾਫ ਕੀਤਾ ਹੋਇਆ ਸੀ। GST ਵੀ ਸੇਲ ਟੈਕਸ ਦਾ ਹੀ ਇੱਕ ਦੂਜਾ ਮਤਲਬ ਜਿਹੜਾ ਹੈਗਾ ਰੂਪ ਹੈ। ਸੋ ਕੁੱਲ ਮਿਲਾ ਕੇ ਆਪਾਂ ਗੱਲ ਕਹੀਏ ਜਿਹੜੀ ਹੈ ਧਰਮ ਜਿਹੜਾ ਹੈਗਾ, ਧਰਮ ਆਪਣੀ ਥਾਂ ਦੇ ਉੱਤੇ ਬਹੁਤ ਵਧੀਆ ਚੀਜ਼ ਹੈ। ਜਿਹੜਾ ਸਾਡਾ ਇਹ ਚੱਲ ਰਿਹਾ ਹੈ, ਚਾਹੇ ਸਾਡਾ ਧਰਮ ਹੈ ਚਾਹੇ ਮੁਸਲਮਾਨਾਂ ਨੇ ਵੀ ਇਹ ਗੱਲ ਕੀਤੀ ਹੈ ਤਾਂ ਇਹਦੀ ਅਸੀਂ ਤਾਰੀਫ ਕੀਤੇ ਬਗੈਰ ਨਹੀਂ ਰਹਿ ਸਕਦੇ ਜੀ। ਬਿਲਕੁਲ ਜੀ, ਚੰਗਾ ਉਪਰਾਲਾ ਆ। ਤੇ ਜੇ ਨਰਿੰਦਰ ਮੋਦੀ ਦੇ ਮੂੰਹ ਗੁਰਦੁਆਰਿਆਂ ਦੇ ਵਾਸਤੇ ਵੀ ਸ਼ਲਾਘਾ ਦਾ ਸ਼ਬਦ ਨਿਕਲਿਆ ਤੇ ਚੰਗੀ ਗੱਲ ਆ। ਵੈਸੇ ਘੱਟ ਹੀ ਬੋਲਦੇ ਹੁੰਦੇ ਜੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ। ਇਸ ਦੇ ਨਾਲ ਹੀ ਮੈਂ ਜਾਣਕਾਰੀ ਦੇਣੀ ਚਾਹੁੰਦਾ ਜੀ, ਜਿਹੜਾ PTN 24 ਆ ਸਵੇਰੇ 4 ਵਜੇ ਤੋਂ ਲੈ ਕੇ 9:30 ਵਜੇ ਤੱਕ ਗੁਰਦੁਆਰਾ ਸਿੱਖ ਸਪਿਰਿਚੁਅਲ ਸੈਂਟਰ ਜਿਹੜਾ ਰੈਕਸਡੇਲ ਆ ਉੱਥੋਂ ਲਾਈਵ ਚੱਲਦਾ ਸੀ। ਤੇ ਰੈਕਸਡੇਲ ਗੁਰਦੁਆਰੇ ਤੋਂ ਕੋਈ ਵੀ ਲੋੜਵੰਦ ਬੰਦਾ ਜਿਹੜਾ ਉਹ ਰਾਸ਼ਨ ਲੈ ਸਕਦਾ ਜੀ। ਟਿਫਨ ਉੱਥੇ ਰੈਡੀ ਹੁੰਦੇ ਆ, ਤੁਸੀਂ ਜਦੋਂ ਮਰਜ਼ੀ ਜਾ ਕੇ ਰਾਤ ਦੇ 10 ਵਜੇ ਤੱਕ ਟਿਫਨ ਲੈ ਸਕਦੇ ਹੋ। ਜਿਹੜੇ ਸਟੂਡੈਂਟ ਸਾਡੇ ਇੰਟਰਨੈਸ਼ਨਲ ਸਟੂਡੈਂਟ ਆ, ਕੋਈ ਵੀ ਲੋੜਵੰਦ
ਤੁਸੀਂ ਜਾ ਕੇ ਉੱਥੇ ਗੁਰਦੁਆਰਾ ਵੀ ਖੁੱਲ੍ਹਾ ਜੀ, ਤੁਸੀਂ ਮੱਥਾ ਵੀ ਟੇਕ ਸਕਦੇ ਹੋ, ਗੁਰੂ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ, ਤੇ ਜਿਹੜਾ ਟਿਫਨ ਆ ਉਹ ਵੀ ਉੱਥੋਂ ਲੈ ਸਕਦੇ ਹੋ ਲੋੜ ਅਨੁਸਾਰ। ਇਸੇ ਤਰ੍ਹਾਂ ਹੀ ਜਿਹੜਾ ਮੌਂਟਰੀਅਲ ਦੇ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਆ, ਉੱਥੇ ਵੀ ਤੁਸੀਂ ਜਿਹੜੀ ਆਪਣਾ ਰਸਦ ਲੈ ਸਕਦੇ ਹੋ ਪਾਰਕ ਐਕਸ ਤੋਂ ਵੀ ਤੇ ਲਸਾਲ ਤੋਂ ਵੀ। ਇਸ ਦੇ ਨਾਲ ਹੀ ਉਸ ਤੋਂ ਬਾਅਦ ਸਾਡਾ ਪ੍ਰੋਗਰਾਮ ਹੁੰਦਾ ਜੀ 9:30 ਤੋਂ ਲੈ ਕੇ 11 ਵਜੇ ਤੱਕ 1690 AM ਤੇ ਨਾਲ PTN 24 ਤੇ। ਅੱਜ ਸ਼ਾਮ ਨੂੰ ਉਸ ਤੋਂ ਬਾਅਦ ਫਿਰ ਸ਼ਾਮ ਨੂੰ 4:30 ਤੋਂ 7:30 ਵਜੇ ਤੱਕ ਗੁਰਦੁਆਰਾ ਸਾਹਿਬ ਤੋਂ ਹੁੰਦਾ, ਤੇ 7:30 ਵਜੇ ਅੱਜ ਪਵਨ ਜੀ ਹੁਣੀ ਪ੍ਰੋਗਰਾਮ ਲੈ ਕੇ ਆਉਣਗੇ ਜੀ। ਉਹਨਾਂ ਨੇ ਪਿਛਲੇ ਵੀਕ ਹੀ ਸ਼ੁਰੂ ਕੀਤਾ ਸੀ ਸਫ਼ਰ ਪ੍ਰੋਗਰਾਮ, ਤੁਸੀਂ ਜ਼ਰੂਰ ਦੇਖਣਾ ਜੀ, ਬਹੁਤ ਵਧੀਆ ਹੁੰਦਾ। ਪਿਛਲੀ ਵਾਰੀ ਡਾਕਟਰ ਸਾਹਿਬ ਨੂੰ ਲੈ ਕੇ ਆਏ ਗਏ, ਕੋਈ ਨਵੇਂ ਤੋਂ ਨਵਾਂ ਗੈਸਟ ਲੈ ਕੇ ਉਹ ਵਧੀਆ ਵਿਚਾਰ ਗੱਲਬਾਤ ਕਰਦੇ ਜੀ ਅੱਜ ਕੱਲ੍ਹ ਦੇ ਲੇਟੈਸਟ ਮੁੱਦਿਆਂ ਨੂੰ। ਉਹਨਾਂ ਦੇ ਨਾਲ ਗੱਲਬਾਤ ਕਰਨੀ 647 760 8070 ਤੇ ਕਾਲ ਕਰ ਸਕਦੇ ਹੋ ਤੁਸੀਂ ਪਵਨ ਜੀ ਉਹਨਾਂ ਦੇ ਨਾਲ ਵੀ। ਜਿਹੜਾ ਸਾਡਾ ਪ੍ਰੋਗਰਾਮ ਆ ਉਹ ਸਮਾਪਤੀ ਵਾਲੀ ਆ, ਤੇ ਇਸ ਦੇ ਨਾਲ ਹੀ ਜਿਹੜੇ ਬਲਵਿੰਦਰ ਸਿੰਘ ਪੱਖੋਗੇ ਆ ਉਹ ਸ਼ਹੀਦ ਪਰਿਵਾਰਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਜੀ, ਜਿਹੜੇ ਇਸ ਸੰਘਰਸ਼ ਦੇ ਵਿੱਚ ਰਹੇ ਆ। ਪ੍ਰੋਗਰਾਮ ਦਾ ਨਾਮ ਵੀ ਸੰਘਰਸ਼ ਦਾ ਸੱਚ ਆ, ਤੇ ਉਸ ਨਾਲ ਹੀ ਅਤੀਤ ਦੀਆਂ ਪੈੜਾਂ ਜਿਹੜੇ ਗੁਰਦੁਆਰਾ ਜਿਹੜੇ ਪਾਕਿਸਤਾਨ ਤੋਂ ਉਜਾੜਾ ਕਰਕੇ ਆਏ ਸੀ 1947 ਦੇ ਵਿੱਚ, ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਇੰਟਰਵਿਊ ਕਰਦੇ ਆ। ਜਿਹੜੇ ਲੋੜਵੰਦ ਪਰਿਵਾਰ ਆ ਜੀ, ਸ਼ਹੀਦਾਂ ਦੇ ਪਰਿਵਾਰਾਂ ਤੱਕ ਸੇਵਾ ਵੀ ਪਹੁੰਚਾਈ ਜਾਂਦੀ ਆ। ਮੈਂ ਬਲਵਿੰਦਰ ਸਿੰਘ ਪੱਖੋਗੇ ਨੂੰ ਕੱਲ ਨੂੰ ਟਰਾਈ ਕਰੂੰਗਾ ਜੀ, ਉਹਨਾਂ ਨੂੰ ਲੈ ਕੇ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਵੇ। ਆਪਣਾ ਢਿੱਲੋਂ ਸਾਹਿਬ ਪ੍ਰੋਗਰਾਮ ਦਾ ਸਮਾਂ ਸਮਾਪਤ ਆ। ਧੰਨਵਾਦ ਜੀ ਬਹੁਤ ਬਹੁਤ। ਉਸ ਤੋਂ ਬਾਅਦ ਹਲਚਲ ਪ੍ਰੋਗਰਾਮ ਲੈ ਕੇ ਸਾਡੇ ਨੈਕਸਟ ਹੋਸਟ ਜਿਹੜੇ ਸਟੂਡੀਓ 'ਚ ਪਹੁੰਚ ਚੁੱਕੇ ਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਸ਼ੁਕਰੀਆ ਜੀ, ਮਿਹਰਬਾਨੀ। ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ, ਮੈਨੂੰ ਦਿਓ ਇਜਾਜ਼ਤ, ਕੱਲ ਨੂੰ ਫਿਰ ਮਿਲਾਂਗੇ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ।